वाहिगुरु जी का खालसा वाहिगुरु जी की फतेह। राहे मोहब्बत एपिसोड 28 एपिसोड 28। So Guru Upama means the praise of Guru. Now first of all, content will be definition. Why Upama? Why do you do praise? Why you need to do praise? What is our state? The third is human state. ਆਪਾਂ ਕੀ ਸੋਚਦੇ ਹਾਂ, ਆਪਾਂ ਕੀ ਬਣੇ ਪਏ ਹਾਂ, and why do we need the Guru? Why do we need to praise the Guru? For what? Okay. Then purpose. The most important thing is the purpose. You do the praise of the Guru. Then we are going to discuss a Sakhi of Ved Sujan Singh, called Bhai Sujan Singh. Then while doing praises, okay, most of the people think that they can come to the end. So that means you do praise, you do praise, you do praise. That means no, our human mentality ਜਿਹੜੀ ਆਪਾਂ ਕਹਿੰਦੇ ਆਪਾਂ end ਤੱਕ ਜਾਣਾ. Okay, is there any end to Guru's praise? Then how do you perform Guru's praise? How do you see him? Then examples that how you can praise the Guru as how the Guru Sikhs has done before. ਤੇ ਹੁਣ definition ਜਿਹੜਾ ਹੈ Guru Upama refers to Guru ਦੀ ਮਹਿਮਾ, ਗੁਰੂ ਦੀ ਜਿਹੜਾ ਹਨ ਉਸਤਤ, ਗੁਰੂ ਦੀ ਤਾਰੀਫ, ਗੁਰੂ ਦੀ ਵਡਿਆਈ, ਸੋ ਨਾਓ ਵੈਨ ਯੂ ਸੇ ਪ੍ਰੇਜ਼, ਸੋ ਇਹ ਲਫ਼ਜ਼ ਜਿਹੜੇ ਨੇ ਆਪਾਂ ਨੂੰ ਉਸਤਤ ਵਿੱਚ ਮਿਲਣਗੇ, ਤਾਰੀਫ ਵਿੱਚ ਮਿਲਣਗੇ, ਵਡਿਆਈ ਵਿੱਚ ਮਿਲਣਗੇ, ਮਹਿਮਾ ਵਿੱਚ ਮਿਲਣਗੇ। ਬਹੁਤ ਇਹ ਜਿਹੜਾ ਡਿਫਰੈਂਟ ਸ਼ਬਦ ਨੇ, ਬਟ ਆਲ ਦ ਮੀਨ ਜਿਹੜਾ ਹਨ ਬੇਸਿਕ ਇਹਨਾਂ ਦੇ ਅਰਥ ਸੇਮ ਨੇ। ਨਾਓ ਗੁਰੂ ਮਹਾਰਾਜ ਦਾ ਜਿਹੜਾ ਹੈ, ਹੁਣ ਜੇ ਆਪਾਂ ਸਟੱਡੀ ਕਰੀਏ ਸਿੱਖੀ ਕੀ ਹੈ, ਆਪਾਂ ਕਹਿੰਦੇ ਗੁਰੂ ਦੀ ਮਹਿਮਾ ਨੂੰ ਗਾਉਣਾ ਹੀ ਗੁਰੂ ਸਿੱਖੀ ਹੈ, ਗੁਰੂ ਨੂੰ ਪ੍ਰੇਸ ਕਰਨਾ ਹੀ ਸਿੱਖੀ ਹੈ। ਦੈਨ ਪ੍ਰੇਸ ਜਿਹੜੀ ਹੈ ਕਿਵੇਂ ਹੋ ਸਕਦੀ ਆ? ਯੂ ਕੈਨ ਰੀਸਾਈਟ, ਲਾਈਕ ਯੂ ਆਰ ਰੀਡਿੰਗ ਗੁਰਬਾਣੀ, ਯੂ ਰੀਸਾਈਟ, ਔਰ ਯੂ ਕੈਨ ਸਿੰਗ ਕੀਰਤਨ, ਔਰ ਯੂ ਕੈਨ ਆਲਸੋ ਡੂ ਕਥਾ, ਦੈਟ ਇਜ਼ ਆਲਸੋ ਪ੍ਰੇਸ, ਔਰ ਯੂ ਕੈਨ ਲਿਸਨ ਟੂ ਇਟ, ਲਿਸਨ ਟੂ ਬਾਣੀ, ਲਿਸਨ ਟੂ ਕਥਾ, ਲਿਸਨ ਟੂ ਕੀਰਤਨ, ਇਜ਼ ਆਲ ਜਿਹੜਾ ਆਲ ਦ ਸੇਮ। ਸੀ ਦ ਮਹਿਮਾ ਇਜ਼ ਸੱਚ ਦੈਟ ਜਿਹੜਾ ਸੁਣਨ ਵਾਲਾ ਹੈ ਨਾ, ਉਹਨੂੰ ਜ਼ਿਆਦਾ ਫਲ ਮਿਲਦਾ ਹੈ ਕਹਿਣ ਵਾਲੇ ਨਾਲੋਂ। ਐਂਡ ਪੁਰਾਤਨ ਜਿਹੜੇ ਲੋਕ ਸੀਗੇ ਨਾ, ਉਹ ਇਹੀ ਕਹਿੰਦੇ ਹੁੰਦੇ ਸਨ, ਕਹਿੰਦੇ ਵੀ ਸੁਣਨ ਵਾਲੇ ਨੂੰ ਨਾ ਕਹਿੰਦੇ 21 ਗੁਣਾ ਵੱਧ ਫਾਇਦਾ ਮਿਲਦਾ। ਆਈ ਮੀਨ ਦਿਸ ਇਜ਼ ਹੀਅਰ ਸੇ ਸੀਗਾ ਲੋਕਾਂ ਦਾ, ਪਰ ਆਮ ਲੋਕ ਕਾਮਨ ਗੱਲ ਸੀਗੀ। ਉਹ ਕਹਿੰਦੇ ਜਿਹੜਾ ਕਹਿੰਦਾ ਹੈ ਉਹਦੇ ਨਾਲੋਂ ਬਹੁਤ ਗੁਣਾ ਵੱਧ ਸੁਣਨ ਵਾਲਿਆਂ ਨੂੰ ਮਿਲਦਾ ਹੈ। ਓਕੇ, ਸੋ ਉਹ ਚੀਜ਼ ਹੈਗੀ ਹੈ। ਸੋ ਗੁਰਬਾਣੀ ਜਿਹੜੀ ਹੈ ਸਾਰੀ ਦੀ ਸਾਰੀ ਗੁਰੂ ਦੀ ਮਹਿਮਾ ਹੈ। ਤੇ ਅਖੀਰਲਾ ਜਿਹੜਾ ਹੈ ਕਹਿੰਦੇ ਜਿਹੜੇ ਗੁਰੂ ਦੀ ਮਹਿਮਾ ਹੈ ਨਾ, ਤੇ ਗੁਰੂ ਦਾ ਸ਼ਬਦ ਇਜ਼ ਇਟ ਡਿਫਰੈਂਟ? ਨੋ, ਇਟਸ ਆਲ ਦ ਸੇਮ। ਗੁਰੂ ਦੀ ਮਹਿਮਾ, ਹੁਣ ਤੁਸੀਂ ਕਹੋਗੇ ਵੀ ਸੱਚੀ ਬਾਣੀ ਤੇ ਕੱਚੀ ਬਾਣੀ ਦਾ ਇਸ਼ੂ ਕਿਵੇਂ ਆ ਰਿਹਾ? ਕੱਚੀ ਬਾਣੀ ਉਹਨੂੰ ਕਹਿੰਦੇ ਆ ਜਿਹਦੇ ਵਿੱਚ ਮਾਇਆ ਨੂੰ ਕਿਹਾ ਹੋਵੇ, ਜਿੱਥੇ ਬੰਦਿਆਂ ਦੀ ਵਡਿਆਈ ਕੀਤੀ ਹੋਵੇ, ਜਿੱਥੇ ਨਾਸ਼ਵੰਤ ਦੀ ਗੱਲ ਕੀਤੀ ਹੋਵੇ, ਉਹਨੂੰ ਕੱਚੀ ਬਾਣੀ ਕਹਿੰਦੇ ਆ। ਸੱਚੀ ਬਾਣੀ ਕੀ ਹੈ? ਜਿੱਥੇ ਪਰਮਾਤਮਾ ਦੀ ਉਸਤਤ ਹੋਵੇ, ਗੁਰੂ ਦੀ ਉਸਤਤ ਹੋਵੇ, ਉਹ ਸੱਚੀ ਬਾਣੀ ਹੈ। ਨਾਓ ਦ ਡੈਫੀਨੇਸ਼ਨ ਆਫ ਕੱਚੀ ਬਾਣੀ ਇਜ਼, ਕੱਚੀ ਮੀਨਸ ਜਿਹੜੀ ਚੀਜ਼ ਤੁਹਾਨੂੰ ਕੱਚੇ ਵੱਲ ਲੈ ਕੇ ਜਾਂਦੀ ਹੈ, ਜਿਹੜਾ ਤੁਹਾਨੂੰ ਕੱਚਾ ਬਣਾਉਂਦੀ ਹੈ। ਕੱਚਾ ਮੀਨਸ ਅਨਰਾਈਪ, ਜਿੱਥੇ ਤੁਸੀਂ ਅਨਰਾਈਪ ਹੁੰਦੇ ਹੋ, ਜਿੱਥੇ ਤੁਹਾਡੇ ਖਿਆਲ ਭੈੜੇ ਹੁੰਦੇ ਨੇ, ਉਹ ਕੱਚੀ ਬਾਣੀ ਹੈ। ਸੱਚੀ ਬਾਣੀ ਜਿਹੜਾ ਤੁਹਾਨੂੰ ਸੱਚ ਤੱਕ ਲੈ ਕੇ ਜਾਂਦੀ ਹੈ। ਬਟ ਸਮ ਪੀਪਲ ਹੈਜ਼ ਮੇਡ ਇਟ ਸੋ ਸਿੰਪਲ, ਦੇ ਸੇ ਓ ਦਿਸ ਇਜ਼ ਗੁਰਬਾਣੀ, ਨਥਿੰਗ ਰਿਟਨ ਇਨ ਸ੍ਰੀ ਗੁਰੂ ਗ੍ਰੰਥ ਸਾਹਿਬ ਆਊਟਸਾਈਡ ਆਫ ਇਟ ਇਜ਼ ਕੱਚੀ ਬਾਣੀ। ਦੈਟਸ ਰੋਂਗ, ਦੈਟਸ ਨਾਟ ਦ ਡੈਫੀਨੇਸ਼ਨ ਆਫ ਕੱਚੀ ਬਾਣੀ ਐਂਡ ਸੱਚੀ ਬਾਣੀ। ਕਿਉਂਕਿ ਸੱਚੀ ਬਾਣੀ ਉਹ ਆ ਜਿਹੜਾ ਸੱਚੇ ਵੱਲ ਲੈ ਕੇ ਜਾਂਦੀ ਹੈ। ਕੱਚੀ ਬਾਣੀ ਉਹ ਆ ਜਿਹੜਾ ਆਪਾਂ ਕਿਸੇ ਦੀ ਉਸਤਤ ਲਿਖ ਦਈਏ, ਜਿਹੜਾ ਮਾਇਆ ਧਾਰੀ ਹੋਵੇ, ਜਿਹੜਾ ਮਾਇਆ ਦੇ ਪੁਜਾਰੀ ਹੋਵੇ, ਦੈਟਸ ਕੱਚੀ ਬਾਣੀ। ਓਕੇ, ਦੇਖੋ ਸ਼ਬਦ ਆਉਂਦਾ ਹੈ ਨਾ, ਈਵਨ ਦ ਗੁਰੂਸ ਡੂ ਦ ਉਪਮਾ ਆਫ ਦ ਗੁਰੂ। ਜਿਵੇਂ ਹੁਣ ਇਹ ਪੱਟਾਂ ਦੇ ਸਵਈਏ ਨੇ, ਇੱਥੇ ਲਿਖਿਆ ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਦੈਟ ਮੀਨਸ ਆਈ ਕੈਨੋਟ ਡੂ ਯੋਰ ਪ੍ਰੇਸ, ਯੋਰ ਪ੍ਰੇਸ ਇਜ਼ ਓਨਲੀ ਨੋਨ ਟੂ ਯੂ, ਇਜ਼ ਓਨਲੀ ਸਬਜੈਕਟਡ ਟੂ ਯੂ, ਅਦਰ ਦੈਨ ਦੈਟ ਆਈ ਡੋਂਟ ਨੋ ਵਟ ਟੂ ਸੇ। ਬਿਕੋਜ਼ ਯੂ ਸੀ ਮੈਂ ਗੁਰੂ ਅਮਰਦਾਸ ਦੀ ਮਹਿਮਾ ਕਰ ਸਕਦਾ, ਮੈਂ ਕਿੰਨੀ ਮਰਜ਼ੀ ਵੀ ਕਰ ਲਵਾਂ, ਅਖੀਰ ਤੇ ਮੈਨੂੰ ਕੀ ਕਹਿਣਾ ਪਊਗਾ? ਭਲੇ ਅਮਰਦਾਸ ਗੁਣ ਤੇਰੇ, ਤੇਰੇ ਗੁਣ ਤੋਹੇ ਬਣ ਆਵੇ, ਤੇਰੇ ਤੋਂ ਹੀ ਬਣ ਆਉਂਦੇ। ਬਿਕੋਜ਼ ਆਈ ਕੈਨੋਟ ਸੀ ਦੈਟ ਵਰਚੂਸ ਇਨ ਐਨੀਬਡੀ ਐਲਸ, ਹੈ ਹੀ ਨਹੀਂ ਨਾ। ਸੋ ਇਸ ਕਰਕੇ ਵੀ ਤੇਰੀ ਉਪਮਾ ਤੈਨੂੰ ਹੀ ਬਣ ਆਉਂਦੀ ਹੈ, ਮੈਂ ਹੋਰ ਕਿਸੇ ਨੂੰ ਨਹੀਂ ਤੇਰੀ ਉਪਮਾ ਦੇ ਸਕਦਾ। ਓਕੇ, ਨਾਓ ਦ ਨੀਡ ਆਫ ਪ੍ਰੇਜ਼, ਇਹ ਜਿਹੜੀ ਪ੍ਰੇਸ ਹੁੰਦੀ ਆ ਨਾ, ਵਡਿਆਈ ਕਰਨੀ ਹੁੰਦੀ ਆ ਨਾ, ਦਾ ਮੋਸਟ ਜਿਹੜਾ ਕੋ ਇਹਦੇ ਵਿੱਚ ਇੱਕ ਪ੍ਰਿੰਸੀਪਲ ਹੈ। ਨਾਓ ਯੂ ਵਿਲ ਓਨਲੀ ਡੂ ਅ ਪ੍ਰੇਸ ਆਫ ਦ ਪਰਸਨ to whom you think is greater than you. That is the basic principle.
ਉਹ ਤੁਹਾਡੇ ਨਾਲੋਂ ਵੱਡਾ ਹੈ, ਤੁਸੀਂ ਉਹਦੀ ਪ੍ਰੇਸ ਕਰਨੀ ਹੈ। ਜੇ ਤੁਸੀਂ ਆਪਣੇ ਆਪ ਨੂੰ ਵੱਡਾ ਮੰਨ ਲਿਆ, ਆਪਣੇ ਛੋਟੇ ਤੋਂ ਤੁਸੀਂ ਆਪਣੀ ਉਸਤਤ ਕਰਾਓਗੇ, ਰਾਈਟ, ਦੈਟ ਇਜ਼ ਦ ਕੋਰ ਪ੍ਰਿੰਸੀਪਲ। ਨਾਓ ਸਭ ਤੋਂ ਪਹਿਲਾਂ ਪ੍ਰੇਸ ਕਰਨ ਦੇ ਵਿੱਚ ਯੂ ਨੀਡ ਹੰਬਲਨੈਸ ਇਨ ਯੂ, you need nimrata in you, only then you can do mema, only then you can praise. See, everybody thinks that we are the greatest, then how are we going to praise another person then? Because we think we are the greatest. Now you have to come down then, you have to bring yourself down. ਉੱਥੇ ਫਿਰ ਆਪਾਂ ਕਹਾਂਗੇ ਮੈਂ ਛੋਟਾ ਹਾਂ, ਮੈਂ ਨਿਮਾਣਾ ਹਾਂ, ਮੇਰਾ ਗੁਰੂ ਵੱਡਾ, then only I can see the ਗੁਰੂ ਵੱਡਾ. Now here is where we fail. ਕਿਉਂਕਿ ਆਪਾਂ ਹਮੇਸ਼ਾ ਆਪਣੇ ਈਗੋ ਨੂੰ ਵੱਡਾ ਕਰ ਲੈਂਦੇ ਹਾਂ, then we think Guru is in my level now. I don't have to do his praise because he's my level now. I can understand him. I know what he did. I know what he said. I know what he meant. ਗੱਲ ਕਰ ਖਤਮ ਆ ਫਿਰ. No, I'm not going to learn anything now. A student goes to a class, he tells the teacher, you and me are the same level. Now, will the student learn anything? Nothing. ਉਹੀ ਗੱਲ ਹੈ। ਬੇਸਿਕਲੀ ਪ੍ਰੇਸ ਉਹਦੀ ਹੁੰਦੀ ਆ ਜਿਹੜਾ ਆਪਣੇ ਨਾਲੋਂ ਵੱਡਾ ਹੋਵੇ ਨਾ। ਇਸ ਕਰਕੇ ਗੁਰੂਆਂ ਨੇ ਹਮੇਸ਼ਾ ਹੀ ਜਿਹੜਾ ਹਨ, ਜਿਵੇਂ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੀ ਵਡਿਆਈ ਕੀਤੀ। ਹਾਊ ਹੀ ਡਿਡ ਦੈਟ? ਪਹਿਲੀ ਤਾਂ ਗੱਲ, ਮਹਾਰਾਜ ਨੇ ਜਨਮ ਸਾਖੀ ਲਿਖਾਈ। ਜਨਮ ਸਾਖੀ ਵਿੱਚ ਗੁਰੂ ਦੀ ਮਹਿਮਾ ਹੈ। ਮਹਾਰਾਜ ਨੇ ਲਿਖਾਈ, ਮਹਾਰਾਜ ਨੇ ਸੁਣੀ, ਮਹਾਰਾਜ ਨੇ ਉਸ ਨੂੰ ਪ੍ਰਗਟ ਕੀਤਾ। ਨਾਓ ਗੁਰੂ ਨਾਨਕ may have traveled to many places in the world, or all the places in the world, but if Guru Angad Dev Ji have not got the Janam Sakhi wrote, will we know what Guru Nanak Dev Ji did? Guru di mehma ta sigi, but Guru has been merciful to us. He made the thing to be written so that until our time we will know what Guru Nanak did. See, that is the par upakar that the Guru do. So Guru ne ਉਹਨਾਂ ਦੀ ਮਹਿਮਾ ਆਪਣੇ ਤੱਕ ਲਿਆਂਦੀ ਹੈ। In the same manner, ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ, ਸੇ ਮੂਲ ਮੰਤਰ ਵੀ ਤੁਸੀਂ ਪੜ੍ਹੋ, ਆਪਾਂ ਪੜ੍ਹਦੇ ਹਾਂ ਗੁਰਪ੍ਰਸਾਦ। ਗੁਰਪ੍ਰਸਾਦ ਇਸ ਗੁਰੂ ਦੀ ਮਹਿਮਾ, ਵੀ ਗੁਰੂ ਦੀ ਕਿਰਪਾ ਕਰਕੇ ਇਹ ਗੱਲ ਹੋਣੀ ਹੈ, ਜਾਂ ਸਭ ਕੁਝ ਗੁਰੂ ਦੀ ਕਿਰਪਾ ਕਰਕੇ ਹੈ। ਗੁਰਪ੍ਰਸਾਦ, the word comes in. ਹੋਰ ਇੱਕ ਗੱਲ ਇਹ ਹੈ, ਜਿਵੇਂ ਹੁਣ ਦੇਖੋ ਗੁਰੂ ਅੰਗਦ ਦੇਵ ਜੀ ਆ, ਫਿਰ ਆਪਾਂ ਲੈ ਲਈਏ, ਉਹਨਾਂ ਨੇ ਆਪਣੇ ਸ਼ਬਦਾਂ ਦੇ ਵਿੱਚ ਇਹ ਲਿਖਿਆ ਹੈ ਕਿ ਕਰਮਵੰਤੀ ਸਾ ਲਾਹੀਆ, ਨਾਨਕ ਕਰ ਗੁਰ ਪੀਰ। ਓਕੇ, ਹੁਣ ਦੇਖੋ ਨਾ, ਕਹਿੰਦੇ ਕਰਮਵੰਤੀ ਸਾ ਲਾਹਿਆ, ਕਹਿੰਦੇ ਜਿਹੜਾ ਕੋਈ ਗੁਰੂ ਨਾਨਕ ਦੀ ਮਹਿਮਾ ਕਰਦਾ ਹੈ, ਗੁਰੂ ਨਾਨਕ ਦੀ ਉਸਤਤ ਕਰਦਾ ਹੈ, ਕਹਿੰਦਾ ਉਹ ਕਰਮਵੰਤੀ ਹੈ, ਉਹ ਭਾਗਾਂ ਵਾਲਾ ਹੈ, ਉਹ ਕਰਮਾਂ ਵਾਲਾ ਹੈ, ਉਹ ਚੰਗਾ ਹੈ, ਹੀ ਇਜ਼ ਅ ਫੋਰਚੂਨੇਟ ਵਨ। ਨਾਨਕ ਕਰ ਗੁਰ ਪੀਰ, ਜਿਨ੍ਹਾਂ ਨੇ ਗੁਰੂ ਨੂੰ ਆਪਣਾ ਪੀਰ ਵੱਡਾ ਮੰਨ ਕੇ ਉਹਦੀ ਉਸਤਤ ਕੀਤੀ ਹੈ ਨਾ, ਕਹਿੰਦੇ ਉਹ ਕਰਮਾਂ ਵਾਲਾ ਹੈ, ਉਹਦੇ ਚੰਗੇ ਕਰਮ ਨੇ। So whenever you are sitting alone, you do ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਜਿਵੇਂ ਤੁਸੀਂ ਕਰਮਵੰਤੀ, ਤੁਸੀਂ ਕਰਮਾਂ ਵਾਲੇ ਹੋ, ਜਿਹੜੇ ਗੁਰੂ ਨਾਨਕ ਦੀ ਤੁਸੀਂ ਉਸਤਤ ਕਰ ਰਹੇ ਹੋ। ਕਿਉਂਕਿ ਇਹ ਕੌਣ ਕਹਿ ਰਿਹਾ? ਇਹ ਮੈਂ ਨਹੀਂ ਕਹਿ ਰਿਹਾ, ਗੁਰੂ ਅੰਗਦ ਦੇਵ ਜੀ ਕਹਿ ਰਹੇ ਆ। Now you can just imagine, ਜੇ ਗੁਰੂ ਇਹ ਗੱਲ ਕਹਿ ਰਿਹਾ ਹੈ ਤਾਂ ਇਹ ਤਾਂ ਝੂਠੀ ਤਾਂ ਹੋ ਨਹੀਂ ਸਕਦੀ। ਓਕੇ, ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚੰਡੀ ਦੀ ਵਾਰ ਲਿਖੀ, which we always read in ਅਰਦਾਸ। ਆਪਾਂ ਅਰਦਾਸ 'ਚ ਪੜ੍ਹਦੇ ਹਾਂ। ਗੁਰੂ ਗੋਬਿੰਦ ਸਿੰਘ ਨੇ ਚੰਡੀ ਦੀ ਵਾਰ ਲਿਖੀ, ਉਹਦੀ ਪਹਿਲੀ ਪੌੜੀ ਕਹਿੰਦੇ, ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਉਤੀ ਜੀ ਸਹਾਈ, ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਈ, ਅਰਜਨ ਹਰ ਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨੋ ਨਿਧ ਆਵੈ ਢਾਈ। ਇੱਥੋਂ ਤੱਕ ਗੁਰੂ ਗੋਬਿੰਦ ਸਿੰਘ ਨੇ ਚੰਡੀ ਦੀ ਵਾਰ ਵਿੱਚ ਲਿਖਿਆ। ਉਹਨਾਂ ਨੇ ਮਹਿਮਾ ਕਿਵੇਂ ਕੀਤੀ? ਕਹਿੰਦੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ, ਉਹਨਾਂ ਦੇ ਤੁਸੀਂ ਨੂੰ ਧਿਆਉਣਾ ਕਰੋ, ਤੁਹਾਡੇ ਸਾਰੇ ਦੁੱਖ ਚਲੇ ਜਾਣਗੇ। ਗੁਰੂ ਗੋਬਿੰਦ ਸਿੰਘ ਕਹਿ ਰਿਹਾ, ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਤੁਸੀਂ ਚੇਤੇ ਕਰੋ, ਤੇਗ ਬਹਾਦਰ ਸਿਮਰਿਆ, ਚੇਤੇ ਕਰੋ, ਯਾਦ ਕਰੋ ਗੁਰੂ ਤੇਗ ਬਹਾਦਰ। 9 ਨਿਧ ਆਵੈ ਤਾਏ, ਦੇ ਆਰ 9 ਟ੍ਰੈਸ਼ਰਸ ਇਨ ਦ ਵਰਲਡ। ਗੁਰੂ ਗੋਬਿੰਦ ਸਿੰਘ ਕਹਿੰਦੇ ਜੇ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਧਿਆਓਗੇ, all the 9 treasures will come running to you, ਤੁਹਾਨੂੰ ਲੱਭਣੇ ਨਹੀਂ ਪੈਣੇ, ਉਹ ਭੱਜ ਕੇ ਤੁਹਾਡੇ ਕੋਲ ਆਉਣਗੇ ਜੇ ਤੁਸੀਂ ਉਹਨਾਂ ਨੂੰ ਸਿਮਰਨ ਕਰੋਗੇ। ਸੋ ਦੇਖੋ ਇੱਥੇ ਇਹ ਗੱਲ ਹੈ। ਫਿਰ ਦੇਖੋ ਆਸਾ ਦੀ ਵਾਰ ਸਟਾਰਟਸ ਵਿਦ ਦ ਪਹਿਲੀ ਪੌੜੀ ਜਿਹੜੀ ਆਉਂਦੀ ਹੈ, ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਕਹਿੰਦੇ ਮੈਂ ਉਹ ਗੁਰੂ ਤੋਂ ਬਲਿਹਾਰੇ ਜਾਂਦਾ ਹਾਂ, ਬਲਿਹਾਰੀ ਗੁਰ ਆਪਣੇ। ਹੁਣ ਦੇਖੋ ਗੁਰੂ ਜਿਹੜਾ ਹਨ, ਇਹ ਸ਼ਬਦ ਜਿਹੜੇ ਨੇ ਹਮੇਸ਼ਾ ਗੁਰੂ ਪਹਿਲੇ ਗੁਰੂਆਂ ਨੂੰ ਰਿਫਰ ਕਰਦੇ ਨੇ।
यानी बलिहारी गुरु अपने, मैं अपने आप को सरैंडर करता हूं गुरु तो। क्यों? क्योंकि उन्हें बंदियां तो देवते बनाते ते कोई डिले नहीं उन्होंने की थी, इमीडिएटली बंदियां को कन्वर्ट करके देवते बनाता उसने। ओके, हुण सुखनी साहिब दा पाठ है, आप हमेशा पढ़ते हैं। हाँ जी, पहली पौड़ी की होंगे, आद गुर ए नमः, जुगाद गुर ए नमः, सतगुरु ए नमः, श्री गुरुदेव ए नमः। उत्थे की आउंदा है? आद गुरु नानक देव जी, गुरु अंगद देव जी, दूजे आद गुरु इनमें जुगाद, जुगाद जो दूजा गुरु अंगद देव जी, जुगाद गुरु इनमें सतगुरु ए नमः। फिर सतगुरु कौन है? गुरु अमरदास जी, सतगुरु ए नमः, श्री गुरुदेव ए नमः। श्री गुरुदेव साडे पिता गुरु रामदास जी, वो देखो उन्होंने दी उपमा करके तां गुरु अर्जन देव जी ने सुखमनी साहिब दा पाठ शुरू किया। सो ये सारी उपमा है, गुरु आप करता है। एंड यू इफ यू से दैट यू इज इट नेसेसरी फॉर यू टू डू, व्हाट कैन आई से, द गुरु फाइंड्स दैट नीड। वो अलिया गुरु दी महिमा करते हैं, वडियाई करते हैं। ओके, नाउ ह्यूमन स्टेट क्यों आ? नाउ व्हाट इज सो डिफिकल्ट फॉर अस टू डू प्रेस? आप क्यों डरते हाँ? आप तो हुंदी नहीं प्रेस, वाई? ਉਹਦੇ ਵਿੱਚ कई ਗੱਲਾਂ ਨੇ। ਆਪਣੇ ਸਾਰਿਆਂ ਨੂੰ ਆਪਾਂ ਨੂੰ ਇੱਕ ਇਗਨੋਰੈਂਸ ਦੀ ਬਿਮਾਰੀ ਲੱਗੀ ਹੋਈ ਹੈ, ਜਿਹਨੂੰ ਆਪਾਂ ਅਗਿਆਨਤਾ ਕਹਿੰਦੇ ਆ, ਇਗਨੋਰੈਂਸ। ਇਹ ਇਗਨੋਰੈਂਸ ਦੀ ਬਿਮਾਰੀ ਬਹੁਤ ਭੈੜੀ ਹੈ। The ਬਿਮਾਰੀ didn't start from this life, you know, it starts from many lives before. God knows from where, how many thousand years or million years, we don't know. Okay, so ਉਹ ਸਾਰੀ ਬਿਮਾਰੀ ਕਰਕੇ ਹੀ ਅੱਜ ਵੀ ਆਪਾਂ ਇੱਕ ਹਿਊਮਨ ਰੂਪ ਦੇ ਵਿੱਚ ਬੈਠੇ ਹਾਂ। We are talking about the same things again. We are talking about the same life and death now. We are going to die and come back again. वो सारी गल ignorance करके हो रही है। Why the ignorance is there? हुण ignorance क्यों अपने विच आया? Because in every life we have been belonging to the body. The body was belonging to the surrounding. The surrounding was belonging to the Maya. ਉਹ ਸਾਰੀ ਚੀਜ਼ ਨੂੰ ਆਪਾਂ ਹਰ ਇੱਕ ਲਾਈਫ ਦੇ ਵਿੱਚ different perspective ਨੂੰ ਲੈ ਕੇ ਆਪਾਂ ਉਸ ਦੇ ਨਾਲ ਮੋਹ ਜੋੜਦੇ ਰਹੇ ਹਾਂ। We have been attaching ourselves to our body, whichever was the body. हर एक चीज़ ना आप जोड़ते रहे हैं। इस करके ये ignorance अपन इत्थों तक लेके आ गई है। Again we are in the same body again. Now the game restarted again with our birth again. Now जे अगर हुण भी आप ignorance दा इलाज ना किया, now the soul will go out. Now the soul will search for another body now. उन्हों assign कर देना हर एक बॉडी दे विच। If it doesn't go to hell and heaven, it will go to another body. So the game will go on and on and on, none ending है ये game, किधे मुकना नहीं, until we realize, until the ignorance goes off. Okay, होना ये ignorance जिहड़ा है, what does the ignorance create? आपां always think I am different, you are different, this is different, this is different. We find differences in everything. A differences de karke you have created one thing in yourself which is called self. Home. I've created home in me. I'm different. Okay, I am this, I am that. This is my name can be same with others, but my father's name is not same as correct. So father's name nahi milna. Oh, if father's name also made nahi, I got my identification number. My passport number is different. So sara kuch vich aa janda hai. We want to show we are different. Correct. ਉਹ डिफरेंस ਜਿਹੜਾ ਆਪਾਂ ਦਿਖਾਉਂਦੇ ਹਾਂ। Okay, we claim our differences. That means we claim our ignorance. Ignorance ਨੂੰ ਆਪਾਂ claim ਕਰ ਰਹੇ ਹਾਂ ਵੀ ਮੇਰੀ ਹੈ ਇਹ। And with the ignorance you are different from the world then. Without the ignorance you are one with the world. With the ignorance you are one. You are different. Oh, totally different. Okay, then you start doing the karma, which is paap and punya. Okay, so you go back to the karma game again. Then having knowledge that परमात्मा है, परमात्मा सारे च वसदा है, ते ये परमात्मा जिहड़ा वसदा है, we don't want to acknowledge it, although it's the ultimate truth, but आपां उन्हें acknowledge नहीं करते, because परमात्मा is within you and I am supposed to see that. That means you are going to be greater than me, and I want to keep the whole world under my feet, right? वो मेरी ignorance है ना, मेरा अहंकार है, मैं सारे अपने पैरों थले रखना है। Now if I see God in you, that means I must respect you. I cannot say anything wrong to you, right? So ये तो मैं करना नहीं, so I have to keep that. So ये करके I will end up in doing karma. Okay, then
if we have failed to acknowledge his existence, ਆਪਾਂ ਉਹਦੀ ਐਗਜ਼ਿਸਟੈਂਸ ਨੂੰ ਉਹਦੀ ਜਿਹੜੀ ਹਨ ਉਹ ਵੀ ਜਰੇ ਜਰੇ ਚ ਵਸਦਾ ਹੈ, ਜੇ ਆਪਾਂ ਉਹ ਨਹੀਂ ਐਕਨੋਲੇਜ ਕਰਾਂ, then why I have to praise him then how is he greater than me? Because for me, I am the greatest. How can I praise him then? Okay. This is our problem. This is the human problem that we are going through. Remember, not one life, many lives. You don't realize it now, there are many lives to come. Okay? But the problem with us is, ਆਪਾਂ ਨੂੰ ਜਦੋਂ ਦੁੱਖ ਆਉਂਦਾ ਹੈ ਆਪਾਂ ਉਦੋਂ ਸੋਚਦੇ ਹਾਂ, ਜਦੋਂ ਦੁੱਖ ਚਲਿਆ ਜਾਂਦਾ ਹੈ we forget. The ਹੰਕਾਰ comes again. Right? ਇਹੀ ਹੁੰਦਾ ਹੈ। Correct? You are ਬਿਮਾਰ, you are having fever, you say ਵਾਲਾ ਵਾਹਿਗੁਰੂ ਬਚਾ ਲਾ, ਮੈਂ ਬਚ ਜਾਵਾਂ, ਠੀਕ ਆ, ਮੈਨੂੰ ਕੋਵਿਡ ਨਾ ਹੋਵੇ, ਇਹ ਨਾ ਹੋਵੇ, ਉਹ ਨਾ ਹੋਵੇ। ਜਦੋਂ ਰਾਜੀ ਹੋ ਗਏ, ਇਹ who's ਵਾਹਿਗੁਰੂ ਆ? ਵਾਈ ਗੁਰਦੁਆਰਾ ਵਾਈ ਹਾਂ, ਫਿਰ ਆਏ ਹੋ ਜਾਂਦਾ ਹੈ ਨਾ। ਇਹ ਗੱਲ ਹੈ ਨਾ, ਇਗਨੋਰੈਂਸ। ਹਾਂ, ਜਦੋਂ ਲੋੜ ਆ ਉਦੋਂ ਤਰਲੇ ਕੱਢ ਕੇ ਅਰਦਾਸਾਂ ਕਰਕੇ ਰਾਜੀ ਹੋ ਜਾਓ, ਬਾਅਦ 'ਚ ਭੁੱਲ ਜਾਓ, ਕੋਈ ਗੱਲ ਨਹੀਂ, ਕਿਉਂਕਿ ਫਿਰ ਕਰ ਲਾਂਗੇ। ਰਾਈਟ? ਓਕੇ। ਹੁਣ ਭਾਈ ਨੰਦ ਲਾਲ ਜੀ ਸੇਠ ਕਹਿੰਦੇ, ਚੂੰ ਖੁਦਾ ਹਾਜ਼ਰ ਅਸਤ ਦਰ ਹਮੈ ਹਲ, ਕਹਿੰਦੇ ਉਹ ਪਰਮਾਤਮਾ ਜਿਹੜਾ ਹੈ ਹਰ ਕਿਤੇ ਉਹਦਾ ਉਹ ਵਸਦਾ ਹੈ, ਹਰ ਇੱਕ ਰੂਪ ਦੇ ਵਿੱਚ ਉਹਦਾ ਉਹ ਪ੍ਰਗਟ ਹੁੰਦਾ ਹੈ, ਉਹ ਐਗਜ਼ਿਸਟ ਕਰਦਾ ਹੈ, ਉਹ ਰਹਿੰਦਾ ਹਰ ਇੱਕ ਸਰੂਪ 'ਚ। ਤੋ ਚਿਰਾ ਮੈਂ ਜ਼ਨੀ ਜ਼ਿਗਰ ਪਰੋ ਬਾਲ, ਕਹਿਣਗੇ ਇਸ ਕਰਕੇ ਤੂੰ ਕਿਉਂ ਫਸ ਰਿਹਾ ਇਹਨਾਂ ਗੱਲਾਂ 'ਚ? ਜੇ ਪਰਮਾਤਮਾ ਇਹ ਸਾਰੇ ਪਾਸੇ ਹੈ, ਤੂੰ ਆਪਣੀ ਹਉਮੈ ਨੂੰ ਅੱਗੇ ਕਰਕੇ ਵਾਈ ਆਰ ਯੂ ਨਾਟ ਐਕਨੋਲੇਜਿੰਗ ਦ ਫੈਕਟ ਦੇ ਪਰਮਾਤਮਾ ਹੀ ਸਭ ਕੁਝ ਹੈ, ਤੇਰੇ ਹੱਥ ਵਿੱਚ ਕੁਝ ਨਹੀਂ ਹੈ। ਫਿਰ ਕਹਿੰਦੇ ਹਮਦ ਹੱਕ ਗੋ ਦਿਗਰ ਮਗੋ ਹੈ ਜਾਂ। ਹੁਣ ਦੇਖੋ, ਕਹਿੰਦੇ ਜਿਹੜੇ ਮੂੰਹ ਦੇ ਵਿੱਚੋਂ ਤੁਸੀਂ ਪਰਮਾਤਮਾ ਦੀ ਉਸਤਤ ਕਰਦੇ ਹੋ, ਸਾਹਿਬ ਕਾਲ ਬਾਸ਼ ਓਏ ਬੰਦਾਏ ਹਾਲ, ਕਹਿੰਦੇ ਕਿ ਦੇਖੋ ਉਹ ਜਿਹੜਾ ਪਰਮਾਤਮਾ ਹੈ ਨਾ ਸਾਹਿਬ, ਉਹ ਜਿਹੜਾ ਸਾਹਿਬ ਹੈ ਨਾ ਪਰਮਾਤਮਾ, ਕਾਲ ਬਸ਼ ਉਹ ਬੰਦਾਏ ਹਾਲ, ਕਹਿੰਦੇ ਕਿ ਉਹਦਾ ਜੇ ਤੂੰ ਉਹਦਾ ਜਿਹੜਾ ਹੈ ਉਹਦੀ ਉਪਮਾ ਕਰੇਗਾ, ਉਹਦੀ ਪੂਜਾ ਕਰੇਗਾ, ਉਹਨੂੰ ਮੰਨੇਗਾ, ਉਹਦੀ ਪ੍ਰੇਜ਼ ਕਰੇਗਾ, ਤਾਂ ਕਹਿੰਦੇ ਜੇ ਤੂੰ ਉਹਦਾ ਜਿਹੜਾ ਹਨ ਪ੍ਰੇਜ਼ੀ ਬਣ ਜਾ, ਤੂੰ ਦੀ ਪ੍ਰੇਜ਼ ਕਰਨ ਵਾਲਾ ਬਣ ਜਾ, ਕਹਿੰਦੇ ਕਿ ਤੇਰੇ ਸਾਰੇ ਕੰਮ ਉਹ ਆਪ ਹੀ ਕਰੇਗਾ। ਬਸ ਉਹ ਬੰਦਾਏ ਹਾਲ। ਫਿਰ ਕਹਿੰਦੇ ਨਾ ਗੈਰ ਯਾਦ ਖੁਦਾ ਦਮੇ ਕੇ ਗੁਜ਼ਸ਼ਤ, ਕਹਿੰਦੇ ਹੇ ਪਰਮਾਤਮਾ ਇਹ ਸਾਰਾ ਹੀ ਟਾਈਮ ਜਿਹੜਾ ਹੈ, ਜਿਹੜਾ ਪਾਸ ਹੋ ਰਿਹਾ ਹੈ, ਜਿਹੜਾ ਜਾ ਰਿਹਾ ਹੈ, ਜੇ ਮੈਂ ਤੈਨੂੰ ਨਹੀਂ ਦੇਖਿਆ, ਮੈਂ ਤੈਨੂੰ ਦੇਖਣ ਤੋਂ ਬਗੈਰ ਆਪਣਾ ਸਮਾਂ ਲੰਘਾ ਰਿਹਾ, ਤੇਰੀ ਰੀਅਲਾਈਜੇਸ਼ਨ ਤੋਂ ਬਗੈਰ ਮੈਂ ਕੰਮ ਜਿਹੜਾ ਇਹ ਸਮਾਂ ਲੰਘਾ ਰਿਹਾ ਹੈ। ਈ ਜ਼ਵਾਲ ਅਸਤ ਪੇਸ਼ ਅਹਲ ਕਮਾਲ, ਕਹਿੰਦੇ ਇਹ ਪਰਮਾਤਮਾ ਜਿਹੜਾ ਹੈ ਤੂੰ ਮੈਨੂੰ ਇਹ ਜਿਹੜਾ ਮਨੁੱਖਾ ਸਰੀਰ ਦਿੱਤਾ ਹੈ ਨਾ, ਦਿਸ ਬੋਡੀ, ਹਿਊਮਨ ਬੋਡੀ ਇਜ਼ ਆਲ ਗੋਇੰਗ ਟੂ ਵੇਸਟ। ਇਹ ਬੋਡੀ ਮੈਨੂੰ ਕਿਉਂ ਮਿਲੀ ਸੀ? ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰਿਆ। ਇਟ ਵਾਸ ਫॉर ਮੀ ਟੂ ਰੀਅਲਾਈਜ਼ ਹੂ ਯੂ ਆਰ, ਹੂ ਐਮ ਆਈ ਨਾ, ਜੋ ਆਪਾਂ ਕਹਿੰਦੇ ਯੂ ਮੀਨਸ ਦ ਟਰੂ ਆਈ ਇਜ਼ ਹਿਮ। ਸੋ ਜੇ ਮੈਂ ਉਹ ਨਹੀਂ ਰੀਅਲਾਈਜ਼ ਕੀਤਾ ਤਾਂ ਮੇਰੀ ਬੋਡੀ ਮਿਲੇ ਦਾ ਫਾਇਦਾ ਕੀ ਹੋਇਆ? ਦੇਖੋ ਫਿਰ ਕਹਿੰਦੇ ਮਾਂ ਸ਼ਿਵਾ ਨਿਸ਼ਤ ਹਰ ਕੁਜਾ ਬਿਨੀ ਚੋਂ ਚਿਰਾ ਗਾਵਲੀ ਦਰ ਐਨ ਵਸਾਲ। ਹੁਣ ਦੇਖੋ ਕਹਿੰਦੇ ਉਹ ਤੇਤੋਂ ਬਗੈਰ ਤਾਂ ਕੋਈ ਹੈ ਨਹੀਂ, ਹੂ ਇਜ਼ ਦੈਟ ਵਿਦਆਊਟ ਯੂ, ਤੇਤੋਂ ਬਗੈਰ ਮਾਂ ਸ਼ਿਵਾ ਨਸ਼ਟ ਹਰ ਕੁਜਾ ਬਿਨੀ, ਕਹਿੰਦੇ ਤੁਝਾ ਤੇਤੋਂ ਬਗੈਰ ਹੋਰ ਕੌਣ ਹੈ? ਬਿਨੀ ਮੀਨਸ ਤੇਤੋਂ ਬਗੈਰ ਹੋਰ ਕੌਣ ਹੈ? ਹੂ ਇਜ਼ ਦੈਟ। ਪਰ ਫਿਰ ਕਹਿੰਦੇ ਚੂੰ ਜਿਰਾ ਗਾਵਲੀ ਦਰ ਐਨ ਵਸਾਲ, ਕਹਿੰਦੇ ਹੇ ਪਰਮਾਤਮਾ, ਕਹਿੰਦੇ ਜੇ ਮੈਂ ਤੇਤੋਂ ਵਿਛੜਿਆ ਹੋਇਆ ਹੈ ਨਾ, ਤਾਂ ਕਹਿੰਦੇ ਹੇ ਪਰਮਾਤਮਾ ਇਹ ਤਾਂ ਇਸ ਤਰ੍ਹਾਂ ਹੈ ਜਿਵੇਂ ਇੱਕ ਲਹਿਰ ਜਿਹੜੀ ਆ ਨਾ ਸਮੁੰਦਰ ਤੋਂ ਵਿਛੋੜੀ ਜਾਵੇ। ਆਈ ਐਮ ਯੂ ਐਕਚੁਅਲੀ, but if the wave says that I am not part of the sea, then see it's ignorance, right? ਉਹ ਵੇਵ ਤਾਂ ਸਮੁੰਦਰ ਕਰਕੇ ਹੀ ਬਣਦੀ ਆ ਨਾ। ਹੁਣ ਕਹਿੰਦਾ ਇਸ ਤਰ੍ਹਾਂ ਹੈ ਜੇ ਮੈਂ ਤੈਨੂੰ ਨਹੀਂ ਐਕਨੋਲੇਜ ਕਰਦਾ, ਜਿਵੇਂ ਇੱਕ ਵੇਵ ਕਹਿ ਰਹੀ ਹੈ ਸਮੁੰਦਰ ਨੂੰ who are you, I am not linked to you, ਇਹ ਗੱਲ ਹੋ ਜਾਂਦੀ ਹੈ। see how ਆਪਣਾ ਤਾਲਮੇਲ ਪਰਮਾਤਮਾ ਦਾ ਕਿਵੇਂ ਜੁੜਿਆ ਹੋਇਆ ਹੈ। ਫਿਰ ਕਹਿੰਦੇ ਗੈਰ ਹਰਫ ਖੁਦਾ ਮਗੋ ਗੋਇਆ, ਕਹਿੰਦੇ ਗੋਇਆ ਜਿਵੇਂ ਭਾਈ ਨੰਦ ਲਾਲ ਜੀ ਕਹਿੰਦੇ। ਹੁਣ ਭਾਈ ਨੰਦ ਲਾਲ ਜੀ ਇਹ ਜਿਹੜਾ ਗੋਇਆ ਹੈ ਨਾ, ਇਹ ਕਵੀ ਜਿਹੜਾ ਹੈ ਇਹ ਕਹਿ ਰਿਹਾ ਹੈ, ਕਹਿੰਦੇ ਹੇ ਪਰਮਾਤਮਾ ਕੇ ਜ਼ਿਗਰ ਊਚ ਹਸਤ ਕੀਲੋ ਮਕਾਲ, ਕਹਿੰਦੇ ਹੇ ਪਰਮਾਤਮਾ ਇਹ ਸਾਰੀ ਦਾ ਸਾਰਾ ਮੇਰਾ ਜੀਵਨ ਜਿਹੜਾ ਹੈ ਨਾ ਇਹ ਯੂਸਲੈਸ ਹੋ ਜਾਏਗਾ ਜੇ ਮੈਂ ਤੈਨੂੰ ਨਾ ਪਾਇਆ। ਇਫ ਆਈ ਡਿਡਨਟ ਸੀ ਯੂ ਦੈਨ ਆਈ ਸੀ ਨਥਿੰਗ ਇਨ ਦ ਵਰਲਡ। ਮੈਂ ਕੀ ਦੇਖਿਆ ਫਿਰ ਜ਼ਿੰਦਗੀ ਦੇ ਵਿੱਚ, ਮੈਂ ਕੀ ਪਾਲਿਆ ਆਪਣੇ ਜੀਵਨ ਕਾਲ ਦੇ ਵਿੱਚ? ਸੀ ਆਲ ਦ ਡਿਫਿਕਲਟੀਜ਼ ਦੈਟ ਵੀ ਵੈਂਟ ਥਰੂ ਇਜ਼ ਆਲ ਯੂਸਲੈਸ।
कुछ नहीं मैं पाया। सी द थिंग इज अपने जीवन के विच आपां सब कुछ वेस्ट करते हैं। तुसीं खाना खा लिया ना, देखो ना, खाना खा लिया, यू ईट इन द मॉर्निंग, यू फील हंगरी इन द आफ्टरनून यू ईट, इवनिंग यू आर हंगरी अगेन, राइट। हुण ये खाना जिहड़ा आपां खांदे आ ये हाजम हो जाता है ना, ये खत्म हो जाता है ना, उही खाने तो तुहाडा शरीर बनता है, थोड़ा शरीर बनया है, वो खाने की एनर्जी लैके योर बॉडी इज टेकिंग दैट एनर्जी and nourishing it with all the vitamins, whatever minerals it's required. Now, if that source of food doesn't stay for long, energy of which is nourishing your body, then how do you think your body is forever? You got it? ਜਿਹੜਾ ਖਾਣਾ ਖਾਂਦੇ ਆ ਉਹਦੀ ਐਨਰਜੀ ਤੁਹਾਨੂੰ ਮਿਲਦੀ ਆ, ਉਹਦਾ ਸਰੀਰ ਬਣਦਾ ਹੈ, ਉਹ ਖਾਣਾ ਰਹਿੰਦਾ ਨਹੀਂ, ਮੁੱਕ ਜਾਂਦਾ ਹੈ। ਉਹਦੀ ਐਨਰਜੀ, ਜਿਹੜੇ ਖਾਣੇ ਦੀ ਐਨਰਜੀ ਤੁਸੀਂ ਲਈ ਆ, ਉਹ ਤੁਹਾਡੇ ਵਿੱਚ ਥੋੜਾ ਸਰੀਰ ਬਣਾ ਰਹੀ ਹੈ। ਉਹਦੇ ਬਣੇ ਹੋਏ ਸਰੀਰ ਨੂੰ ਤੁਸੀਂ ਕਿਵੇਂ ਰੱਖ ਸਕਦੇ ਹੋ? ਸਿੰਪਲ, ਰਾਈਟ? ਸੋ ਦਿਸ ਬੋਡੀ ਇਜ਼ ਯੂਸਲੈਸ, ਦੈਨ ਇਟਸ ਗੋਇੰ ਟੂ ਇਵੈਂਚੁਅਲੀ ਗੋ, ਵੈਨਿਸ਼ ਹੋ ਜਾਣੀ ਹੈ। ਨਾਓ ਵਾਈ ਗੁਰੂ, ਆਪਾਂ ਨੂੰ ਗੁਰੂ ਦੀ ਕੀ ਲੋੜ ਹੈ? ਨਾਓ ਇਫ ਆਈ ਗਿਵ ਯੂ ਅ ਸਿਚੁਏਸ਼ਨ ਹੇਅਰ, अपने लाइफ दे विच आपां कहंदे आ मैं परमात्मा नूं रियलाइज़ करना, आई हैव टू सी हिम इन एवरीवन। ਉਹਦੇ ਵਿੱਚ ਹੁਣ ਕਿੰਨੇ ਕੰਡੀਸ਼ਨਸ, ਕਿੰਨੇ ਜ਼ਿਆਦਾ ਹਨ, ਰਿਸਟ੍ਰਿਕਸ਼ਨ ਆ ਜਾਂਦੇ ਨੇ। ਤੁਸੀਂ ਕਹੋਗੇ ਮੈਂ ਉਹਨੂੰ ਕਿਵੇਂ ਦੇਖਾਂ? ਦਿਸ ਇਜ਼ ਮਾਈ ਐਨਮੀ, ਯੂ ਨੋ, ਆਈ ਹੈਵ ਟੂ ਸਟੇ ਫਾਰ ਫਰਮ ਹਿਮ, ਯੂ ਨੋ, ਆਈ ਹੈਵ ਟੂ ਡੂ ਦਿਸ, ਯੂ ਨੋ। ਤੁਸੀਂ ਪਰਮਾਤਮਾ ਕਿਵੇਂ ਹਰ ਚੀਜ਼ ਦੇਖੋਗੇ? ਐਂਡ ਦੈਨ ਹਾਊ ਟੂ ਗੈਟ ਯੋਰ ਮਾਈਂਡ ਕਲੀਅਰ ਦੈਟ ਐਵਰੀਥਿੰਗ ਦੈਟ ਹੈਪਨਸ ਇਨ ਦ ਵਰਲਡ, ਜੋ ਵੀ ਕੁਝ ਦੁਨੀਆ 'ਚ ਹੋ ਰਿਹਾ ਪਰਮਾਤਮਾ ਕਰ ਰਿਹਾ ਹੈ, ਇਹਨੂੰ ਤੁਸੀਂ ਰਿਅਲਾਈਜ਼ ਕਿਵੇਂ ਕਰੋਗੇ ਆਪਣੇ ਦਿਮਾਗ ਦੇ ਵਿੱਚ? ਕਿਵੇਂ ਆਪਣੇ ਦਿਮਾਗ ਨੂੰ ਜਿਹੜਾ ਰਿਲੀਜ਼ ਕਰੋਗੇ ਸਾਰੇ ਜਿੰਨੇ ਵੀ ਅਟੈਚਮੈਂਟ ਤੁਹਾਡੇ ਨਾਲ ਜੁੜੇ ਹੋਏ ਨੇ? ਐਂਡ ਦ ਅਟੈਚਮੈਂਟਸ ਆਰ ਵੈਰੀ ਪੈਸ਼ਨੇਟ, ਯੂ ਨੋ, ਦੈਟ ਮੀਨਸ they own you, you own them, you know. It's like I tell you, I'm taking your breath away, it's something like that. Then you say, hey, without breath how am I going to live? It's something like that. So ਜੇ ਇੰਨਾ ਕਲੋਜ਼ ਰਿਲੇਸ਼ਨਸ਼ਿਪ ਹੈ ਸਾਰੀ ਗੱਲ ਦੇ ਨਾਲ, ਤੁਸੀਂ ਆਪਾਂ ਨਿਕਲੋਗੇ ਕਿਵੇਂ ਇੱਥੋਂ? Now you tell me, you leave your family, go to the jungle. Now the mosquitoes are coming after you. The rain is going to come after you. The rain shine, सब कुछ थोड़े ते आना है. Then people may come and say, hey, this is my land, you know, better go another place. भर्ती पूर्ति करने जा रहे हो, होर किते कर, मेरी जमीन से ना बैठ. What are you going to do? There are so much things, you know. So leaving or living in your life or leaving it away also is a problem. So you need a guru. So Guru will guide you while you are going through your life, how to elevate yourself on. That is why we need the Guru. Okay, now Guru is most supreme. वो सब तो वड्डा है, गुरु तो सब तो वड्डा है। सबते वड्डा सतगुरु नानक जिन कल राखी मेरी ना, महाराज कहते हैं ज्ञान ध्यान किछ कर्म ना जाना, सार ना जाना तेरी, सबते वड्डा सतगुरु नानक जिन कल राखी मेरी। मैं नहीं कुछ भी जानता, महाराज तू वड्डा है। क्यों वड्डा है? जिन कल राखी मेरी, तू हर समय मेरी राखी करता है, मैनू रस्ता दिखाता है, मेरी बांह फड़ता है। नाउ if you have your parents to hold your arm for the life, will you be happy? है ना, सारी उम्र थोड़ा बांह फड़न वाली थोड़ी माँ थोड़ा प्यो होवे, you will be very happy. This is Guru. Guru does that for you. थोड़ी बांह फड़ के रखता है, और थोनू की चाहिए? And you want a life which is worryless. Worryless तो गुरु ही देगा ना, वरी तो आपां खरीद के लियाउने घर नूं। We get all the worriness to us, महाराज तो थोनू worryless करता है। ओके, हुण देखो इत्थे कहंदे जिहड़ी प्रेजर्स आ ना, कहंदे ये क्यों चंगियां ने? क्योंकि थोनू वड्डा बनाउंदियां ने। You praised God, you praised Guru, you are elevated as well. गुरु थोनू भी वड्डा करता है। तुसीं गुरु दी महिमा करोगे, गुरु थोनू वड्डा करता है, गुरु थोनू मान दिंदा है, वडियाई दिंदा है। फिर कहंदे गुरु महाराज थोड़े अंदर ज्ञान का प्रकाश करने वाले ने, थोनू रियलाइजेशन देने वाले ने, जिहदे करके थोड़ा इगनोरेंस कटिया जाए। हुण देखो कहंदे गुरु का नाम जपन करके सारी जिंदगी जिहड़ी आ ना ये ठीक हो जाती है, सवारी जाती है। नाउ दिस इज यू सी ऑन द स्क्रीन ना। हुण इत्थे जिहड़े शब्द ये हैंड राइटिंग जिहड़ी है गुरु हरगोबिंद साहब की हैंड राइटिंग है। ये गुरु हरगोबिंद साहब ने आप कैलीग्राफ किया, आप लिखिया है। ते गुरु महाराज ने अपने हुक्मनामे विच लिखिया, भाई जाप ते भाई गुरदास नूं महाराज ने यह हुक्मनामे विच लिखिया। ते महाराज की लिखते हैं? गुरु गुरु जपना जन्म सुवरू,
ਕਹਿੰਦੇ ਤੁਹਾਡਾ ਜਨਮ ਸਵਾਰਿਆ ਜਾਊਗਾ ਜੇ ਤੁਸੀਂ ਗੁਰੂ ਗੁਰੂ ਜਪੋਗੇ। ਐਂਡ ਆਫਟਰ ਦਿਸ ਨਾ, ਆਫਟਰ ਗੁਰੂ ਹਰਗੋਬਿੰਦ ਸਾਹਿਬ ਜੀ, ਗੁਰੂ ਹਰਿਰਾਏ ਸਾਹਿਬ ਦੇ ਵੀ ਹੁਕਮਨਾਮੇ ਮਿਲਦੇ ਹਨ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੁਕਮਨਾਮੇ ਮਿਲਦੇ ਨੇ। ਤੇ ਇਹ ਵਰਡ ਬਹੁਤ ਕਾਮਨ ਹੈ ਹੁਕਮਨਾਮਿਆਂ ਦੇ ਵਿੱਚ, ਗੁਰੂ ਗੁਰੂ ਜਪਣਾ ਜਨਮ ਸਵਰੂ। ਤੁਸੀਂ ਗੁਰੂ 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 ਕਰਨਾ ਹੈ ਆਪਣੀ ਜ਼ਿੰਦਗੀ ਵਿੱਚ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਗੁਰੂ 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 ਬਸ ਕਰੀ ਜਾਓ, ਕਹਿੰਦੇ ਤੁਹਾਡਾ ਜਨਮ ਸਵਾਰਿਆ ਜਾਊਗਾ ਇੰਨੀ ਕਰਮ ਦੇ ਨਾਲ। ਨਾਓ ਗੁਰੂ ਹੈਜ਼ ਮੇਡ ਦ ਮੋਸਟ ਕੰਪਲੀਕੇਟਡ ਇਸ਼ੂਜ਼ ਟੂ ਜਿਹੜਾ ਹਨ ਸੱਚ ਅ ਸਿੰਪਲ ਸੋਲੂਸ਼ਨ ਦੈਟ ਤੁਸੀਂ ਗੁਰੂ ਗੁਰੂ ਜਪਣਾ, ਇਹੀ ਜਪੀ ਜਾਓ ਜਨਮ ਸਵਰੂ, ਬਸ ਹੋ ਗਿਆ ਕੰਮ, ਯੂ ਆਰ ਡਨ। See, now coming back to the issue, when people say Kachi Bani, Sachi Bani, now the definition here, what are you going to say? This is Gurbani. Maharaj wrote this with his hand. ਇਹ ਗੁਰਬਾਣੀ ਨਹੀਂ ਹੈ, ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਇਹ ਸ਼ਬਦ ਨਹੀਂ ਆਉਂਦਾ ਕਿ ਇਹ ਗੁਰਬਾਣੀ ਨਹੀਂ ਹੈ, ਇਹ ਸੱਚੀ ਬਾਣੀ ਨਹੀਂ ਹੈ। See, this is the ਜਿਹੜਾ ਹਨ ਮਿਸਕਨਸੈਪਸ਼ਨਸ ਜਿਹੜੇ ਆਪਣੇ ਦਿਮਾਗ 'ਚ ਬਣੇ ਹੋਏ ਨੇ। ਸੋ ਇੱਥੇ ਗੁਰੂ ਮਹਾਰਾਜ ਨੇ ਆਪਾਂ ਨੂੰ ਆਨਸਰ ਦੇਤਾ। ਓਕੇ, ਮਹਾਰਾਜ ਨੇ ਆਪਣੇ ਹੱਥੀਂ ਲਿਖ ਕੇ ਦਿੱਤਾ ਹੈ, ਬਾਏ ਹਿਸ ਓਨ ਆਟੋਗ੍ਰਾਫ ਹੈ ਆਪਣੇ ਵਾਸਤੇ। ਹਾਂਜੀ, ਗੁਰੂ ਗੁਰੂ ਜਪਣਾ ਜਨਮ ਸਵਰੂ। ਹੁਣ ਦੇਖੋ ਭਗਤ ਨਾਮਦੇਵ ਜੀ ਗੁਰੂ ਦੀ ਵਡਿਆਈ ਕਿਵੇਂ ਕਰਦੇ ਨੇ। ਭਗਤ ਨਾਮਦੇਵ ਜੀ ਹੈ, ਉਹ ਕਹਿੰਦੇ, ਹੁਣ ਦੇਖੋ ਨਾ ਜਿਹੜਾ ਸੈਂਟਰ ਵਿੱਚ ਲਿਖਿਆ ਹੋਇਆ ਨਾ, ਜੋ ਗੁਰਦੇਵ, ਗੁਰਦੇਵ, ਜੋ ਗੁਰਦੇਵ, ਇਹ ਲਿਖਿਆ ਹੋਇਆ ਨਾ ਵਿਚਾਲੇ, ਇਹਨੂੰ ਤੁਸੀਂ ਹਰ ਇੱਕ ਸ਼ਬਦ ਦੇ ਜਿਹੜਾ ਲੈਫਟ ਐਂਡ ਰਾਈਟ ਉਹਦੇ ਮੂਹਰੇ ਲਾਉਣਾ। That means if I am reading this ਸ਼ਬਦ, ਇਹ ਸ਼ਬਦ ਜਿਹੜਾ 1167 ਅੰਗ ਤੇ ਆਉਂਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ। ਕਹਿੰਦੇ ਜੋ ਗੁਰਦੇਵ ਤਾਂ ਨਾਮ ਦ੍ਰਿੜਾਵੈ, ਜੋ ਗੁਰਦੇਵ ਨਾ ਦਹਿ ਦਿਸ ਧਾਵੈ। ਕਹਿੰਦੇ ਜੇ ਗੁਰੂ ਹੋਵੇ ਨਾ, ਨਾਮ ਦ੍ਰਿੜ ਹੋ ਜਾਂਦਾ ਹੈ, ਨਾਮ ਪੱਕਾ ਹੋ ਜਾਂਦਾ ਹੈ। ਕਹਿੰਦੇ ਨਾ ਜਿਹੜਾ ਹਾਂ ਜੋ ਗੁਰਦੇਵ ਨਾ ਦਹਿ ਦਿਸ ਧਾਵੈ, ਕਹਿੰਦੇ ਜੋ ਗੁਰੂ ਦੇਵ, ਜੋ ਗੁਰੂ ਪਰਮਾਤਮਾ ਆਪਣੇ ਨਾਲ ਹੋਵੇ, ਜੇ ਗੁਰੂਦੇਵ ਦੀ ਕਿਰਪਾ ਹੋਵੇ, ਜੇ ਗੁਰੂ ਮਹਾਰਾਜ ਆਪਣਾ ਹੱਥ ਤੁਹਾਨੂੰ ਫੜਾਵੇ, ਜੇ ਗੁਰੂਦੇਵ ਆਪਣਾ ਉਪਦੇਸ਼ ਤੁਹਾਨੂੰ ਦੇਵੇ, ਤਾਂ ਕਹਿੰਦੇ ਨਾ ਦਹਿ ਦਿਸ ਧਾਵੈ, ਤੁਹਾਨੂੰ ਜਾਂ 10 ਡਾਇਰੈਕਸ਼ਨਸ ਹੁੰਦੀਆਂ ਨੇ, ਇਹਦੇ ਵਿੱਚ ਤੁਹਾਨੂੰ ਨਹੀਂ ਭਟਕਣਾ ਪੈਂਦਾ। ਇਹ 10 ਡਾਇਰੈਕਸ਼ਨਸ ਕਿਹੜੇ ਨੇ? ਜੇ ਆਪਾਂ ਹੌਰੀਜ਼ੋਂਟਲੀ ਦੇਖੀਏ 8 ਡਾਇਰੈਕਸ਼ਨ ਬਣਦੇ ਨੇ, ਨਾਰਥ ਈਸਟ, ਨਾਰਥ ਵੈਸਟ, ਉਹ ਸਾਰਾ ਕਰਕੇ 8 ਡਾਇਰੈਕਸ਼ਨਸ ਬਣਦੇ ਨੇ। ਸੋ ਹੁਣ ਵਰਟੀਕਲੀ 2 ਨੇ, ਇੱਕ ਉੱਤੇ ਇੱਕ ਥੱਲੇ, ਤਾਂ ਹੀ 10 ਡਾਇਰੈਕਸ਼ਨਸ ਬਣਦੇ ਨੇ। ਸੋ ਇਟਸ ਆਲ ਟੂਗੇਦਰ 10 ਡਾਇਰੈਕਸ਼ਨ। ਸੋ ਓਕੇ, ਫਿਰ ਜੋ ਗੁਰਦੇਵ ਪੰਚ ਤੇ ਦੂਰ, ਕਹਿੰਗੇ ਪੰਚ ਕੀ ਹੈ? ਕਾਮ ਕਰੋ ਲੋਭ ਹੰਕਾਰ ਤੋਂ ਤੁਸੀਂ ਬਚ ਜਾਓਗੇ। ਜੋ ਗੁਰਦੇਵ ਨਾ ਮਰਬੋ ਝੂਰ, ਤੁਹਾਨੂੰ ਮਰਨ ਵੇਲੇ ਦੁੱਖ ਨਹੀਂ ਹੋਵੇਗਾ, ਤੁਸੀਂ ਝੂਰ ਕੇ ਨਹੀਂ ਮਰੋਗੇ, ਪਛਤਾਵੇ ਵਿੱਚ ਨਹੀਂ ਮਰੋਗੇ। ਤੁਸੀਂ ਇਹ ਨਹੀਂ ਕਹੋਗੇ ਮੈਂ ਇਹ ਕਰ ਲੈਣਾ ਸੀ, ਮੈਂ ਉਹ ਕਰ ਲੈਣਾ ਸੀਗਾ, ਜੇ ਗੁਰੂ ਦੀ ਕਿਰਪਾ ਹੋ। ਜੋ ਗੁਰਦੇਵ ਤਾਂ ਅੰਮ੍ਰਿਤ ਬਾਣੀ, ਕਹਿਣਗੇ ਜੋ ਜੇ ਗੁਰਦੇਵ ਕਿਰਪਾ ਕਰੇ, ਗੁਰੂ ਮਹਾਰਾਜ ਉਪਦੇਸ਼ ਦਿਓ, ਤਾਂ ਅੰਮ੍ਰਿਤ ਰੂਪੀ ਬਾਣੀ ਤੁਹਾਡਾ ਜੀਵਨ ਜਿਹੜਾ ਹੈ ਮ੍ਰਿਤੂ ਤੋਂ ਪਰੇ ਕਰ ਦਿੰਦਾ ਹੈ, ਮ੍ਰਿਤੂ ਤੋਂ ਅਮਰ ਹੋ ਜਾਓਗੇ ਤੁਸੀਂ। ਜੋ ਗੁਰਦੇਵ ਤਾਂ ਅਕਥ ਕਹਾਣੀ, ਕਹਿੰਦੇ ਪਰਮਾਤਮਾ ਦੀ ਅਕਥ ਕਹਾਣੀ ਤੁਹਾਡੇ ਅੱਗੇ ਜਿਹੜੀ ਹਨ ਬਿਲਕੁਲ ਸਪਸ਼ਟ ਹੋ ਜਾਣੀ ਹੈ। ਜਿਹੜੀ ਚੀਜ਼ ਜਿਹੜੇ ਮਹਾਰਾਜ ਦੀ ਕਹਾਣੀ ਨੂੰ ਕੋਈ ਦੱਸ ਨਹੀਂ ਸਕਦਾ ਲਫ਼ਜ਼ਾਂ ਵਿੱਚ, ਉਹ ਤੁਹਾਨੂੰ ਮਹਾਰਾਜ ਨੇ ਦਿਖਾ ਦੇਣੀ ਹੈ, ਤੁਹਾਨੂੰ ਫੀਲ ਕਰਾ ਦੇਣਾ ਹੈ, ਜਿਹਨੂੰ ਕੋਈ ਵਰਣਨ ਨਹੀਂ ਕਰ ਸਕਦਾ। ਜੋ ਗੁਰਦੇਵ ਤਾਂ ਅੰਮ੍ਰਿਤ ਦੇ, ਜੋ ਗੁਰਦੇਵ ਨਾਮ ਜਪ ਲੇਹ। ਫੇਰ ਦੇਖੋ ਕਿੱਥੋਂ ਤੱਕ ਜਿਹੜਾ ਭਗਤ ਨਾਮਦੇਵ ਜੀ ਆਪਾਂ ਨੂੰ ਇਹ ਦੱਸਦੇ ਆ ਨਾ, ਕਹਿੰਦੇ ਦੇਖੋ ਨਾ ਕਿੱਥੋਂ ਤੱਕ ਜਾਂਦੀ ਹੈ ਗੱਲ। ਕਹਿੰਦੇ ਜੋ ਗੁਰਦੇਵ, ਕਹਿੰਦੇ ਭਵਨ ਤ੍ਰੈ ਸੁਝੈ, ਚੰਨੇ ਭਵਨ ਤੁਹਾਨੂੰ ਸੁਝ ਪੈਂਦੇ ਨੇ, ਦ ਨੌਲੇਜ ਆਫ 3 ਵਰਲਡਸ। ਜੋ ਗੁਰਦੇਵ ਤਾਂ ਊਚ ਪਦ ਬੁਝੈ, ਤੁਹਾਨੂੰ ਉੱਚਾ ਪਦ, ਤੁਹਾਨੂੰ ਉੱਚੀ ਅਵਸਥਾ ਦੀ ਪ੍ਰਾਪਤੀ ਹੁੰਦੀ ਆ। ਨਾ ਹੂ ਇਜ਼ ਸੇਇੰਗ ਦਿਸ? ਭਗਤ ਨਾਮਦੇਵ ਜੀ। ਕਿਉਂ? ਉਹਨਾਂ ਨੇ ਦੇਖਿਆ ਹੈ, ਐਂਡ ਹੀ ਨਿਊ ਵੈਰੀ ਵੈਲ। ਤੇ ਇਹਨਾਂ ਨੂੰ ਇਹ ਪ੍ਰਾਪਤੀ ਕਿੱਥੋਂ ਹੋਈ ਆ? ਗੁਰੂ ਤੋਂ ਹੋਈ ਹੈ। ਉਹ ਆਪ ਦੱਸ ਰਹੇ ਨੇ ਆਪਣੇ ਐਕਸਪੀਰੀਅੰਸ ਦੇ ਨਾਲ। ਦੋ ਗੁਰਦੇਵ ਤਾਂ ਸੀਸ ਆਕਾਸ਼, ਦੇਖੋ ਕਹਿੰਦੇ ਉਹ ਗੁਰਦੇਵ ਹੈ ਜਿਹਦੇ ਕਰਕੇ ਜਿਹੜਾ ਹੈ ਦੇਵਤੇ ਵੀ ਆਪਣੀ ਪੋਜੀਸ਼ਨ ਤੇ ਤਾਂ ਬੈਠੇ ਨੇ। ਜੋ ਗੁਰਦੇਵ, ਜੇ ਗੁਰੂ ਦੀ ਉਪਮਾ ਕਰਦੇ ਨੇ, ਜੇ ਉਹ ਪਰਮਾਤਮਾ ਨੂੰ ਗੁਰੂ ਜਿਹੜਾ ਹੈ ਮੰਨ ਕੇ ਉਸਦੇ ਚੇਲੇ ਬਣ ਕੇ ਉਸਦੀ ਉਸਤਤ ਕਰਦੇ ਨੇ। ਦੇਖੋ ਨਾ, ਕਹਿੰਦੇ ਜੋ ਗੁਰਦੇਵ ਸਦਾ ਸਾਬਾਸ, ਜੋ ਗੁਰਦੇਵ ਸਦਾ ਬੈਰਾਗੀ, ਜੋ ਗੁਰਦੇਵ ਪਰ ਨਿੰਦਾ ਤਿਆਗੀ। ਹੋਰਾਂ ਦੀ ਨਿੰਦਿਆ ਤੁਸੀਂ ਤਿਆਗ ਦਿਓਗੇ, ਕਿਉਂਕਿ ਜੋ ਗੁਰਦੇਵ, ਗੁਰੂ ਨੇ ਤੁਹਾਨੂੰ ਕਿੰਨਾ ਮਿੱਠਾ ਰਸ ਦੇ ਦਿੱਤਾ। ਤੁਹਾਨੂੰ ਚੁਗਲੀਆਂ ਕਰਨ ਦੀ ਲੋੜ ਨਹੀਂ, ਤੁਹਾਨੂੰ ਕਿਸੇ ਨੂੰ ਮਾੜਾ ਦੇਖਣ ਦੀ ਲੋੜ ਨਹੀਂ। ਤੁਸੀਂ ਤਾਂ ਉਹ ਦੇਖ ਲਿਆ ਜਿਹੜਾ ਸਭ ਤੋਂ ਵੱਡਾ ਹੈ।
ਆ ਛੋਟੀਆਂ ਛੋਟੀਆਂ ਗੱਲਾਂ ਤੇ ਤੁਹਾਨੂੰ ਕੀ ਲੋੜ ਪਈ। ਦੇਖੋ ਆਪਾਂ ਹੁਣ ਗੱਲਾਂ ਕਰਦੇ ਆ ਨਾ, ਤੁਸੀਂ ਦੱਸਦੇ ਆ ਆਪਣੇ ਆਈ ਗॉट ਕੋਕਰੋਚ ਐਟ ਹੋਮ, the cockroach are from my living hall, he went to my dapper, then he went to my bathroom। ਤੁਸੀਂ ਨਹੀਂ ਗੱਲਾਂ ਕਰਦੇ ਨਾ, ਬਿਕੋਜ਼ ਕੋਕਰੋਚ ਇਜ਼ ਨਥਿੰਗ ਫॉर ਯੂ, ਇਜ਼ ਨਾਟ ਇੰਪੋਰਟੈਂਟ ਫॉर ਯੂ। ਜਿਹੜੇ ਤੁਹਾਨੂੰ ਗੁਰਦੇਵ ਦੀ ਕਿਰਪਾ ਹੋ ਜਾਏ, ਤੁਹਾਨੂੰ ਲੋਕਾਂ ਦੀ ਨਿੰਦਿਆ ਇਸ ਤਰ੍ਹਾਂ ਲੱਗੇ ਵੀ ਕੋਕਰੋਚ ਦੀ ਗੱਲ ਕਰਨੀ ਹੈ ਕਿ ਇੱਧਰ ਗਿਆ ਉੱਧਰ ਗਿਆ, ਇਟਸ ਯੂਸਲੈਸ ਟੂ ਟਾਕ ਅਬਾਊਟ। ਆਪਾਂ ਹੋਰ ਕੋਈ ਗੱਲ ਕਰੀਏ। ਓਕੇ, ਜੋ ਗੁਰਦੇਵ ਕਹਿੰਦੇ ਬੁਰਾ ਭਲਾ ਏਕ, ਦੇਖੋ ਬੁਰਾ ਤੇ ਭਲਾ ਏਕ। ਯੂ ਆਰ ਨੋਟ ਜਿਹੜਾ ਹਨ, you are not taken away with people's praise, you are not taken away with people's ਨਿੰਦਿਆ। ਤੁਹਾਨੂੰ ਕੋਈ ਮਾੜਾ ਕਵੇ ਚੰਗਾ ਕਵੇ, does not matter, ਕੀ ਲੈਣਾ ਆਪਾਂ। ਓਕੇ, ਕੋਈ ਨਹੀਂ। ਜੋ ਗੁਰਦੇਵ ਲਿਲਟ ਹੈ ਲੇਖ, ਸੋ ਕਹਿੰਦੇ ਇੱਥੇ ਜਿਹੜੇ ਹਨ ਚੰਗੇ ਭਾਗ ਲਿਖੇ ਜਾਂਦੇ ਆ ਜੇ ਗੁਰੂ ਦੀ ਕਿਰਪਾ ਹੋਵੇ। ਨਾਓ ਕਮ ਬੈਕ ਟੂ ਹੀਅਰ, ਜੋ ਗੁਰਦੇਵ ਕੰਧ ਨਹੀਂ ਹਿਰੈ, ਕਹਿਣਗੇ ਦੇਖੋ ਇਹ ਜਿਹੜੀ ਬੋਡੀ ਆ ਨਾ, ਇਹ ਕੰਧ, ਇਹਨੂੰ ਕੰਧ ਕਿਹਾ ਹੈ। ਓਕੇ, ਕੰਧ ਕਿਉਂ ਕਿਹਾ? ਇਹ ਲਾਈਫਲੈਸ ਆ, ਇਹਦੇ ਵਿੱਚ ਆਤਮਾ ਕਰਕੇ ਲਾਈਫ ਆਈ ਆ। ਕਹਿੰਦੇ ਇਹਨੂੰ ਫਿਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਹੀਂ ਛੇੜਦੇ। ਜੋ ਗੁਰਦੇਵ ਦੇਹੁਰਾ ਫਿਰੈ, ਭਗਤ ਨਾਮਦੇਵ ਜੀ ਐਕਸਪੀਰੀਅੰਸ ਦੀ ਗੱਲ ਕਰਦੇ ਨੇ। ਕਹਿੰਦੇ ਮੈਂ ਨਰਮਦਾ ਜਿਹੜਾ ਹੈ ਉੱਥੇ ਜਿਹੜਾ ਹੈ ਮੈਂ ਗਿਆ, ਉਹ ਮੰਦਿਰ ਦੇ ਪਿਛਲੇ ਪਾਸੇ ਭਗਤ ਨਾਮਦੇਵ ਜੀ ਨੂੰ ਮੰਦਿਰ ਚੋਂ ਕੱਢਤਾ ਸੀ ਨਾ, ਉਹਨਾਂ ਨੇ ਪਿਛਲੇ ਪਾਸੇ ਬੈਠ ਕੇ ਜਾ ਕੇ ਭਗਤੀ ਕੀਤੀ। ਉਹ ਸਾਰਾ ਮੰਦਿਰ ਪਰਮਾਤਮਾ ਨੇ ਘੁਮਾਤਾ ਸੀਗਾ ਨਾਮਦੇਵ ਜੀ ਕਰਕੇ। ਉਹ ਬ੍ਰਾਹਮਣ ਜਿਹੜੇ ਹੰਕਾਰੀ ਸੀ ਉਹਨਾਂ ਨੂੰ ਪਿੱਠ ਦੇਤੀ ਤੇ ਭਗਤ ਨਾਮਦੇਵ ਜੀ ਵੱਲ ਮੂੰਹ ਕਰ ਲਿਆ। ਤੇ ਇਹ ਅਸਥਾਨ ਜਿਹੜਾ ਹੈ ਹਜੂਰ ਸਾਹਿਬ ਤੋਂ 70 ਕਿਲੋਮੀਟਰ ਦੂਰ ਆ। ਹਾਂਜੀ, ਸੋ ਦੇਖੋ ਉਹ ਮੰਦਿਰ ਅਜੇ ਤੱਕ ਇਸ ਔਨ ਦੀ ਅਦਰ ਡਾਇਰੈਕਸ਼ਨ, ਅੱਜ ਤੱਕ। ਸੋ ਦੂਜਾ ਭਗਤ ਨਾਮਦੇਵ ਜੀ ਕਹਿੰਦੇ ਜੋ ਗੁਰਦੇਵ ਤਾਂ ਜਾਂ ਛਾਪਰ ਸ਼ਾਹੀ, ਕਹਿਣਗੇ ਦੇਖੋ ਮੇਰੀ ਕੁੱਟਿਆ ਸੜ ਗਈ ਸੀ। ਭਗਤ ਨਾਮਦੇਵ ਜੀ ਕੁੱਟਿਆ ਨੂੰ ਅੱਗ ਲੱਗ ਗਈ। ਅੱਗ ਲੱਗੀ ਤੋਂ ਬਾਅਦ ਕੀ ਹੋਇਆ? ਪਰਮਾਤਮਾ ਨੇ ਰਾਤੋਂ ਰਾਤ ਆ ਕੇ ਭਗਤ ਨਾਮਦੇਵ ਜੀ ਦੀ ਨਵੀਂ ਕੁੱਟਿਆ ਬਣਾ ਦਿੱਤੀ। ਐਂਡ ਬਿਗਰ ਵਨ ਐਂਡ ਨਾਈਸਰ ਵਨ। ਪਾੜ ਪੜੋਸਨ ਪੁੱਛ ਲਿਆ ਨਾਮ। ਉਹ ਫਿਰ ਗਵੰਡਨ ਆ ਕੇ ਪੁੱਛਦੀ ਹੈ ਨਾ, ਕਹਿੰਦੇ ਕਿਹਨੇ ਬਣਾਈ ਆ, ਕਿਹੜਾ ਕੰਟਰੈਕਟਰ, ਮੈਨੂੰ ਵੀ ਦੇ ਕੰਟਰੈਕਟ। ਉਹ ਕਹਿੰਦਾ ਇਹ ਤਾਂ ਰੱਬ ਆ, ਮੈਂ ਤੁਹਾਨੂੰ ਕਿੱਥੋਂ ਦੇਵਾਂ ਹੁਣ, ਉਹ ਤਾਂ ਪਰਮਾਤਮਾ ਨੇ ਆ ਬਣਾਈ ਆ। ਦੇਖੋ ਹੁਣ ਉਹ ਇੱਕ ਗੱਲ, ਹੁਣ ਦੇਖੋ ਜੋ ਗੁਰਦੇਵ ਸਹਿਜ ਜਿਹੜਾ ਸਹਿਜ ਨਿਕਸਾਈ। ਹੁਣ ਦੇਖੋ ਭਗਤ ਨਾਮਦੇਵ ਜੀ ਨੂੰ ਜਿਹੜਾ ਉਸ ਵੇਲੇ ਦਾ ਰਾਜਾ ਸੀਗਾ ਨਾ, ਉਹ ਪਕੜ ਕੇ ਲੈ ਗਿਆ। ਉਹ ਕਹਿੰਦਾ ਉਹਨੇ ਬਹੁਤ ਕੁਛ ਕੀਤਾ, ਚਲੋ ਸਾਖੀ ਲੰਮੀ ਹੈ, ਭਗਤ ਨਾਮਦੇਵ ਦੀ ਬਾਣੀ ਵਿੱਚ ਵੀ ਆਉਂਦੀ ਹੈ। ਉਹ ਕਹਿੰਦਾ ਮਰੀ ਗਾਉਂ ਨੂੰ ਜੂੰਦੀ ਕਰਦੇ, ਉਹ ਸਾਰਾ ਹੋਇਆ। ਕਹਿੰਦਾ ਤੂੰ ਇਸਲਾਮ ਕਬੂਲ ਕਰ ਲਾ। ਭਗਤ ਨਾਮਦੇਵ ਜੀ ਮਾਂ ਆ ਕੇ ਰੋਣ ਲੱਗ ਗਈ। ਕਹਿੰਦੀ ਨਾਮਦੇਵ ਜੀ ਨੂੰ ਕਹਿੰਦੀ ਕੋਈ ਨਹੀਂ, ਕਹਿੰਦੀ ਤੂੰ ਰਾਮ ਰਾਮ ਕਰਦਾ ਖੁਦਾ ਖੁਦਾ ਕਰਨ ਲੱਗ ਜਾ। ਤੇ ਭਗਤ ਨਾਮਦੇਵ ਜੀ ਦੀ ਮਾਂ ਨੂੰ ਕਹਿੰਦੇ ਨਾ ਹੋ ਤੋ ਜਿਹੜਾ ਨਾ ਤੂੰ ਮੇਰੀ ਮਾਈ, ਨਾ ਹੋ ਪੂੰਗੜਾ, ਨਾ ਤੂੰ ਮੇਰੀ ਮਾਈ। ਉਹ ਸ਼ਬਦ ਵੀ ਉਚਾਰਨ ਕੀਤਾ ਕਿ ਨਾ ਤੂੰ ਮੇਰੀ ਮਾਂ, ਨਾ ਮੈਂ ਤੇਰਾ ਬੱਚਾ ਹੀ ਹਾਂ, ਜੇ ਤੂੰ ਮੇਰੇ ਇਹ ਗੱਲ ਕਰਦੀ ਆ ਨਾ। ਸੋ ਉਸ ਵੇਲੇ ਕੀ ਹੁੰਦਾ ਹੈ ਨਾ, ਉਹ ਰਾਜੇ ਨੂੰ ਜਦੋਂ ਮਰੀ ਹੋਈ ਗਾਂ ਜਿਉਂਦੀ ਕਰਤੀ, ਸਭ ਕੁਛ ਉਹਨੇ ਅੱਖੀਂ ਦੇਖ ਲਿਆ, ਤਾਂ ਉਹ ਹਾਥੀ ਨੂੰ ਮਾਰਨ ਵਾਸਤੇ ਲਿਆਂਦਾ। ਹਾਥੀ ਨੇ ਨਮਸਕਾਰ ਕੀਤੀ ਆ ਕੇ। ਉਹ ਸਾਰਾ ਬਹੁਤ ਲੰਮੀ ਸਾਖੀ ਹੈ। ਚਲੋ ਕਹਿੰਦੇ ਕੀ ਹੋਇਆ ਨਾ, ਉਹ ਜਿਹੜਾ ਇਹ ਰਾਜਾ ਸੀਗਾ ਨਾ, ਇਹ ਜਿਹੜਾ ਹੈ ਭਗਤ ਨਾਮਦੇਵ ਜੀ ਦਾ ਭਗਤ ਬਣ ਗਿਆ। ਇਹਨੂੰ ਜਾਣਿਆ ਵੀ ਇਹਨਾਂ 'ਚ ਬਹੁਤ ਸ਼ਕਤੀਆਂ ਨੇ। ਇਹਨੇ ਕੀ ਕੀਤਾ, ਆਪਣੀ ਪਾਲਕੀ ਜਿਹੜੀ ਸੀ ਨਾ, ਇਹਦੀ ਪਰਸਨਲ ਪਾਲਕੀ, ਇਹਨੇ ਆਪਣਾ ਹਾਰ ਵੀ ਕੱਢ ਕੇ ਭਗਤ ਨਾਮਦੇਵ ਜੀ ਦੇ ਗਲ ਵਿੱਚ ਪਾਤਾ। ਉਹ ਰਾਜੇ ਨੇ ਉਹਨੂੰ ਪਾਲਕੀ ਦਿੱਤੀ, ਰਾਇਲ ਜਿਹੜੀ ਸੀ ਨਾ, ਉਹ ਸਾਰਾ ਕੁਛ ਨੂੰ ਦਿੱਤਾ। 4 ਬੰਦੇ ਦਿੱਤੇ, ਕਹਿੰਦੇ ਚੱਕ ਕੇ ਲੈ ਕੇ ਜਾਓ ਇਸਨੂੰ। ਭਗਤ ਨਾਮਦੇਵ ਜੀ ਨੂੰ ਪਾਲਕੀ 'ਚ ਬਿਠਾ ਲਿਆ। ਭਗਤ ਨਾਮਦੇਵ ਜੀ ਜਾਂਦੇ ਉੱਥੇ ਕੋਈ ਨਦੀ ਆ ਗਈ। ਭਗਤ ਨਾਮਦੇਵ ਜੀ ਛਾਲ ਮਾਰ ਕੇ ਪਾਲਕੀ ਤੋਂ ਉਤਰ ਗਏ। ਉਹ ਪਾਲਕੀ ਜਿਹੜੀ ਸੀਗੀ ਡਾਇਮੰਡਸ ਨਾਲ ਜਿਹੜਾ ਇੰਬੇਡਡ ਸੀਗੀ, ਬਹੁਤ ਮਹਿੰਗੀ ਸੋਨੇ ਦੀ ਪਾਲਕੀ। ਭਗਤ ਨਾਮਦੇਵ ਜੀ ਕਹਿੰਦੇ ਇਹਨੂੰ ਸੁੱਟ ਦਿਓ, ਕਹਿੰਦੇ ਨਦੀ 'ਚ ਸੁੱਟ ਦਿਓ ਇਹਨੂੰ। ਉਹ ਵਿਚਾਰੇ ਡਰ ਗਏ, ਕਹਿੰਦੇ ਇਹ ਤਾਂ ਰਾਇਲ ਵਾਲੀ ਆ, ਰਾਜੇ ਨੇ ਆਪਣੀ ਤੁਹਾਨੂੰ ਦਿੱਤੀ ਆ। ਕਹਿੰਦਾ ਸੁੱਟ ਦੇ, ਮੈਨੂੰ ਕੀ ਲੋੜ ਆ ਇਹਦੀ। ਕਹਿੰਦੇ ਚਲਾ ਕੇ ਮਾਰੋ। ਉਹਨੂੰ ਚਲਾ ਕੇ ਮਾਰਿਆ, ਵਿਚਾਰਾ ਨੰਗੀ ਪੈਰੀ ਫਿਰ ਤੁਰ ਪਿਆ। ਹੁਣ ਇਹ ਜਿਹੜੇ ਬੰਦੇ ਸੀ, ਇਹਨਾਂ ਨੇ ਜਾ ਕੇ ਰਾਜੇ ਨੂੰ ਦੱਸ ਦਿੱਤਾ। ਰਾਜੇ ਨੂੰ ਗੁੱਸਾ ਚੜ ਗਿਆ, ਕਹਿੰਦਾ ਮੈਂ ਮੇਰੀ ਰਾਇਲ ਪਾਲਕੀ ਚੱਕ ਕੇ ਨਦੀ 'ਚ ਸੁੱਟ ਦਿੱਤੀ। ਕਹਿੰਦਾ ਉਹਨੂੰ ਬਹੁਤ ਗੁੱਸਾ ਚੜਿਆ, ਕਹਿੰਦਾ ਫੜ ਕੇ ਲਿਆਓ ਭਗਤ ਨਾਮਦੇਵ। ਫੇਰ ਫੜ ਕੇ ਲਿਆਂਦਾ ਵਿਚਾਰਾ, ਫੜ ਕੇ ਹੱਥ ਤੋਂ ਪੈਰ ਬੰਨ੍ਹ ਕੇ। ਕਹਿੰਦੇ ਮੇਰੀ ਪਾਲਕੀ ਕਿੱਥੇ ਆ? ਰਾਜਾ ਵਾਸ ਵੈਰੀ ਸਮਾਰਟ ਹੈ, ਕਹਿੰਦੇ ਉਹ ਪਾਲਕੀ ਮੇਰੇ ਬੱਚੇ ਦੀ ਸੀ, ਸੋ ਆਈ ਨੀਡ ਦ ਪਾਲਕੀ ਬੈਕ, ਆਲ ਗਿਵ ਯੂ ਅਨਦਰ ਵਨ। ਜਾਣ ਕੇ ਕਹਿੰਦੇ ਮੈਨੂੰ ਲਿਆ ਕੇ ਦੇ। ਭਗਤ ਨਾਮਦੇਵ ਜੀ ਕਹਿੰਦੇ ਦੇਖ ਭਾਈ, ਉੱਥੇ ਸੜਦੀ ਆ ਨਦੀ ਦੇ ਵਿੱਚ, ਤੂੰ ਜਾ ਕੇ ਜਿਹੜਾ ਹੈ ਉੱਥੇ ਪਈ ਆ। ਕਹਿੰਦੇ ਕਿਉਂ ਸੱਟੀ? ਬਹੁਤ ਗੁੱਸਾ ਚੜ ਗਿਆ ਉਸਨੂੰ। ਉਹ ਕਹਿੰਦੇ ਕੋਈ ਨਹੀਂ ਰਾਜਨ, ਤੂੰ ਗੁੱਸਾ ਕਿਉਂ ਕਰਦਾ, ਚੱਕ ਲਿਆ ਜਾ ਕੇ। ਸੋ ਦਾ ਰਾਜਾ ਵੈਨ ਨਾ ਵਿਦ ਦ ਪੀਪਲ, ਜਾ ਕੇ ਉੱਥੇ ਇੱਕ ਪਾਲਕੀ ਕੱਢੀ, ਦੂਜੀ ਕੱਢੀ, ਤੀਜੀ ਕੱਢੀ। ਉਹ ਕੱਢੀ ਗਿਆ, ਪਾਲਕੀਆਂ ਨਿਕਲੀ ਗਈਆਂ ਉੱਥੋਂ। ਇਹਨੂੰ ਹਮਨੀ ਪਾਲਕੀ ਕੇਮ ਆਊਟ 72 ਕੇ 71 ਪਾਲਕੀਆਂ ਕੱਢ ਕੇ ਬੈਠਾ ਸੀ ਉਹ। ਭਗਤ ਨਾਮਦੇਵ ਜੀ ਆਏ, ਕਹਿੰਦੇ ਰਾਜਨ ਤੈਨੂੰ ਪਤਾ, ਕਹਿੰਦੇ ਜਿਹੜਾ ਤੂੰ ਇੱਕ ਵਾਰੀ ਕਿਸੇ ਨੂੰ ਕੁਛ ਦਿੰਦਾ ਹੈ ਨਾ, ਤੈਨੂੰ 70 ਵਾਰੀ ਇਸਲਾਮ ਵਾਲੇ ਮੰਨਦੇ ਨਹੀਂ ਵੀ ਉਹਨੂੰ ਫਲ ਮਿਲਦਾ ਹੈ। ਕਹਿੰਦੇ ਤੈਨੂੰ ਫਲ ਮਿਲਿਆ ਹੈ ਨਾ ਇਹ, ਪਰ ਕਹਿੰਦੇ ਤੂੰ ਫਲ ਜਿਹੜਾ ਹੈ ਦੇਖੋ ਤੈਨੂੰ ਇੰਨਾ ਮਿਲ ਗਿਆ, ਪਰ ਹੁਣ ਤੂੰ ਲਾਲਚ ਕਰ ਰਿਹਾ, ਤੂੰ ਹੋਰ ਜਿਹੜਾ ਕਰ ਰਿਹਾ।
जब तू लालच किया है ना, कहते देख ला तू लैना कि नहीं लैना, नहीं तो यदा हिसाब तेन गाह जाके देना पैना। सो राजे ने फिर ना जिहड़ियां 70 सी सिर दित्तियां अपनी एक रख ली। सो देखो ना, देखो परमात्मा देखो अपने भगत की हिमायत क्यों करता है? बिकॉज भगत विच मैं है नहीं, वो मैं चली गई है। जे तुसीं कहता ना भी जरा जब हम होते तब तू नाही, अब तू ही मैं नाही ना, गल तो वह बनती है। जो मैं हुंदा परमात्मा नहीं हुंदा, जो मैं नहीं हाँ परमात्मा है। जो परमात्मा है, परमात्मा च तो अनंत शक्तियां ने, मेरे विच क्यों नहीं है? क्योंकि मैं हाँ, मेरी इगनोरेंस है, मेरी हौमै है, मेरी ईगो है, मेरे विच कुछ नहीं हैगा। मैं इनू कट के बाहर सट्टा ते परमात्मा नू मैं मन लवां भी वो एक है, मेरे को बहुत शक्तियां ने फिर, राइट। पर देन एट दैट मोमेंट व्हेन यू डू दैट, नथिंग बिलोंग्स टू यू। वो भी एक गल है, क्योंकि मैं निकल गई, यू गॉट नो इंटरेस्ट इन एनीथिंग। कुछ होवे चाहे ना होवे, देखो भगत नामदेव जी नू तसीहे दिते ना, भगत नामदेव जी मन च ये तो नहीं मैं बच जावां, नो, बचा ना बचा परमात्मा मेरी मर्जी है, तू बचाना बचा ला, मारना मार दे, इट डजंट मैटर टू मी, नॉट एट ऑल, नॉट इवन अ प्रेफरेंस वी आई शुड लीव, नो प्रेफरेंस भी है नहीं। ओके तो देखो जो गुरुदेव का 860 नहाया, कहते 860 68 तीर्थां का इशनान हो जाए। जो गुरुदेव तन चक्कर लगाया, कह लगे जरा हन चक्कर लग जाता है, मतलब कि यू कैन विजिट एनी प्लेस इन द वर्ल्ड, इन द 3 वर्ल्ड्स यू कैन गो, नो प्रॉब्लम। फिर कहते जो गुरुदेव तां द्वादश सेवा, कह लगे ਜਿਹੜੇ 10 ਜਿਹੜੇ 12 ਜਿਹੜੇ देवते ने, 12 शक्तियां ने, वो सारा थोड़ी पूजा करदियां ने। जो गुरुदेव सबै बिख मेवा, सारी जहर भी थोड़ा फल बन जाती है। वो माड़े कर्म ਜਿਹੜੇ ਆਪਾਂ ਨਾ ਲੈ ਕੇ ਆਏ ਨਾ, ਉਹ ਵੀ ਜਿਹੜੇ ਅੰਮ੍ਰਿਤ ਬਣ ਜਾਂਦੇ ਨੇ। ਦੂਜਿਆਂ ਦੇ ਭੈੜੇ ਕਰਮ ਉਹ ਵੀ ਅੰਮ੍ਰਿਤ ਬਣ ਜਾਂਦੇ ਨੇ ਤੁਹਾਡੇ ਸੰਗਤ ਕਰਕੇ। देखो किड्डी वड्डी ये शक्ति है। कहते जो गुरुदेव ता संसार टूटै, सारा शक दुबदा दूर हो जाती है। जो गुरुदेव ता जम ते छुटै, जम तो छुटकारा मिल जाए। जो गुरुदेव ता भौजल तरै, ये दुनिया तो तर जाइदा। जो गुरुदेव ता जन्म ना मरै, ना जन्म हुंदा ना मरण हुंदा। जो गुरुदेव 8 10 व्यवहार, तां कहते जो गुरुदेव 18 है पार। हुण 18 भार, ये सारी जिन्नी दुनिया की वैजीटेशन है ना, जिन्ने दरख्त ने, इहदा भार मन्निया 18 भार इनू कहते हैं। हुण 18 भार जिहड़ा है, इहदा इलास्ट्रेशन थोड़ा लम्मा है, आपां समरी करके तो जरा विचार कर लिए। 18 भार का मतलब की है? हुण देखो, यू आर गोइंग टू वे द एंटायर वैजीटेशन ऑफ द वर्ल्ड, जिन्नी भी हरियाई है दुनिया की, सारे नू तुसीं तोलदे हो। ਉਹਦਾ एक समरी वचन ये ਤੁਹਾਨੂੰ ਦੱਸ ਦਈਏ कि हर एक दरख्त, हर एक ट्री, वन बिग ट्री, यू जस्ट टेक वन लीफ, एक ਉਹਦਾ पत्ता ले लो। दुनिया के सारे ट्रीज ਦੇ ਵਿੱਚੋਂ ਤੁਸੀਂ ਸਾਰਿਆਂ ਦਾ ਇੱਕ ਇੱਕ ਪੱਤਾ ਕੱਢ ਲਓ। इफ यू वे them together, ਉਹਦਾ वे ਬਣਦਾ है 686 किलोग्राम। ओके, इन समरी 18 भार का मतलब ये हुंदा है, हर एक दरख्त का एक पत्ता, सारी दुनिया के जिन्ने दरख्त है एक एक पत्ता करके इकट्ठे करके उन्होंने वे करो, 686 किलो मिलेगा ना। पत्ते का भार कितना हुंदा तुसीं जानदे ही, कितना हौला हुंदा। यू कैन इमेजिन टू गेट 686 किलो पत्तियां का, यू कैन जस्ट इमेजिन। ओके, तो फिर भगत नामदेव जी समाप्ति विच शब्द का कहते हैं, बिना गुरुदेव अवर नहीं जाई। देखो कहते होर कोई थां नहीं गुरुदेव के बगैर, गुरु तो बगैर कोई होर थां नहीं दुनिया विच। इफ यू डोंट एक्नॉलेज द गुरु, यू हैव नथिंग इन द वर्ल्ड। फिर नाम दिओ गुरु की शरण आई। इस करके भगत नामदेव जी कहते मैं भी गुरु की शरण विच ही चलिया गया। ओके, नाम प्रेस आपां क्यों करनी है? क्योंकि आपां ट्रूथ नू रियलाइज करना है, सच नू रियलाइज करना है। यू हैव टू नो द ट्रूथ ना। आपां कहते आई नो द ट्रूथ, पर ट्रूथ नू तुसीं जानदे आ, मन्निया नहीं ना। डू यू बिलीव गॉड इज इन एवरीवन? यू से यस आई बिलीव, बट डू यू रियली सी दैट? ना, नहीं ना, दिसदा तो है नहीं आपां नूं। आपां मतलब कि आपां जानदे हां, बट वी वांट टू क्लोज आवर आई ऑन दैट। नेवर माइंड, यू नो गॉड इज देयर, याला सो व्हाट, ओके, no mind, we carry on with our life. You know, I need some enemies in life, some friends in life, some, you know, dushman here, dushman there. Nice, I know life becomes nice, you know. कितों गाना कढ़ लो, 2-4 खा लो, you know, nice, okay. So ਇੱਥੇ ਮਹਾਰਾਜ ਕਹਿੰਦੇ ਨਾਨਕ ਸੱਚਾ ਸ਼ਬਦ ਸਲਾਹੇ। ਹਾਂਜੀ, ਕਹਿੰਦੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ
ये श्री गुरु ग्रंथ साहब का शब्द है ना, कहते नानक सच्चा शब्द सलाह है। जिहड़ा सच्चे शब्द वो सच्चे दी सलाह है, सच्चे दी प्रेस है, परमात्मा दी प्रेस है। सच पछाणी है, क्यों करनी है? क्योंकि सच दी पछाण हुंदी है। दैट्स व्हाई यू प्रेस गॉड, यू हैव टू रैकनाइज हिम। ਉਹਦੀ ਰੈਕਗਨੀਸ਼ਨ ਕਰਕੇ ਤੁਹਾਨੂੰ ਇਹ ਜਸ ਕਰਨਾ ਪੈਣਾ। ਦੂਜੀ ਗੱਲ, ਕੀ ਸੱਚ ਦਾ ਪਤਾ ਲੱਗਦਾ ਆਪਾਂ ਨੂੰ? ਉਹਦਾ ਵੀ ਸ਼ਬਦ ਹੈਗਾ। ਭਾਈ ਗੁਰਦਾਸ ਜੀ ਦੱਸਦੇ ਨੇ, ਕਹਿੰਦੇ ਗੁਰਮੁਖ ਸੱਚਾ ਪੰਥ ਹੈ, ਸੱਚ ਦੋਹੀ ਸੱਚ ਰਾਜ ਕਰਨ ਦਾ। ਕਹਿੰਦੇ ਉਹ ਸੱਚ ਹੈ ਜਿਹਦਾ ਬੋਲ ਬਾਲਾ ਹੈ। ਬੋਲ ਬਾਲਾ ਹੁੰਦਾ ਜਿਹਦਾ ਹੁਕਮ ਚੱਲਦਾ ਹੋਵੇ, ਸਾਰਿਆਂ ਤੇ ਜਿਹਦਾ ਹੁਕਮ ਚੱਲਣਾ ਹੈ, ਤੇ ਉਹਦਾ ਜਿਹੜਾ ਕਿੰਗਡਮ ਹੈ ਨਾ, ਉਹ ਸਾਰਾ ਸੱਚ ਦਾ ਹੀ ਹੈ। ਉੱਥੇ ਸੱਚ ਤੋਂ ਬਗੈਰ ਕੁਝ ਨਹੀਂ ਹੈਗਾ ਨਾ। ਜਿਸ ਇਮੇਜਿਨ ਨਾ, ਦੁਨੀਆ ਦੇ ਵੱਡੇ ਤੋਂ ਵੱਡਾ ਲੀਡਰ ਵੀ, ਵੱਡੇ ਤੋਂ ਵੱਡਾ ਲੀਡਰ, ਵੱਡੇ ਤੋਂ ਵੱਡਾ ਰਾਜਾ ਵੀ, ਉਹਦੇ ਹੱਥ ਵਿੱਚ ਸਭ ਕੁਝ ਨਹੀਂ ਹੁੰਦਾ। ਕਿਉਂ? ਉਹਦਾ ਸਿਲੈਕਸ਼ਨ ਵੀ ਹੁੰਦਾ ਹੈ ਨਾ। ਉਹਦੀ ਫੈਮਿਲੀ ਵਿੱਚ ਲਾਈਨੇਜ ਵਿੱਚ ਦੇਖਣਾ ਪੈਂਦਾ, ਉਹਦਾ ਟਾਈਮ ਆਉਂਦਾ ਕਿ ਨਹੀਂ। ਪੋਲੀਟੀਸ਼ੀਅਨਾਂ ਦੀ ਤਾਂ ਹੋਰ ਵੀ ਮਾੜੀ ਹਾਲਤ ਆ ਹੈ। ਉਹਨਾਂ ਨੇ ਕੈਂਪੇਨ ਕਰਕੇ ਅੱਧੀਆਂ ਵੋਟਾਂ ਜਿੱਤਣੀਆਂ, ਅੱਧੀਆਂ ਹਾਰਨੀਆਂ, ਫਿਰ ਦੇਖਣਾ ਗੌਰਮੈਂਟ ਕਿਹਦੀ ਬਣਦੀ ਆ, ਕਿਹਦੀ ਨਹੀਂ ਬਣਦੀ ਆ। ਇਹਦੇ ਜਾ ਕੇ ਪੈਰੀਂ ਪੈਂਦੇ, ਉਹਦੇ ਪੈਰੀਂ ਪਊਗੇ, ਇਹਨੂੰ ਕੈਰਟ ਦੇਣਗੇ, ਉਹਨੂੰ ਖੰਡ ਦੇਣਗੇ, ਉਹਨੂੰ ਕਿਸੇ ਨੂੰ ਘਿਓ ਦੇ ਦਿੰਦੇ ਆ, ਫਿਰ ਇਕੱਠਾ ਕਰਕੇ ਕਹਿੰਦੇ ਭਾਜੀ ਬਣਾ ਦਿਓ ਹੁਣ। ਸੋ ਜੋ ਭਾਜੀ ਬਣਦੀ ਆ, ਦੈਨ ਹੂ ਹੈਜ਼ ਟੂ ਈਟ ਇਟ? ਵੀ ਆਲ ਹੈਵ ਟੂ ਈਟ ਇਟ। ਜਿਹੇ ਜੀ ਵੀ ਬਣਾਉਂਦੇ ਆ ਫਿਰ ਰਲ ਕੇ। ਓਕੇ, ਸੋ ਇਹ ਗੱਲਾਂ ਨੇ ਸਾਰੀਆਂ, ਉਹਨਾਂ ਦੇ ਹੱਥ ਵਿੱਚ ਕੁਝ ਵੀ ਨਹੀਂ ਹੈ। ਦੇਖੋ ਇੱਥੇ ਇਹ ਸ਼ਬਦ ਆ, ਗੁਰਮੁਖ ਸੱਚਾ ਪੰਥ ਹੈ, ਸੱਚ ਦੋਹੀ। ਉਹਦਾ ਸੱਚ ਦਾ ਹੁਕਮ, ਉਹਦਾ ਡੰਕਾ ਵੱਜਦਾ ਹੈ। ਐਵਰੀਬੋਡੀ, ਯੂ ਲਾਈਕ ਇਟ ਔਰ ਨੋਟ, ਯੂ ਹੈਵ ਟੂ ਓਬੇ ਇਟ। ਇਸ ਕਰਕੇ ਉਹ ਸੱਚ ਨੂੰ ਰੀਅਲਾਈਜ਼ ਕਰਨਾ ਚੰਗਾ ਹੈ। ਫਿਰ ਕਹਿੰਦੇ ਇੱਕ ਨਾਲ ਮਿਲਣਾ ਹੈ। ਹੁਣ ਦੇਖੋ, ਹਉ ਗੁਰ ਸਾਲਾਹੇ ਨਾ ਰਜੂ, ਮੈਂ ਰੱਜਦਾ ਨਹੀਂ, ਮੈਨੂੰ ਜਿਹੜਾ ਹੈ ਮੈਂ ਰੱਜਦਾ ਨਹੀਂ। ਉਹਦਾ ਜਸ ਕਰਕੇ ਮੇਰਾ ਜੀ ਕਰਦਾ ਮੈਂ ਹੋਰ ਕਰੀ ਜਾਵਾਂ। ਮੈਂ ਮੇਲੇ ਹਰ ਪ੍ਰਭ ਪਾਸ, ਕਿਉਂਕਿ ਇਹ ਪਰਮਾਤਮਾ ਮੈਨੂੰ ਆਪਣੇ ਨਾਲ ਮਿਲਾ ਲੈ। ਬਿਕਾਜ਼ ਮੈਂ ਤੇਰਾ ਜਸ ਕਰਦਾ, ਮੈਂ ਰੱਜਦਾ ਨਹੀਂ। ਯੂ ਹੈਵ ਟੂ ਕਮ ਟੂ ਦੈਟ, ਜਿਹੜਾ ਹਨ ਉਹ ਅਵਸਥਾ ਤੱਕ ਜਾਣਾ ਪੈਣਾ, ਤਾਂ ਹੀ ਯੂ ਵਿਲ ਬੀ ਯੂਨਾਈਟਿਡ ਵਨ ਵਿਦ ਗੋਡ। ਆਪਾਂ ਤਾਂ ਘੰਟਾ ਸਿਮਰਨ ਕਰਕੇ, ਸਾਹ ਚੜਾ ਕੇ, ਫਿਰ 2 ਗਲਾਸ ਚਾਹ ਦੇ ਚੜਾ ਕੇ, ਫਿਰ ਬਾਅਦ ਵਿੱਚ ਆਪਾਂ ਕਹਿੰਦੇ ਹੁਣ ਅਗਲੇ ਮਹੀਨੇ ਆਪਾਂ ਹੋਰ ਕਰਾਂਗੇ। ਨੋ, ਬਿਕਾਜ਼ ਵੀ ਆਰ ਟਾਇਰਡ ਨਾਓ ਨਾ। ਸੁਖਮਨੀ ਸਾਹਿਬ ਦਾ ਪਾਠ ਦੇਖ ਲਓ, ਮਾਈਆਂ ਨੇ ਬੜਾ ਸੋਹਣੇ ਪ੍ਰੋਗਰਾਮ ਰੱਖੇ ਹੋਣੇ ਗੁਰਦੁਆਰਿਆਂ 'ਚ, ਪਰ ਹਫ਼ਤੇ 'ਚ ਇੱਕ ਵਾਰੀ। ਓਕੇ ਪਲੀਜ਼, ਇੱਕ ਵਾਰ ਕਰਕੇ ਉਹ ਮੁੜ ਜਾਂਦੀਆਂ ਨੇ, ਐਗਜ਼ੌਸਟਡ ਹੋ ਜਾਂਦੀਆਂ ਨੇ, ਫਿਰ ਹਫ਼ਤੇ ਬਾਅਦ ਫਿਰ ਐਨਰਜੀ ਇਕੱਠੀ ਕਰਕੇ ਇਕੱਠੀਆਂ ਹੋ ਜਾਂਦੀਆਂ ਨੇ, ਫਿਰ ਆਪਾਂ ਕਰ ਲਈਏ ਫਿਰ ਉਹਨੂੰ ਇੱਕ ਵਾਰੀ। ਘਰੇ ਤਾਂ ਨਹੀਂ ਹੁੰਦਾ, ਆਪਾਂ ਇਕੱਠੀਆਂ ਹੋ ਕੇ ਕਰ ਲਾਂਗੇ, ਸਮਥਿੰਗ ਲਾਈਕ ਦੈਟ। ਸੋ ਓਕੇ, ਸੋ ਇਹ ਜਿਹੜਾ ਹੈ ਕਹਿੰਦੇ ਆਪਾਂ ਐਗਜ਼ੌਸਟਡ ਹੋ ਜਾਂਦੇ ਹਾਂ, ਪਰ ਕਹਿੰਦੇ ਨਾ ਰਜੂ, ਮੈਂ ਰੱਜਦਾ ਨਹੀਂ। ਇਹ ਪਰਮਾਤਮਾ ਮੈਨੂੰ ਜੀ ਕਰਦਾ ਤੇਰੇ ਗੁਣ ਗਾਉਣ, ਆਈ ਲਾਈਕ ਇਟ, ਮੈਨੂੰ ਚੰਗਾ ਲੱਗਦਾ। ਸੋ ਅੱਗੇ ਮੁਕਤੀ ਮਿਲਦੀ ਹੈ। ਮਹਾਰਾਜ ਕਹਿੰਦੇ ਮੁਕਤ ਪਦਾਰਥ ਸ਼ਬਦ ਸਲਾਹੀ, ਕਹਿੰਦੇ ਸ਼ਬਦ ਦੀ ਸਲਾਹ ਕਰਕੇ, ਸ਼ਬਦ ਨੂੰ ਪ੍ਰੇਸ ਕਰਕੇ ਹੀ ਮੁਕਤੀ ਮਿਲਦੀ ਹੈ। ਨਾਓ ਲਿਬਰੇਸ਼ਨ ਇਜ਼ ਵੈਰੀ ਇੰਪੋਰਟੈਂਟ, ਐਸ ਇੰਪੋਰਟੈਂਟ ਐਸ ਅ ਪਰਸਨ ਨੀਡ ਟੂ ਬੀ ਰਿਲੀਜ਼ ਫਰਮ ਦ ਪ੍ਰਿਜ਼ਨ। ਇਹ ਵੀ ਇੱਕ ਪ੍ਰਿਜ਼ਨ ਹੈ। your needs are also the part of your prison, your attachments are your prison। ਇਹ ਸਭ ਕੁਝ ਤੁਹਾਨੂੰ ਘੇਰ ਕੇ ਬੈਠਾ ਹੈ। ਸੋ whatever decision that you make, there are a lot of things consideration ਆਉਂਦੇ ਨੇ। ਵੈਰੀ ਸਿੰਪਲ ਥਿੰਗ ਹੈ। ਤੁਸੀਂ ਹੁਣ ਕਿਸੇ ਨਾਲ ਚਾਹ ਪੀਣੀ ਹੈ, ਉਹਦੇ ਵਿੱਚ ਵੀ ਕੰਸੀਡਰ, ਮੈਂ ਇਹਨੂੰ ਸੱਦ ਲਾਂ, ਜੇ ਇਹਨੂੰ ਸੱਦਿਆ ਇਹਨੂੰ ਨਾ ਸੱਦਿਆ, ਇਹ ਸੱਦ ਲਿਆ ਉਹਨੂੰ ਸੱਦ ਲਿਆ, ਜੇ ਇਹਨੂੰ ਸੱਦ ਨੇ ਰੌਲਾ ਪਾ ਦੇਣਾ, ਜੇ ਇਹਨੂੰ ਨਾ ਸੱਦਿਆ ਇਹਨੇ ਫਿਰ ਵੀ ਰੌਲਾ ਪਾ ਦੇਣਾ। ਸੋ ਮੈਨੀ ਕੰਸੀਡਰੇਸ਼ਨ ਇੱਕ ਚਾਹ ਦੇ ਗਲਾਸ ਵਾਸਤੇ। ਓਕੇ, ਸੋ ਐਟਲੀਸਟ ਕੌਫੀ ਦਾ ਇੰਨੇ ਝਗੜੇ ਨਹੀਂ ਪੈਂਦੇ, ਕਿਉਂਕਿ ਬਹੁਤੇ ਲੋਕ ਪੀਂਦੇ ਨਹੀਂ। ਓਕੇ, ਸੋ ਥੋੜ੍ਹਾ ਬਹੁਤਾ ਜਿਹੜਾ ਹੋ ਜਾਂਦਾ ਹੈ ਨਾ, ਕਰੈਕਟ। ਸੋ ਦੇਖੋ ਕਿੰਨੇ ਕੰਸੀਡਰੇਸ਼ਨ ਨੇ। ਪਰ ਕਹਿੰਦੇ ਐਂਡ ਦੈਨ ਵੀ ਆਸਕ, ਡੂ ਵੀ ਨੀਡ ਮੁਕਤੀ or not? ਮੁਕਤੀ ਤਾਂ ਇਹ ਚੀਜ਼ਾਂ ਤੋਂ ਤਾਂ ਮੁਕਤੀ ਹੀ ਆ ਸਾਰੀ। ਓਕੇ, ਫਿਰ ਤੁਸੀਂ ਕਹੋਗੇ ਨਾ ਰਿਸ਼ਤੇਦਾਰਾਂ ਵਿੱਚ, ਫਰੈਂਡਸ ਦੇ ਵਿੱਚ ਫਰਕ ਪੈ ਜਾਂਦਾ ਹੈ, ਅ ਲੋਟ ਆਫ ਥਿੰਗਸ। ਤੁਸੀਂ ਦੇਖੋ ਇੰਨੀ ਸੈਂਸਿਟਿਵ ਵਰਲਡ ਅੱਜ, ਜੇ ਤੁਸੀਂ ਗੁਰਦੁਆਰੇ ਵਿੱਚ ਨਾ ਜਾ ਕੇ ਤੁਸੀਂ ਇੱਕ ਬੰਦੇ ਕੋਲ ਖੜ ਜਾਓ, ਦੂਜੇ ਨੂੰ ਤੁਸੀਂ ਨਹੀਂ ਦੇਖਿਆ, ਮਤਲਬ ਜਾਂ ਜੈਨੂਇਨਲੀ ਤੁਸੀਂ ਨਹੀਂ ਦੇਖਿਆ, ਉਹਨੇ ਗੁੱਸਾ ਕਰ ਲੈਣਾ। ਦੇਖੋ ਉਹਦੇ ਕੋਲ ਖੜਾ ਸੀਗਾ, ਮੈਂ ਜਾਣ ਕੇ ਮੈਨੂੰ ਦਿਖਾਉਂਦਾ ਸੀ, ਉਹਦੇ ਨਾਲ ਗੱਲ ਕਰਦਾ, ਮੇਰੇ ਕੋਲ ਨਹੀਂ ਆਇਆ। ਆਪਾਂ ਇੰਨੇ ਸੈਂਸਿਟਿਵ ਹਾਂ। ਪੰਜਾਬੀ ਖਾਸ ਕਰਕੇ ਆ ਵੈਰੀ ਗਿਫਟਡ, ਵੈਰੀ ਗਿਫਟਡ ਐਂਡ ਵੈਰੀ ਸੈਂਸਿਟਿਵ। ਓਕੇ, ਚਲੋ। ਨਾਨਕ ਆਖੈ ਇਹੋ ਵਿਚਾਰ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇਹੀ ਵਿਚਾਰ ਹੈ। ਕਹਿੰਦੇ ਸਿਫਤੀ ਗੰਢ ਪਵੈ ਦਰਬਾਰ, ਸਿਫਤੀ ਕਰਕੇ ਤੁਹਾਡਾ ਰਿਲੇਸ਼ਨਸ਼ਿਪ ਪਰਮਾਤਮਾ ਨਾਲ ਬਣਨਾ। So now to create a relationship with Paramatma, you need to praise him. You need to become, you need to have him with you. You need to acknowledge him as your own. So ਕਰਨਾ ਪੈਂਦਾ। ਹੁਣ ਤੂੰ ਦੇਖੋ ਜਿਵੇਂ ਮਾਪੇ ਆਪਣੇ ਬੱਚਿਆਂ ਨੂੰ ਚੇਤੇ ਕਰਦੇ ਆ, ਉਹਨਾਂ ਨੂੰ ਦੱਸਣਾ ਨਹੀਂ ਪੈਂਦਾ, ਭਾਈ ਤੂੰ ਆਪਣੇ ਬੱਚੇ ਨੂੰ ਯਾਦ ਨਹੀਂ ਕੀਤਾ ਅੱਜ? ਉਹ ਕਹਿੰਦੀ ਹਾਂ ਮੈਂ ਹੁਣ ਯਾਦ ਕਰਦੀ ਹਾਂ, ਜਸਟ ਵੇਟ ਫॉर ਮਿੰਟ, ਮੈਂ ਹੁਣ ਯਾਦ ਕਰਦੀ ਹਾਂ।
नहीं ना, ऑटोमैटिकली याद आना ही आना है ना, कहने की लोड़ नहीं। कहते परमात्मा इसे तरह थानू याद आना चाहिए है। ओके, फिर तेरा अगे कहते हुण देखो, जे आपां अपने पापां तो छुटकारा पाना है। क्योंकि सत्ते ते बलवंड की आपां साखी सुनी है पहला। हुण सत्ते ते बलवंड ने महाराज की निंदिया की ते ओहदा जिहड़ा सानू रोग पिया। सो रोग पैण दे करके की होया, भाई लद्दा जी आए, उन्होंने आके गुरु अर्जन देव नूं बेनती की ते गुरु अर्जन देव जी कहते जिहड़े मूँह नाल निंदिया की उहदे नाल प्रेस करन। प्रेस की उन्हां दी कोड़ हट गई ना। जस्ट इमेजिन ना, जे हुण अज आपां नूं बीमारी है, समथिंग दैट द मेडिसिन ऑफ द वर्ल्ड कैन क्योर, आई कैन गारंटी यू इफ यू स्टार्ट प्रेजिंग द परमात्मा, एवरीथिंग विल बी गॉन। ये सब तो वड्डी दवाई, क्योंकि सत्ता ते बलवंड नूं ओह बीमारी लगी सी जिहड़ी किसी दी अज तक राजी नहीं हुई, ओह बीमारी भी ठीक होगी। थोड़ी क्यों नहीं ठीक होएगी? बट देन यू मस्ट प्रेज हिम फ्रॉम योर हार्ट। सच्चे मनो दी प्रेज करो, अपने आप को कुछ ना जानो, फिर देखो की हुंदा। हुण देखो थोड़ी बॉडी है ना, थोड़ी बॉडी तुसी नहीं राजी हुंदी ना, ये बॉडी नूं परमात्मा नूं दे दो, क्यों नहीं राजी होगी? नाउ इफ परमात्मा कम्स, ही टचेस यू, एवरीथिंग विल बी ओके, राइट? वो तो थोड़े अंदर बैठा। जे तुसी बॉडी ओदी समझ लो, फिर ओदी बॉडी नूं बीमारी किवें लग सकदी है? नहीं लग सकती ना। दैट्स द होल फॉर्मूला। तो ये करके सत्ते बलवंड ने उही रामकली की वार दे विच लिखिया, दुध डिठे सच्चे पातशाह मल जन्म जन्म दी कट्टी है। एक जन्म दी नहीं, कई जन्मां दी मैल कट्टी जाती है जे किते परमात्मा दी आपां जाके शरण लै लईए। नाउ जुबा हा बा तो शीव ओ गुंगो लाल, कहंदे देखो ना मेरी जीभ जिहड़ी है, मैं तुहाडे गुण किवें गावां। जो मैं गाउण लगदा मैनूं पता नहीं मैं कित्थों शुरू करा, कित्थों मकामा, की कवां की ना मकामा। आई डोंट। ओके, कहेंगे जहां शखून रा बा वस फश चे हुदो मजाल, कहेंगे हे परमात्मा थोड़ी उपमा कौन कर सकता है, क्योंकि थोड़ा कोई लिमिट ही नहीं है। मैं तो मेरी सोचनी लिमिट विच है, मेरी दुनिया लिमिट दे विच है, मेरा नॉलेज लिमिट दे विच है। मैं इस सब कुछ दे नाल तुसी जिहड़े ऑफ लिमिट हो, मैं थोड़ी उपमा किवें कर लवां? हाउ कैन आई से इट? Whenever I say something, I must have left a few words. I must have not considered another perspective. नहीं, उत्थे भी रह गया होगा। सो देखो ये जिहड़ियां चीज़ां ने, इहनूं देखण वास्ते यू नीड अ वेरी बिग विजुअल। ये गल कहण वास्ते भाई नंद लाल इज अ वेरी फॉर्चुनेट पर्सन आ, जिन्हें ये गल कही है, बिकॉज उन्होंने ये रियल लाइफ इन्हें देखिया। जिवें तुसीं समुद्र नूं देख लो, की कहोगे समुद्र बारे? You don't know where to start your upma and where to end it, because there's no end. It goes beyond your vision. ना सो इत्थे भाई एक साखी आउंदी है भाई सुजान सिंह दी। हुण ये साखी जिहड़ी आ ना, एक किताब है गुर सिक्खी वाड़ी। इस गुर सिक्खी वाड़ी ना एक बहुत पुरानी किताब है। ये मेरे ख्याल इहदी पब्लिकेशन भी अर्ली 90s या लेट 1800s विच हुई है। ये साखी जी पार्टिकुलरली है ना, कहते एक बाबा माल सिंह बाबा माली सिंह जी होया, बाबा माली सिंह जी। बाबा माली सिंह जी जिहड़े ना, ये गुरु गोबिंद सिंह के टाइम दे सीगे। इन्हां ने अमृत भी गुरु गोबिंद सिंह जी तो छकिया सीगा। उस तो बाद ये साखी जिहड़ी है ना, कहते बाबा माली सिंह 110 ईयर्स तक रहे आ उन्हां दी उम्र। उन्होंने फिर ये साखी होर गुरसिखां नूं दसी, जिन्हां ने ये साखी फिर लिखी। लिख के फिर वो सारियां साखियां फिर गां दी गां अज तक अपने कोल आईयां ने ना। ये जिहड़ा भाई सुजान सिंह की साखी है, कहते लाहौर दे विच दो भरा रहिंदे सी, एक खत्तरी सीगे, इन्हां दा गोल सी खन्ना। ओके, सो कहते इहदा जिहड़ा वड्डा भरा सी ना, उहदा कोई बच्चा नहीं सीगा। जिहड़ा छोटा भरा सीगा उहदा बच्चा सीगा, पर की होया वो बेचारा पहला मर गया। सो उहदे बच्चे नूं इहने पाल लिया वड्डे ने, बिकॉज ही डिडंट हैव एनी चाइल्ड। सो उहने पाल लिया ते उहदा नां जिहड़ा सीगा वो बाद विच उहनूं आपां सुजान सिंह करके जाणदे हां ना। सो कहते की होया ना, ये जिहड़ा सीगा ना, इहने अपने बच्चे नूं पढ़ाया, इहनूं मैडिसिन सिखाई, वैद कोल भेजिया, उहनूं मैडिसिन सिखाई, इहनूं डॉक्टरी सिखाई। वो टाइम दी तां डॉक्टरी यही सी ना, वैद। सो उहनूं वैदगी सिखाई। वो वैदगी सीख के बहुत हुशियार हो गया, बट ऑल द टाइम ना ये सुजान सिंह के मन दे विच ना, ही वॉज मिसिंग समथिंग। इहनूं लगदा सी भी समथिंग आई हैव टू अचीव, जेड़ा मेरे कोल नहीं हैगा। इहनूं अपने विच एम्प्टीनेस जिहड़ा फील हुंदा सीगा। नाउ दिस एम्प्टीनेस इज वेरी इंपॉर्टेंट। ये एम्प्टीनेस जदों आपां नूं फील हुंदा है ना, एंड सम पीपल जदों इन्हां नूं एम्प्टीनेस फील हुंदा ना, दे ट्राई टू गो इन टू वेज। वन, एक माया दे फुलफिलमेंट विच चले जांदे ने, भी ये एम्प्टीनेस नूं भरन वास्ते मैनूं माया चाहीदी है, आई नीड दिस, आई नीड दैट। एंड सम
will take this emptiness towards spiritual life, that you have to fulfill it spiritually. So ਇਹ ਦੋ ਰਸਤੇ ਹੁੰਦੇ ਨੇ, ਪਰ ਇਹ ਜਿਹੜਾ ਹੈ ਨਾ, ਜਦੋਂ ਜਿੱਥੇ ਆਪਾਂ ਨੂੰ ਇਹ ਅੰਦਰ ਫੀਲ ਹੋਣਾ ਨਾ, this is already a certain ਅਵਸਥਾ ਨਾ, you already feel that everything you have, you are happy, you got a house, everything you have, but something is missing from your life. Okay, ਹੁਣ ਉਹ ਚੀਜ਼ ਨੂੰ ਇਹਨੇ ਲੈ ਕੇ ਇਹ ਜਿਹੜਾ ਸੀਗਾ ਇੱਕ ਪੋਇਟ ਕੋਲ ਗਿਆ, ਉਹ ਪੋਇਟ ਦਾ ਨਾਂ ਸੀ ਅੰਮ੍ਰਿਤ ਰਾਏ। ਹੁਣ ਉਹ ਪੋਇਟ ਅੰਮ੍ਰਿਤ ਰਾਏ ਜਿਹੜਾ ਸੀਗਾ ਨਾ, ਉਹਨੇ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਸਤਤ ਕੀਤੀ ਇਹਦੇ ਕੋਲ। ਹੁਣ ਅੰਮ੍ਰਿਤ ਰਾਏ ਜਿਹੜਾ ਸੀਗਾ, ਉਹਨੇ ਜਾ ਕੇ ਇਸ ਕੋ ਉਸਤਤ ਕੀਤੀ, ਇਹਨੇ ਦੱਸਿਆ, ਕਹਿੰਦਾ ਦੇਖ ਮੇਰਾ ਇੱਕ ਦੋਸਤ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਦੀ ਕਵੀ ਦਰਬਾਰ ਵਿੱਚ ਉੱਥੇ ਕਵੀ ਹੈ, ਕਹਿੰਦਾ ਮੈਂ ਉਹਦੇ ਰਾਹੀਂ ਗੁਰੂ ਗੋਬਿੰਦ ਸਿੰਘ ਨੂੰ ਜਾਣਨ ਲੱਗਿਆ, ਪਰ ਕਹਿੰਦੇ ਗੁਰੂ ਗੋਬਿੰਦ ਸਿੰਘ ਜਿਹੜੇ ਆ ਨਾ, ਹੁਣ ਇਹੀ ਸਾਖੀ ਵਿੱਚ ਲਿਖਿਆ, ਕਹਿੰਦੇ ਗੁਰੂ ਗੋਬਿੰਦ ਸਿੰਘ 10ਵਾਂ ਸਤਿਗੁਰੂ ਲੀਤਾ ਜਗ ਅਵਤਾਰਾ, ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਜੀ 10ਵਾਂ ਗੁਰੂ ਨਾਨਕ ਹੈ ਜਿਹੜਾ ਇਸ ਸੰਸਾਰ ਤੇ ਹੈ। ਗਾਦੀ ਗੁਰੂ ਨਾਨਕ ਪਰ ਰਾਜੇ ਗੁਣੀਆਂ ਧਰੇ ਪਿਆਰਾ, ਕਹਿਣਗੇ ਦੇਖੋ ਉਹ ਗੁਰੂ ਨਾਨਕ ਦੀ ਗੱਦੀ ਤੇ ਬੈਠਾ ਹੈ, ਉਹਨਾਂ ਨੂੰ ਪਿਆਰ ਕਰਨ ਵਾਲੀ ਸਾਰੀ ਦੁਨੀਆ ਹੈ, ਕਿਉਂਕਿ ਗੁਰੂ ਨਾਨਕ ਨੇ ਕਿਸੇ ਦਾ ਬੁਰਾ ਨਹੀਂ ਕੀਤਾ, ਸਾਰਿਆਂ ਦਾ ਭਲਾ ਕੀਤਾ ਹੈ। ਕਹਿੰਦੇ ਉਹ ਗੁਰੂ ਨਾਨਕ ਦੀ ਗੱਦੀ ਨੂੰ ਪਿਆਰ ਕਰਦੇ ਨੇ ਤੇ ਗੁਰੂ ਗੋਬਿੰਦ ਸਿੰਘ ਨਾਲ ਵੀ ਪਿਆਰ ਕਰਦੇ ਨੇ। ਤੇ ਕਹਿੰਦੇ ਸਾਹਿਬ ਕਰਾਮਾਤ ਦਾ, ਕਹਿਣਗੇ ਹੁਣ ਇਹ ਸਾਹਿਬ ਜਿਹੜਾ ਹੈ ਉਹ ਮਾਲਕ ਹੈ, ਉਹ ਕਰਾਮਾਤੀ ਹੈ, ਹੀ ਹੈਜ਼ ਮਿਰੇਕਲ ਪਾਵਰਸ, ਕਹਿਣਗੇ ਜਿਹੜਾ ਮਰਜੀ ਉਹ ਕਰਾਮਾਤੀ ਹੈ। ਕਹਿੰਦੇ ਆਖਣ ਵਿਦਿਆ ਦਾ ਭੰਡਾਰਾ, ਕਹਿੰਦੇ ਗੁਰੂ ਗੋਬਿੰਦ ਸਿੰਘ ਵਿਦਿਆ ਦਾ ਭੰਡਾਰਾ ਹੈ, ਇਜ਼ ਦ ਟ੍ਰੈਸ਼ਰ ਆਫ ਨੌਲੇਜ, ਉਹਦੇ ਕੋਲ ਇੰਨਾ ਨੌਲੇਜ ਹੈ। ਕਹਿੰਦੇ ਕਵੀ ਸਖੀ ਰਾਜਾ ਤੇ ਯੋਧਾ, ਕਹਿੰਦੇ ਕਿ ਦੇਖੋ ਉਹ ਕਵੀ ਵੀ ਹੈ ਗੁਰੂ ਗੋਬਿੰਦ ਸਿੰਘ, ਉਹ ਇੱਕ ਦੋਸਤ ਵੀ ਹੈ, ਇੱਕ ਫਰੈਂਡ ਵੀ ਹੈ, ਕਹਿੰਦੇ ਇੱਕ ਰਾਜਾ ਵੀ ਹੈ, ਇੱਕ ਯੋਧਾ, ਇੱਕ ਵਾਰੀਅਰ ਵੀ ਹੈ। ਇਹ ਸਾਰੇ ਗੁਣ ਗੁਰੂ ਗੋਬਿੰਦ ਸਿੰਘ 'ਚ ਨਿਪੁੰਨ ਨੇ, ਸਭ ਗੁਣ ਦਾ ਸਰਦਾਰਾ, ਸਾਰੇ ਗੁਣਾਂ ਦਾ ਇਹ ਨਹੀਂ ਵੀ he just have that virtues or gun in him, no, he's the sardar of everything, he's the sardar of all warriors, he's the sardar of all kavis, ਸਾਰਿਆਂ ਦਾ ਸਰਦਾਰ ਹੈ ਉਹ। ਕਹਿੰਦੇ ਮੇਰਾ ਮੀਤ ਕਵੀ ਸੈਨਾਪਤ ਹੈ, ਇੱਥੇ ਦੱਸਿਆ ਇਹਦਾ ਫਰੈਂਡ ਦਾ ਨਾਂ ਸੀ ਕੀ ਸੈਨਾਪਤ। ਕਹਿੰਦਾ ਮੇਰਾ ਜਿਹੜਾ ਦੋਸਤ ਹੈ, ਮੇਰਾ ਮੀਤ ਕਵੀ ਸੈਨਾਪਤ ਹੈ, ਉਸਦੀ ਸਭਾ ਮਝਾਰਾ, ਉਹਦੀ ਸਭਾ ਵਿੱਚ ਹੈ ਗੁਰੂ ਗੋਬਿੰਦ ਸਿੰਘ ਜੀ ਦੀ। ਕਹਿੰਦੇ ਉਹ ਸੱਦੇ ਹੈ ਆ ਕੇ ਦੇਖੋ ਆਨੰਦ ਦਾ ਝਲਕਾਰਾ, ਕਹਿੰਦੇ ਕਿ ਉਹ ਮੈਨੂੰ ਹਮੇਸ਼ਾ ਸੱਦਾ ਹੈ ਸੈਨਾਪਤ ਕਿ ਅੰਮ੍ਰਿਤ ਰਾਏ ਤੂੰ ਵੀ ਇੱਕ ਵਾਰੀ ਆਨੰਦਪੁਰ ਆ ਕੇ ਇਹ ਝਲਕਾਰਾ ਦੇਖ ਲੈ ਗੁਰੂ ਗੋਬਿੰਦ ਸਿੰਘ ਜੀ ਦਾ, ਤੂੰ ਵੀ ਆ ਕੇ ਦੇਖ ਲੈ, ਇੱਕ ਵਾਰੀ ਜ਼ਰੂਰ ਆ ਕੇ ਦੇਖ। ਇਹਨੇ ਇਹ ਗੱਲ ਦੱਸ ਦਿੱਤੀ ਸੁਜਾਨ ਸਿੰਘ ਨੂੰ। ਸੁਜਾਨ ਸਿੰਘ from that moment he have first time, the first instant he heard about ਗੁਰੂ ਗੋਬਿੰਦ ਸਿੰਘ ਜੀ, ਇਹ ਗੁਰੂ ਗੋਬਿੰਦ ਸਿੰਘ ਜੀ ਦਾ ਭਗਤ ਬਣ ਗਿਆ। ਹੁਣ ਸੁਜਾਨ ਸਿੰਘ ਦਿਨ ਰਾਤ ਅਰਦਾਸਾਂ ਕਰਦਾ, ਹੇ ਗੁਰੂ ਗੋਬਿੰਦ ਸਿੰਘ I never seen you, ਮੈਨੂੰ ਪਤਾ ਨਹੀਂ ਕਿੱਥੇ ਆਨੰਦਪੁਰ ਹੈ, ਮੈਨੂੰ ਪਤਾ ਨਹੀਂ ਮੈਂ ਕਿੱਥੇ ਜਾਵਾਂ, ਕਹਿੰਦੇ ਮਹਾਰਾਜ ਮੈਨੂੰ ਦਰਸ਼ਨ ਦਿਓ, ਦਰਸ਼ਨ ਦਿਓ। ਇਹਨੇ ਅਰਦਾਸਾਂ ਸ਼ੁਰੂ ਕਰ ਲਈਆਂ। ਨਾਉ ਕਿਸੇ ਦੇ ਹੱਥ ਫੜਦਾ, ਇਹ ਹੱਥ ਉੱਥੇ ਹੀ ਰਹਿ ਜਾਂਦਾ, ਇਹਦਾ ਧਿਆਨ ਗੁਰੂ ਗੋਬਿੰਦ ਸਿੰਘ 'ਚ ਚਲਿਆ ਜਾਂਦਾ। ਖਾਂਦਾ ਹੈ, ਖਾਂਦਾ ਬੁਰਕੀ ਮੂੰਹ ਤੇ ਆਉਂਦੀ ਹੈ, ਇਹਦਾ ਖਿਆਲ ਗੁਰੂ ਗੋਬਿੰਦ ਸਿੰਘ ਤੱਕ ਚਲੇ ਜਾਂਦਾ, ਇਹ ਬੁਰਕੀ ਇੱਥੇ ਹੀ ਰਹਿ ਜਾਂਦੀ ਹੈ ਘੰਟੇ ਬੱਧੀ, ਉਹ ਮੂੰਹ 'ਚ ਨਹੀਂ ਪੈਂਦੀ। ਰਾਤ ਨੂੰ ਸੌਂਦਾ ਨਹੀਂ, ਹਰ ਰੋਜ਼ ਗੁਰੂ ਗੋਬਿੰਦ ਸਿੰਘ ਬਾਰੇ ਸੋਚਦਾ ਹੈ। ਹੁਣ ਇਹਦੇ ਵਿੱਚ ਵਿਰਾਗ ਪੈਦਾ ਹੋ ਗਿਆ, ਇਹਨੂੰ ਨਾ ਖਾਣਾ ਚੰਗਾ ਲੱਗਦਾ, ਨਾ ਸੌਣਾ ਚੰਗਾ ਲੱਗਦਾ, ਨਥਿੰਗ, ਸਿਰਫ ਗੁਰੂ ਗੋਬਿੰਦ ਸਿੰਘ ਚਾਹੀਦਾ ਹੈ। ਕੀ ਹੋਇਆ, ਇਹਨੇ ਇੱਕ ਵਾਰ ਗੁਰੂ ਗੋਬਿੰਦ ਸਿੰਘ ਨੂੰ ਮਿਲਣ ਵਾਸਤੇ ਆਨੰਦਪੁਰ ਚਲਿਆ ਗਿਆ। ਹੁਣ ਆਨੰਦਪੁਰ ਜਦੋਂ ਗਿਆ, ਉੱਥੇ ਦੀਵਾਨ ਲੱਗਿਆ ਹੋਇਆ, ਗੁਰੂ ਗੋਬਿੰਦ ਸਿੰਘ ਜੀ ਸਾਹਮਣੇ ਬੈਠੇ ਆ। ਇਹਦੇ ਵਿੱਚ ਹਿੰਮਤ ਨਹੀਂ ਪਈ ਮੈਂ ਜਾ ਕੇ ਗੁਰੂ ਗੋਬਿੰਦ ਸਿੰਘ ਨੂੰ ਜਾ ਕੇ ਮਿਲਣਾ, ਨਹੀਂ। ਇਹਨੇ ਕੀ ਕੀਤਾ ਨਾ, ਪਿਛਲੇ ਪਾਸੇ ਨਾ ਦਲਾਸ ਕੰਧ ਜਿਹੜੀ ਸੀ ਨਾ, ਉੱਥੇ ਢਾਸ ਲਾ ਕੇ ਖੜਾ ਰਿਹਾ ਤੇ ਗੁਰੂ ਗੋਬਿੰਦ ਸਿੰਘ ਵੱਲ ਦੇਖੀ ਜਾਂਦਾ। ਦੇਖ ਦੇਖ ਕੇ ਇਹਦੀਆਂ ਅੱਖਾਂ ਬੰਦ ਹੋ ਗਈਆਂ, ਇਹਦੀ ਸਮਾਧੀ ਲੱਗ ਗਈ। ਸੰਗਤ ਜਿਹੜੀ ਸੀ ਉੱਥੇ ਬੈਠੀ ਜਿਹੜੀ ਸੀਗੀ ਨਾ, ਉਹ ਸਾਰੀ ਉੱਠ ਕੇ ਜਾਣ ਲੱਗੀ। ਗੁਰੂ ਗੋਬਿੰਦ ਸਿੰਘ ਆਪਣੇ ਤਖਤ ਤੋਂ ਉੱਠੇ, ਉੱਠ ਕੇ ਗੁਰੂ ਗੋਬਿੰਦ ਸਿੰਘ ਵੀ ਬਾਹਰ ਜਾ ਰਹੇ ਆ, ਇਹਨੂੰ ਕੰਧ ਦੇ ਲਾਗੇ ਖੜਾ ਦੇਖ ਲਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਇਹਦੇ ਸਾਹਮਣੇ ਜਾ ਕੇ ਖੜ ਗਏ ਤੇ ਇਹਨੇ ਜਿਹੜਾ ਦਵਾ ਦਵ ਗੁਰੂ ਗੋਬਿੰਦ ਸਿੰਘ ਨੂੰ ਦੇਖ ਕੇ ਮੱਥਾ ਟੇਕਿਆ। ਮੱਥਾ ਟੇਕ ਕੇ ਹੱਥ ਜੋੜ ਲਏ, ਕੁਛ ਨਹੀਂ ਇਹਨੇ ਕਿਹਾ, ਚੁੱਪ। ਗੁਰੂ ਗੋਬਿੰਦ ਸਿੰਘ ਨੂੰ ਕਹਿੰਦੇ ਜਾਓ ਸਿੱਖ, ਤੁਮ ਇਹਾਂ ਨਾ ਰਹੋ, ਚਲੇ ਜਾਓ, ਚਲੇ ਜਾਓ। ਬਸ ਇਹੀ ਗੁਰੂ ਗੋਬਿੰਦ ਸਿੰਘ ਨੇ ਕਿਹਾ ਇਹਨੂੰ। ਕਹਿੰਦੇ ਫਿਰ ਸੰਗਤ ਵਿਖੇ ਗੁਰੂ ਹੈ ਰਹਿੰਦਾ, ਕਹਿਣਗੇ ਸੰਗਤ ਵਿੱਚ ਸਾਡਾ ਵਾਸਾ ਹੈ, ਅਸੀਂ ਸੰਗਤ ਵਿੱਚ ਰਹਿਣ ਵਾਲੇ ਹਾਂ। ਸੇਵ ਕਰੋ ਗੁਰ ਪਾਓ, ਸੇਵਾ ਕਰ ਤਾਂ ਤੈਨੂੰ ਗੁਰੂ ਮਿਲੇਗਾ। ਤੀਜਾ ਬਚਨ ਮਹਾਰਾਜ ਨੇ ਕੀਤਾ, ਇਸ ਥਾਂ ਤੋਂ ਟੁਰ ਜਾਓ। ਮਹਾਰਾਜ ਨੇ ਇਹ ਨਹੀਂ ਕਿਹਾ ਕਿੱਧਰਲੇ ਪਾਸੇ ਜਾ, ਲੈਫਟ ਰਾਈਟ ਨੌਰਥ ਸਾਊਥ, ਕੁਛ ਨਹੀਂ ਕਿਹਾ, ਇੱਥੋਂ ਟੁਰ ਜਾਓ, ਗੋ ਫਰੋਮ ਹੇਅਰ। ਫਿਰ ਕਹਿੰਦੇ ਸ਼ਬਦ ਗੁਰੂ
ਗੁਰ ਸ਼ਬਦ ਹੈ ਸਿੱਖ ਦੁਖੀਆਂ ਦੁੱਖ ਮਿਟਾਓ। ਇਹਦੀ ਮਿਸ਼ਨ ਵੀ ਨੂੰ ਦੱਸ ਦਿੱਤਾ, ਇੱਥੋਂ ਤੂੰ ਚਲਿਆ ਜਾ, ਦੁਖੀਆਂ ਦੇ ਦੁੱਖ ਦੂਰ ਕਰ, ਇਹ ਤੈਨੂੰ ਸੇਵਾ ਦਿੱਤੀ ਹੈ ਜਾ। ਕਿਉਂਕਿ ਗੁਰੂ ਗੋਬਿੰਦ ਸਿੰਘ ਪਤਾ ਸੀ ਇਹ ਵੈਦ ਦਾ ਡਾਕਟਰ ਹੈ, ਕਹਿੰਦੇ ਦੁਨੀਆ ਦੇ ਦੁੱਖ ਜਾ ਕੇ ਦੂਰ ਕਰ, ਯੂ ਗੋ ਫਰੋਮ ਹੀਅਰ। ਇਹਨੇ ਕੁਛ ਨਹੀਂ ਮਹਾਰਾਜ ਨੂੰ ਕਿਹਾ, ਕੁਛ ਨਹੀਂ ਪੁੱਛਿਆ ਮਹਾਰਾਜ ਮੈਂ ਕਿੱਧਰ ਨੂੰ ਜਾਵਾਂ, ਵੇ ਸ਼ੁਡ ਆਈ ਗੋ, ਯੂ ਨੋ ਵੈਨ ਸ਼ੁਡ ਆਈ ਗੋ ਟੁਮਾਰੋ ਆਫਟਰ ਹੈਵਿੰਗ ਲੰਗਰ। ਆਪਾਂ ਤਾਂ ਇਹੀ ਕਹੋਗੇ ਨਾ ਮਹਾਰਾਜ ਲੰਗਰ ਬਣਿਆ ਨਾ, ਮੈਂ ਖਾ ਕੇ ਚਲਾ ਜਾਊਂਗਾ, ਮੈਨੂੰ ਤਾਂ ਭੁੱਖਾ ਰਹੂੰਗਾ, ਕਰੇਗਾ ਨਾ। ਆਪਾਂ ਤਾਂ ਪੁੱਛਾਂਗੇ ਮਹਾਰਾਜ ਵਿਚ ਡਾਇਰੈਕਸ਼ਨ, ਮੈਂ ਇੱਧਰ ਨੂੰ ਜਾਵਾਂ, ਇੱਧਰ ਨੂੰ ਜਾਵਾਂ, ਇੱਧਰ ਨੂੰ ਜਾਵਾਂ, ਮੈਂ ਘੋੜੇ ਤੇ ਜਾਵਾਂ, ਤੁਰ ਕੇ ਜਾਵਾਂ, ਕਿਵੇਂ ਜਾਵਾਂ, ਉਹ ਵੀ ਨਹੀਂ ਪੁੱਛਿਆ, ਨਥਿੰਗ। ਮੱਥਾ ਟੇਕ ਕੇ ਇਹ ਉੱਥੋਂ ਰਿਵਰਸ ਹੋ ਕੇ ਆਪਣਾ ਮੂੰਹ ਦੂਜੇ ਪਾਸੇ ਕਰਕੇ ਭੱਜਣ ਦੀ ਕੀਤੀ, ਜਾਓ ਤੁਰ ਪਿਆ। ਰਾਤੋਂ ਰਾਤ ਸਾਰੀ ਰਾਤ ਤੁਰਦਾ ਰਿਹਾ, ਅਖੀਰ ਤੇ ਥੱਕ ਗਿਆ, ਬਹਿ ਗਿਆ ਇੱਕ ਥਾਂ ਤੇ। ਉੱਥੇ ਇੱਕ ਪਿੰਡ ਸੀ ਨੇੜੇ, ਸਵੇਰੇ ਅੰਮ੍ਰਿਤ ਵੇਲੇ ਉਹ ਜਿਹੜੇ ਲੋਕ ਉੱਠ ਕੇ ਆਏ ਜੰਗਲ ਪਾਣੀ ਜਾਂ ਹੋਰ ਕਰਨ ਵਾਸਤੇ, ਇਹਨਾਂ ਨੇ ਦੇਖਿਆ, ਪੁੱਛਿਆ ਤੂੰ ਕੌਣ ਹੈ? ਕਹਿੰਦਾ ਮੈਂ ਵੈਦ ਹਾਂ। ਕਹਿੰਦਾ ਸਾਨੂੰ ਵੈਦ ਦੀ ਲੋੜ ਆ, ਚੱਲ ਤੂੰ ਇੱਥੇ ਆ ਜਾ, ਇੱਥੇ ਇਹ ਬਿਮਾਰ ਆ, ਉਹ ਬਿਮਾਰ ਆ, ਇਹ ਬਿਮਾਰ ਆ, ਇਹਨੂੰ ਸੇਵਾ ਵਿੱਚ ਲਾਤਾ। ਹੁਣ ਦੇਖੋ ਇਹ ਸੇਵਾ ਵਿੱਚ ਲੱਗਿਆ ਹੋਇਆ, ਕਿਸੇ ਤੋਂ ਇਹਨੇ ਪੈਸਾ ਨਹੀਂ ਲਿਆ, ਇਹ ਰੋਪੜ ਵਿੱਚ ਚਲਿਆ ਗਿਆ। ਰੋਪੜ 'ਚ ਜਾ ਕੇ ਇਹਨੇ ਬਹੁਤ ਸੇਵਾ ਕੀਤੀ, ਹਰ ਇੱਕ ਜਿਹੜਾ ਬਿਮਾਰ ਬੰਦਾ ਉਹਦੀ ਸੇਵਾ ਵੀ ਕਰਨੀ, ਪੈਸਾ ਕੋਈ ਨਹੀਂ ਲੈਣਾ। ਦਿਨ ਰਾਤ ਭਾਵੇਂ ਅੱਧੀ ਰਾਤ ਕੋਈ ਸੱਦ ਲਏ ਫਿਰ ਵੀ ਜਾਵੇਗਾ, ਕਿਸੇ ਨੂੰ ਕੁਝ ਨਹੀਂ ਕਿਹਾ, ਕੁੱਟੀਆਂ ਨਹੀਂ ਪਾ ਕੇ ਦੇਖਿਆ, ਨੋ ਮੈਟਰ ਟੂ ਸਲੀਪ, ਨੋ ਆਈ ਐਮ ਰੈਸਟ, ਨੋ ਕੁਛ ਨਹੀਂ। ਚਾਹੇ ਇੱਕ ਦਿਨ ਦਾ ਇੱਕ ਪੇਸ਼ੈਂਟ ਹੋਵੇ, ਭਾਵੇਂ 100 ਪੇਸ਼ੈਂਟ ਹੋਵੇ, 1000 ਹੋਵੇ, ਹੀ ਨੈਵਰ ਸੇ ਐਨੀਥਿੰਗ। ਇਹ ਕੀ ਕਰ ਰਿਹਾ ਸੀ? ਇਹ ਸਾਰਿਆਂ ਵਿੱਚ ਗੁਰੂ ਗੋਬਿੰਦ ਸਿੰਘ ਦੇਖ ਰਿਹਾ ਸੀਗਾ ਵੀ ਇਹ ਮੈਨੂੰ ਗੁਰੂ ਗੋਬਿੰਦ ਸਿੰਘ ਨੇ ਸੇਵਾ ਦਿੱਤੀ ਹੈ, ਆਈ ਮਸਟ ਡੂ ਦਿਸ। ਐਂਡ ਹੀ ਸਟਾਰਟ ਫੀਲਿੰਗ ਉਹ ਗੈਪ ਜਿਹੜੀ ਹੈ ਨਾ ਬੰਦ ਹੋ ਰਹੀ ਹੈ ਅੰਦਰ, ਹੀ ਫੀਲਿੰਗ ਵੈਰੀ ਹੈਪੀ। ਤੇ ਕੀ ਹੁੰਦਾ ਹੈ, ਇਹ ਰਸਤੇ ਦੇ ਵਿੱਚ ਇਹਦਾ ਘਰ ਹੈ, ਇਹਨੇ ਆਪਣਾ ਘਰ ਵੱਡਾ ਕਰ ਲਿਆ। ਜਦੋਂ ਪਿੰਡ ਵਾਲਿਆਂ ਨੇ ਨਾ ਇਹਦਾ ਘਰ ਵੱਡਾ ਬਣਾਤਾ, ਇਹਨੂੰ ਖਾਣਾ ਪਾਣੀ ਦੇਣ ਲੱਗੇ, ਕਿਉਂਕਿ ਪੈਸਾ ਤਾਂ ਕਿਸੇ ਤੋਂ ਲੈਂਦਾ ਨਹੀਂ, ਉਹਨਾਂ ਨੇ ਆਪੇ ਇਹਦਾ ਸਾਰਾ ਕਾਰਜ ਕਰਨ ਲੱਗੇ। ਇਹਦਾ ਘਰ ਜਦੋਂ ਵੱਡਾ ਹੋਇਆ ਨਾ, ਸੰਗਤਾਂ ਅਨੰਦਪੁਰ ਸਾਹਿਬ ਨੂੰ ਜਾਂਦੀਆਂ ਨਾ, ਇਹਦੇ ਘਰ ਆ ਕੇ ਠਹਿਰ ਕੇ ਜਾਂਦੇ, ਜਿਹੜੀਆਂ ਥੱਕ ਜਾਂਦੀਆਂ ਰਾਤ ਸੌਂ ਕੇ ਲੰਗਰ ਛੱਕ ਕੇ ਫਿਰ ਦੂਜੇ ਦਿਨ ਜਾਂਦੀਆਂ, ਜਿਹੜੀਆਂ ਅਨੰਦਪੁਰ ਸਾਹਿਬ ਤੋਂ ਮੁੜਦੀਆਂ ਨੇ ਉਹ ਵੀ ਖੜ ਕੇ ਜਾਂਦੀਆਂ ਨੇ। ਸੋ ਐਵਰੀਬੋਡੀ ਨੋਸ ਅਬਾਊਟ ਹਿਮ। ਜਿਹੜਾ ਵੀ ਕੋਈ ਗੁਰੂ ਗੋਬਿੰਦ ਸਿੰਘ ਕੋਲ ਜਾਂਦਾ, ਕਹਿੰਦੇ ਇੱਕ ਸੁਜਾਨ ਵੈਦ ਆ ਮਹਾਰਾਜ, ਬਹੁਤ ਚੰਗਾ, ਬਹੁਤ ਸੇਵਾ ਕਰਦਾ। ਮਹਾਰਾਜ ਨੂੰ ਪਤਾ ਲੱਗਦਾ ਜਾਂਦਾ ਵੀ ਕੀ ਕਰ ਰਿਹਾ ਹੈ। ਸੋ ਹਰ ਵੇਲੇ ਲੋਕਾਂ ਨੇ ਉਸਤਤ ਕਰਨੀ, ਇਹਨੇ ਵਿਚਾਰੇ ਨੇ ਸੇਵਾ ਕਰਨੀ। ਇੱਥੋਂ ਤੱਕ ਸੰਗਤਾਂ ਨੂੰ ਪੱਖਾ ਚੱਲਣਾ ਸਾਰੀ ਰਾਤ, ਉਹਨਾਂ ਦੇ ਪੈਰ ਦੱਬਣੇ ਵੀ ਤੁਸੀਂ ਥੱਕੇ ਆਏ ਹੋ, ਪੈਰ ਧੋਣੇ, ਉਹਨਾਂ ਦੇ ਪੈਰਾਂ ਦਾ ਪਾਣੀ ਪੀਣਾ ਵੀ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਮਿਲ ਕੇ ਆਏ ਹੋ। ਇੰਨਾ ਪਿਆਰ ਕਰਦਾ ਸੀ ਸਾਰਿਆਂ ਨੂੰ। ਤੇ ਇਹਨਾਂ ਦੇ ਮਨ ਦੇ ਵਿੱਚ ਇੱਕੋ ਹੀ ਸੀਗਾ, ਮੈਨੂੰ ਗੁਰੂ ਗੋਬਿੰਦ ਸਿੰਘ ਨੇ ਕਿਹਾ ਤੁਰ ਜਾਓ, ਸੇਵਾ ਕਰੋ, ਸੰਗਤ ਵਿੱਚ ਮੇਰਾ ਰੂਪ ਦੇਖੋ। ਇਸ ਕਰਕੇ ਇਹ ਅਨੰਦਪੁਰ ਸਾਹਿਬ ਨੂੰ ਜਾਣ ਦੀ ਇਹਦੀ ਹਿੰਮਤ ਨਹੀਂ ਸੀ ਕਿ ਮੈਨੂੰ ਗੁਰੂ ਮਹਾਰਾਜ ਨੇ ਤੋਰ ਦਿੱਤਾ, ਹਾਊ ਕੈਨ ਆਈ ਗੋ ਬੈਕ ਦੇਅਰ। ਕੀ ਹੋਇਆ, ਇੱਕ ਦਿਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨਾ ਕਹਿੰਦੇ ਰਾਤ ਹੋਈ, ਜਿਹੜਾ ਹਨ ਰਾਤ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨਾ 12 ਵਜੇ ਰਾਤ ਦੇ ਗੁਰੂ ਮਹਾਰਾਜ ਜੀ ਉੱਠ ਕੇ ਨਾ ਚੁੱਪ ਕਰਕੇ ਘੋੜੇ ਤੇ ਚੜ੍ਹ ਕੇ ਨਾ ਮਹਾਰਾਜ ਸਿੱਧਾ ਰੋਪੜ 'ਚ ਆ ਗਏ। ਆ ਕੇ ਇਹ ਵਿਚਾਰਾ ਉੱਥੇ ਬੈਠਾ, ਇਹਨਾਂ ਨਾ ਇੱਕ ਸਿੰਘਾਸਨ ਬਣਾਇਆ ਹੋਇਆ ਖਾਲੀ, ਉੱਤੇ ਚਾਦਰ ਵਿਛਾਈ ਹੋਈ, ਨਥਿੰਗ ਹੈ ਜਸਟ ਐਮਟੀ, ਉਹ ਗੁਰੂ ਗੋਬਿੰਦ ਸਿੰਘ ਵਾਸਤੇ ਬਣਾਇਆ ਹੋਇਆ ਸੀ। ਇਹ ਕੀ ਕਰਦਾ ਸੀ, ਹਰ ਰੋਜ਼ ਉੱਠ ਕੇ ਇਹਨੇ ਆਪਣਾ ਨਿਤਨੇਮ ਕਰਕੇ ਉਹ ਪੀੜੇ ਦੇ ਸਾਹਮਣੇ ਬਹਿ ਕੇ ਇਹਨੇ ਉਹ ਪੀੜੇ ਤੇ ਗੁਰੂ ਗੋਬਿੰਦ ਸਿੰਘ ਨੂੰ ਇਮੇਜਿਨ ਕਰਕੇ ਬਸ ਬੈਠਾ ਰਹਿਣਾ, ਧਿਆਨ ਵਿੱਚ ਇਹਨੇ ਭਗਤੀ ਕਰਨੀ, ਕੋਈ ਘੰਟੇ ਬੈਠਾ ਰਹਿਣਾ। ਹੁਣ ਇਹ ਵਿਚਾਰਾ ਉੱਥੇ ਬੈਠਾ ਸੀ, ਉਸ ਵੇਲੇ ਗੁਰੂ ਗੋਬਿੰਦ ਸਿੰਘ ਦਾ ਘੋੜਾ ਆਇਆ, ਮਹਾਰਾਜ ਨੇ ਘੋੜਾ ਬਾਹਰ ਰੱਖ ਕੇ ਇਹਦਾ ਦਰਵਾਜ਼ਾ ਖੋਲ੍ਹਿਆ, ਇਹਨੂੰ ਕੁਛ ਨਹੀਂ ਪਤਾ ਲੱਗਿਆ, ਇਹਦਾ ਧਿਆਨ ਸੀ ਗੁਰੂ ਗੋਬਿੰਦ ਸਿੰਘ ਦੇ ਸਰੂਪ ਵਿੱਚ। ਮਹਾਰਾਜ ਆ ਕੇ ਇਹਦੇ ਸਾਹਮਣੇ ਬਹਿ ਗਏ, ਹਜੇ ਵੀ ਇਹ ਅੱਖਾਂ ਨਹੀਂ ਖੁੱਲੀਆਂ, ਹਜੇ ਵੀ ਉਹ ਧਿਆਨ ਵਿੱਚ ਗੁਰੂ ਗੋਬਿੰਦ ਸਿੰਘ ਨੂੰ ਦੇਖ ਰਿਹਾ ਹੈ। ਮਹਾਰਾਜ ਨੇ ਛੇੜਿਆ ਨਹੀਂ, ਘੰਟਾ ਹੋ ਗਿਆ ਮਹਾਰਾਜ ਨੂੰ ਬੈਠਿਆਂ ਨੂੰ, ਤੇ ਇਹ ਚੁੱਪ ਕਰਕੇ ਬੈਠਾ। ਤੇ ਕੀ ਹੋਇਆ, ਜਦੋਂ ਇੱਕ ਆ ਕੇ ਕਿਸੇ ਨੇ ਬਾਹਰ ਖੜਕਾਇਆ, ਕਹਿੰਦੇ ਵੈਦ ਜੀ ਕੋਈ ਬਿਮਾਰ ਹੋ ਗਿਆ, ਕੋਈ ਬਿਮਾਰ ਹੋ ਗਿਆ, ਕਿ ਹੁਣੇ ਆਓ ਹੁਣੇ ਆਓ। ਇਹਨੇ ਅੱਖਾਂ ਖੋਲੀਆਂ, ਦੇਖਿਆ ਸਾਹਮਣੇ ਗੁਰੂ ਗੋਬਿੰਦ ਸਿੰਘ ਬੈਠਾ। ਇਹਨੇ ਸਿੱਧਾ ਮਹਾਰਾਜ ਦੇ ਚਰਨਾਂ ਤੇ ਜਾ ਕੇ ਆਪਣਾ ਮੱਥਾ ਰੱਖਿਆ, ਤੇ ਮਹਾਰਾਜ ਨੇ ਗਲਬਖੜੀ ਪਾ ਕੇ ਇਹਨੂੰ ਮਿਲੇ। ਤੇ ਉਸ ਵੇਲੇ ਨਾ ਮਹਾਰਾਜ ਵੀ ਧਿਆਨ ਵਿੱਚ ਜੁੜ ਗਏ ਸੀ, ਮਹਾਰਾਜ ਦਾ ਵੀ ਧਿਆਨ ਲੱਗ ਗਿਆ। ਹੁਣ ਇਹਦੇ ਧਿਆਨ ਕਰਕੇ ਇਹਨੇ ਗੁਰੂ ਗੋਬਿੰਦ ਸਿੰਘ ਦਾ ਧਿਆਨ ਕੀਤਾ, ਗੁਰੂ ਗੋਬਿੰਦ ਸਿੰਘ ਨੇ ਇਹਦਾ ਕੀਤਾ। ਸੋ ਮਹਾਰਾਜ ਵੀ ਬੈਠੇ ਨੇ ਧਿਆਨ ਵਿੱਚ। ਤੇ ਇਹ ਹੁਣ ਥੋੜ੍ਹੇ ਚਿਰ ਬਹਿ ਕੇ ਨਾ ਜਦੋਂ ਮਹਾਰਾਜ ਦਾ ਫਿਰ ਧਿਆਨ ਜੁੜ ਗਿਆ ਨਾ, ਇਹ ਫਿਰ ਦੇਖਦਾ ਮਹਾਰਾਜ ਦੇ ਵੱਲ, ਕਹਿੰਦਾ ਵੀ ਮੈਂ ਹੁਣ ਕੀ ਕਰਾਂ, ਮੈਂ ਇਹਦੇ ਨਾਲ ਜਾਵਾਂ ਜੇ ਹੁਣ ਗੁਰੂ ਗੋਬਿੰਦ ਸਿੰਘ ਦਾ ਘਰੇ ਆਇਆ ਨਾ। ਜਸਟ ਇਮੈਜਿਨ ਗੁਰੂ ਗੋਬਿੰਦ ਸਿੰਘ ਕੇਮ ਟੂ ਯੋਰ ਹਾਊਸ ਐਂਡ ਯੂ ਹੈਵ ਟੂ ਲੀਵ ਹਿਮ ਐਂਡ ਗੋ ਐਂਡ ਡੂ ਯੋਰ ਡਿਊਟੀ। ਤੁਸੀਂ ਕਰੋਗੇ? ਹੁਣ ਉਹਨੂੰ ਵਿਚਾਰਾ ਸੋਚੀ ਜਾਵੇ, ਕਹਿੰਦਾ ਮੈਂ ਜਾਵਾਂ, ਮਹਾਰਾਜ ਦੀ ਬੇਅਦਬੀ ਹੋ ਰਹੀ ਹੈ, ਮਹਾਰਾਜ ਘਰੇ ਹੈ ਤੇ ਮੈਂ ਛੱਡ ਕੇ ਜਾਵਾਂ। ਤੇ ਦੂਜੇ ਪਾਸੇ ਸੋਚਦਾ ਹੈ ਵੀ ਮਹਾਰਾਜ ਨੇ ਸੇਵਾ ਵਾਸਤੇ ਕਿਹਾ, ਫਿਰ ਵੀ ਉਹਦੇ ਨਾਲ ਚਲਿਆ ਗਿਆ। ਜਾ ਕੇ ਉਹਦਾ ਇਲਾਜ ਕਰਕੇ ਕਈ ਘੰਟੇ ਲੱਗੇ, ਫਿਰ ਵਿਚਾਰਾ ਨਾ ਮੁੜਦਾ ਹੋਇਆ ਸੋਚਦਾ ਆ ਰਿਹਾ ਹੈ ਕਿ ਤਾਂ ਮਹਾਰਾਜ ਚਲੇ ਗਏ ਹੋਣੇ ਆ, ਹੁਣ ਤਾਂ ਮਹਾਰਾਜ ਦੇ ਦਰਸ਼ਨ ਮੈਨੂੰ ਕਿਦੋਂ ਹੋਣਗੇ, ਚੰਗੀ ਤਰ੍ਹਾਂ ਦਰਸ਼ਨ ਵੀ ਮੈਨੂੰ ਨਹੀਂ ਹੋਏ, ਮੈਂ ਚੰਗੀ ਤਰ੍ਹਾਂ ਮਿਲਿਆ ਵੀ ਨਹੀਂ। ਮੁੜਦਾ ਆਇਆ, ਦੇਖਿਆ ਮਹਾਰਾਜ ਦਾ ਘੋੜਾ ਖੜਾ, ਮਹਾਰਾਜ ਹਜੇ ਵੀ ਉੱਥੇ ਹੀ ਬੈਠੇ।
ਆ ਕੇ ਮਹਾਰਾਜ ਨੂੰ ਮੱਥਾ ਟੇਕਿਆ। ਪਤਾ ਕੀ ਕਹਿੰਦਾ ਮਹਾਰਾਜ ਨੂੰ? ਕਹਿੰਦਾ ਮਹਾਰਾਜ ਮੈਨੂੰ ਨਾ ਤੁਸੀਂ ਇੱਕ ਨਰਕ ਲੱਭੋ ਜਿਹੜਾ ਸਭ ਤੋਂ ਭੈੜਾ, ਉੱਥੇ ਸੁੱਟ ਦਿਓ ਮੈਨੂੰ। ਕੋਈ ਅੱਗ ਹੈ ਸਭ ਤੋਂ ਵੱਡੀ, ਉੱਥੇ ਮੈਨੂੰ ਸੁੱਟ ਦਿਓ। ਮੈਂ ਬਹੁਤ ਵੱਡਾ ਪਾਪੀ ਹਾਂ, ਤੁਸੀਂ ਘਰੇ ਆਏ, ਮੈਂ ਤੁਹਾਨੂੰ ਛੱਡ ਕੇ ਗਿਆ ਕੱਲਿਆਂ ਨੂੰ, ਇਹ ਮੈਂ ਬਹੁਤ ਮਾੜਾ ਕੀਤਾ। ਮਹਾਰਾਜ ਮੇਰੇ ਵਰਗਾ ਜਿਹੜਾ ਅਕਿਰਤ ਕੰਨ ਕਿੱਥੇ ਹੋਵੇਗਾ ਜਿਹੜਾ ਤੁਹਾਡੇ ਵਰਗੇ ਪਾਤਸ਼ਾਹ ਨੂੰ ਛੱਡ ਕੇ ਚਲਿਆ ਗਿਆ। ਸੋ ਬਹੁਤ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ। ਗੁਰੂ ਮਹਾਰਾਜ ਨੇ ਨਾ ਇਹਨੂੰ ਗਲਵਖੜੀ 'ਚ ਲੈ ਕੇ ਨਾ ਜੱਫੇ ਪਾ ਕੇ ਗੁਰੂ ਗੋਬਿੰਦ ਸਿੰਘ ਨੇ ਇਹਨੂੰ ਪਤਾ ਕੀ ਕਿਹਾ? ਕਹਿੰਦੇ ਕਾਲ ਪਈ ਅੱਜ ਥਾਂ ਤੁਹਾਡੀ, ਕਹਿੰਦੇ ਫਿਰ ਮੇਲ ਭਇਆ ਬਿਸਮਾਦੀ। ਕਹਿੰਦੇ ਹੁਣ ਮੇਲ ਹੋ ਗਿਆ ਸਾਡਾ ਵਿਸਮਾਦੀ ਮੇਲ ਹੋਆ ਵਿਸਮਾਦੀ। ਕਹਿੰਦੇ ਹੁਣ ਵਿਸਮਾਦ ਦਾ ਮੇਲ ਹੋ ਗਿਆ। ਕਹਿੰਦੇ ਤੂੰ ਜਿਹੜੀ ਸੇਵਾ ਕਰ ਲਈ, ਤੂੰ ਸੰਗਤ ਵਿੱਚੋਂ ਗੁਰੂ ਨੂੰ ਦੇਖਿਆ ਤੇ ਗੁਰੂ ਦੀ ਘਾਲਨਾ ਕਮਾਈ ਜਿਹੜੀ ਹੈ ਤੂੰ ਸਾਰੀ ਪਾਲੀ ਹੈ, ਤੂੰ ਗੁਰੂ ਦਾ ਬਚਨ ਕਮਾ ਲਿਆ। ਤੇ ਕਹਿੰਦੇ ਹੁਣ ਤੂੰ ਸਾਡੇ ਨਾਲ ਚੱਲ, ਅੱਜ ਤੈਨੂੰ ਨਾਲ ਲੈ ਕੇ ਜਾਣਾ ਅਸੀਂ ਆਨੰਦਪੁਰ ਨੂੰ ਤੇ ਤੈਨੂੰ ਆਨੰਦ ਦੀ ਬਖਸ਼ਿਸ਼ ਕਰਨੀ ਹੈ। ਫਿਰ ਮਹਾਰਾਜ ਕਿਹਾ ਤੁਹਾਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਨੀ ਹੈ। ਮਹਾਰਾਜ ਲੈ ਗਏ, ਇਹਨੂੰ ਜਾ ਕੇ ਅੰਮ੍ਰਿਤ ਛਕਾਇਆ। ਇਹਦਾ ਨਾਂ ਸੁਜਾਨ ਸਿੰਘ ਰੱਖਿਆ। ਇਹਦੀ ਫੈਮਿਲੀ ਨੂੰ ਸੱਦ ਕੇ ਸਾਰਿਆਂ ਨੂੰ ਅੰਮ੍ਰਿਤ ਛਕਾਇਆ ਤੇ ਫਿਰ ਸੁਜਾਨ ਸਿੰਘ ਜਿਹੜਾ ਸੀਗਾ ਮਹਾਰਾਜ ਦੇ ਨਾਲ ਰਿਹਾ। ਦੇਖੋ ਕਿੱਡੀ ਵੱਡੀ ਕਿਰਪਾ ਹੈ। ਉਹ ਇਹ ਸਾਖੀ ਜਿਹੜੀ ਹੈ ਕੋਈ ਵੀ ਜਿਵੇਂ ਸੂਰਜ ਪ੍ਰਕਾਸ਼ 'ਚ ਨਹੀਂ ਆਉਂਦੀ, ਮਹਿਮਾ ਪ੍ਰਕਾਸ਼ 'ਚ ਨਹੀਂ ਆਉਂਦੀ। ਇਹ ਹੁਣ ਸਾਖੀ ਜਿਹੜੀ ਹੈ ਉਹ ਕੋਈ ਜਿਹੜਾ ਹੁਣ ਰਹਿ ਗ੍ਰੰਥ ਦੇ ਵਿੱਚ ਉਹ ਸਿੱਖ ਨੇ ਬਾਬਾ ਮਾਲੀ ਜੀ ਨੇ ਲਿਖੀ ਹੋਈ ਸੀਗੀ। ਸੋ ਇਸ ਤਰ੍ਹਾਂ ਕਰਕੇ ਜਿਹੜਾ ਹੈ ਦੇਖੋ ਨਾ ਪ੍ਰੇਸ ਜਿਹੜੀ ਹੈ ਨਾ, ਦੇਖੋ ਇਹਨੂੰ ਕੁਝ ਨਹੀਂ ਪਤਾ ਸੀ, ਇਹਨੂੰ ਗਿਆਨ ਹੈ ਨਹੀਂ ਸੀਗਾ। ਹੀ ਡਿਡਨਟ ਹੈਵ ਦ ਨੌਲੇਜ ਹੂ ਇਜ਼ ਗੋਡ, ਵਾਈ ਇਜ਼ ਗੋਡ, ਵੇਅਰ ਇਜ਼ ਗੋਡ। ਗੁਰਬਾਣੀ ਦਾ, ਗੁਰੂ ਨਾਨਕ ਦਾ ਕੋਈ ਗਿਆਨ ਨਹੀਂ ਸੀਗਾ, ਪਰ ਇਹਨੂੰ ਗੁਰੂ ਗੋਬਿੰਦ ਸਿੰਘ ਦੀ ਉਸਤਤ ਕੀਤੀ ਆਈ ਨੇ, ਨਥਿੰਗ ਐਲਸ। ਗੁਰੂ 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 ਕਰਦਾ ਰਿਹਾ। ਦੇਖੋ ਗੁਰੂ ਮਹਾਰਾਜ ਨੇ ਬਖਸ਼ਿਸ਼ ਕਰ ਦਿੱਤੀ। ਇਟਸ ਜਸਟ ਲਾਈਕ ਇੱਕ ਮਦਰ ਨੂੰ ਇੱਕ ਬੱਚਾ ਰੋ ਰੋ ਕੇ ਕੋਈ ਚੀਜ਼ ਮੰਗ ਲਵੇ ਨਾ, ਉਹ ਦੇ ਹੀ ਦਿੰਦੇ ਆ। ਇਸ ਤਰ੍ਹਾਂ ਆਪਾਂ ਨੂੰ ਰੋਣਾ ਪਊਗਾ ਜਾ ਕੇ ਉੱਥੇ, ਆਪਾਂ ਨੂੰ ਮੋੜ ਮੋੜ ਕੇ ਉਹਨਾਂ ਦੀ ਉਸਤਤ ਕਰਨੀ ਪਊਗੀ। ਕਿਤੇ ਤਾਂ ਗੁਰੂ ਮਹਾਰਾਜ ਸੁਣਨਗੇ ਨਾ। ਹਾਂ, ਚੀਕਣਾ ਤਾਂ ਆਪਣਾ ਕੰਮ ਹੈ। ਇਸ ਕਰਕੇ ਕਹਿੰਦੇ ਜੇ ਕੋਈ ਕਹਿੰਦਾ ਹੈ ਨਾ ਮੈਂ ਗੁਰੂ ਦੀ ਮਹਿਮਾ ਵਿੱਚ ਮੈਂ ਐਂਡ ਪਾ ਲਾਂਗਾ, ਤਾਂ ਉਹਦੇ ਬਾਰੇ ਇਹ ਸ਼ਬਦ ਹੈ। ਕਹਿੰਦੇ ਕਵਨ ਉਪਮਾ ਕੌਣ ਵਡਾਈ, ਕਿਆ ਗੁਣ ਕਹੋ ਰਿਝਾਏ। ਮੈਂ ਕਿਵੇਂ ਪਰਮਾਤਮਾ ਨੂੰ ਰਿਝਾਵਾਂ, ਕਿਵੇਂ ਉਹਨੂੰ ਖੁਸ਼ ਕਰਾਂ, ਮੈਂ ਕਿਹੜਾ ਬਚਨ ਕਰਾਂ, ਮੈਂ ਕਿਹੜੀ ਪ੍ਰੇਸ ਕਰਾਂ ਜਿਹਦੇ ਕਰਕੇ ਪਰਮਾਤਮਾ ਖੁਸ਼ ਹੋ ਜਾਵੇ। ਤੇ ਹੋਤ ਕਿਰਪਾਲ ਦੀਨ ਦਇਆ ਪ੍ਰਭ, ਕਹਿਣਗੇ ਉਹ ਦੀਨਾ ਤੇ ਦਇਆ ਕਰਨ ਵਾਲਾ, ਉਹ ਮੈਨੂੰ ਬਲੈਸਿੰਗਸ ਦੇਣ ਵਾਲਾ ਮੇਰੇ ਗਰੀਬ ਨੂੰ। ਕਹਿੰਦੇ ਪ੍ਰਭ ਜਨ ਨਾਨਕ ਦਾਸ ਦਸਾਏ। ਕਹਿਣ ਲੱਗੇ ਮੈਂ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਸਿੱਖ ਨੂੰ ਸਿੱਖਾਂ ਦਾ ਦਾਸ, ਮੈਨੂੰ ਆਪਦੇ ਚੇਲਿਆਂ ਦਾ ਚੇਲਾ, ਤੇਲਿਆਂ ਦਾ ਸਰਵਣ ਬਣਾ ਦੇ, ਮੈਨੂੰ ਇੱਕ ਸਲੇਵ ਬਣਾ ਦੇ ਮਹਾਰਾਜ ਆਪਣੇ ਪਿਆਰਿਆਂ ਦਾ, ਜਿਹਦੇ ਕਰਕੇ ਮੈਨੂੰ ਤੁਹਾਡੀ ਉਪਮਾ, ਤੁਹਾਡੀ ਪ੍ਰੇਸ ਸੁਣਨ ਨੂੰ ਮਿਲੇ। ਮਹਾਰਾਜ ਮੈਂ ਵੀ ਤੁਹਾਡੀ ਉਪਮਾ ਕਰਾਂ, ਮੈਂ ਤੁਹਾਡੇ ਦਾਸਾਂ ਦਾ ਦਾਸ ਹੀ ਬਣ ਜਾਵਾਂ। ਦੇਖੋ ਇਹ ਹੈ ਜਿਹੜੀ ਆਪਣੇ ਮਾਈਂਡ ਦੇ ਸਮਝਣ ਤੋਂ ਪਰੇ ਹੈ। ਇਸ ਕਰਕੇ ਆਪਾਂ ਅੰਤ ਨਹੀਂ ਪਾ ਸਕਦੇ। ਯੂ ਕੈਨੋਟ ਸੇ ਦੈਟ ਦਿਸ ਇਜ਼ ਦ ਐਂਡ ਆਫ ਦ ਪ੍ਰੇਸ ਆਫ ਗੋਡ, ਦਿਸ ਇਜ਼ ਦ ਐਂਡ ਆਫ ਗੁਰੂ ਨਾਨਕਸ ਪ੍ਰੇਸ। ਨੋ, ਦੈਟਸ ਨੋ ਐਂਡ, ਕੋਈ ਐਂਡ ਨਹੀਂ ਹੈਗੀ। ਕਿਉਂਕਿ ਇਹ ਜਿਹੜਾ ਹਨ ਇਹ ਆਪਾਂ ਨੂੰ ਆਪਣੀ ਹੱਦ ਤੋਂ ਵੀ ਪਾਰ ਕਰ ਦਿੰਦੀ ਹੈ। ਆਪਣੀ ਹੱਦ ਆ ਹਿਊਮਨ ਦੀ, ਇਹ ਹਿਊਮਨ ਦੀ ਹੱਦ ਤੋਂ ਵੀ ਪਾਰ ਕਰਾ ਦਿੰਦੀ ਹੈ ਪ੍ਰੇਸ। ਇਹ ਆਪਣਾ ਅੰਤ ਖਤਮ ਕਰ ਦਿੰਦੀ ਹੈ। But if we try to find the end of Guru, then we cannot be anywhere. You see, even today when people do Arth of Gurbani, they always say that this is the only Arth, this is the only way. See, they are putting Ant now. ਕਿਤੇ ਅੰਤ ਨਹੀਂ ਪੈਂਦਾ। ਬੰਦਾ ਉਹ ਅੰਤ ਵਿੱਚ ਆਪਦਾ ਅੰਤ ਕਰਾ ਲੈਂਦਾ ਹੈ, ਪਰ ਪਰਮਾਤਮਾ ਦਾ ਅੰਤ ਨਹੀਂ ਹੁੰਦਾ। ਤੇ ਉਹ ਤਾਂ ਇੱਕ ਸਮੁੰਦਰ ਹੈ ਬਹੁਤ ਵੱਡਾ, ਉਹਨੂੰ ਕੀ ਤੁਸੀਂ ਅੰਤ ਪਾਓਗੇ ਉਸਦਾ। ਦੈਟਸ ਵਾਈ ਪੀਪਲ ਜਿਹੜੇ ਹਨ, ਇਹ ਬੰਦੇ ਜਿਹੜੇ ਹੁੰਦੇ ਆ ਨਾ, ਕਈ ਜਿਹੜੇ ਵੈਰੀ ਸਮੋਲ ਮਾਈਂਡਡ, ਨੈਰੋ ਮਾਈਂਡਡ ਪੀਪਲ ਹੁੰਦੇ ਆ, ਉਹ ਕਹਿੰਦੇ ਇਹੀ ਅਰਥ ਆ, ਦਿਸ ਵਰਡ ਕੈਨ ਮੀਨ ਓਨਲੀ ਦਿਸ, ਨਥਿੰਗ ਐਲਸ, ਇਟ ਇਜ਼ ਓਨਲੀ ਦਿਸ। ਨਹੀਂ ਭਾਈ, ਨਹੀਂ ਹੋ ਸਕਦਾ, ਉਹ ਬੇਅੰਤ ਹੈ। ਡੂ ਯੂ ਥਿੰਕ that you have the mind of Guru Nanak, you have the brains of Guru Nanak, you have the intelligence of Guru Nanak? ਨਹੀਂ ਨਾ, ਨਹੀਂ ਹੋ ਸਕਦਾ। ਸੋ ਇਸ ਕਰਕੇ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਨੇ ਆਪਾਂ ਨੂੰ ਇਹ ਸ਼ਬਦ ਸੁਣਾਇਆ, ਕਵਨ ਉਪਮਾ ਕੌਣ ਵਡਾਈ, ਕਿਆ ਗੁਣ ਕਹੋ ਰਿਝਾਏ। ਮੈਂ ਕੀ ਤੇਰੇ ਗੁਣ ਕਹਿ ਕੇ ਤੈਨੂੰ ਰਿਝਾਵਾਂ, ਤੈਨੂੰ ਖੁਸ਼ ਕਰਾਂ। ਪਰ ਇੱਕੋ ਗੱਲ ਹੈ, ਹੋਤ ਕਿਰਪਾਲ, ਮੇਰੇ ਤੇ ਕਿਰਪਾ ਹੀ ਕਰ ਦਿਓ। ਮੈਨੂੰ ਇੱਕ ਗਰੀਬ ਸਮਝ ਕੇ, ਮੈਨੂੰ ਗਰੀਬ ਸਮਝ ਕੇ ਮੇਰੇ ਤੇ ਕਿਰਪਾ ਕਰੋ। ਜਦ ਨਾਨਕ ਦਾਸ ਦਾ, ਮੈਂ ਦਾਸਾਂ ਦਾ ਵੀ ਦਾਸ ਬਣਾਂਗਾ। ਦੇਖੋ ਐਡੀ ਨਿਮਰਤਾ ਕਰਕੇ ਗੁਰੂ ਨਾਨਕ ਦੇ ਰੂਪ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ। ਓਕੇ, ਨਾਓ ਦੂਜਾ ਜਿਹੜਾ ਹੈ ਸਵਾਲ ਉੱਠਦਾ ਹੈ ਨਾ, ਕਹਿਣ ਲੱਗੇ ਜੇ ਪ੍ਰੇਸਸ ਜਿਹੜੇ ਹਨ ਲਿਮਿਟਲੈਸ ਹਨ ਜਾਂ ਇਨਐਕਸੈਸਿਬਲ ਹਨ, ਜੇ ਨਹੀਂ ਜਿਹੜੇ ਹਨ ਆਪਾਂ ਉਹਦੀ ਪਕੜ ਨਹੀਂ ਕਰ ਸਕਦੇ, ਕਹਿੰਦੇ ਫਿਰ ਆਪਾਂ ਨੂੰ ਕੌਣ ਸਿਖਾਵੇ ਵੀ ਕਿੱਥੋਂ ਉਪਮਾ ਕਰਨੀ ਹੈ।
ਹੁਣ ਤੂੰ ਮੈਂ ਸਮੁੰਦਰ 'ਚੋਂ ਮੈਂ ਤੁਹਾਨੂੰ ਕਹਾਂ ਪਾਣੀ ਲੈ ਕੇ ਆਉਣਾ, ਤੁਸੀਂ ਕਹੋਗੇ ਕਿਹੜੇ ਹਿੱਸੇ ਤੋਂ ਪਾਣੀ ਲੈ ਕੇ ਆਵਾਂ? ਮੈਂ ਸਮੁੰਦਰ ਜਿੱਥੇ ਮੁੱਕਦਾ ਉੱਥੋਂ ਲੈ ਕੇ ਆਵਾਂ, ਵਿਚਾਲੇ ਤੋਂ ਲੈ ਕੇ ਆਵਾਂ, ਲੈਫਟ ਲੈ ਕੇ ਆਵਾਂ, ਰਾਈਟ ਲੈ ਕੇ ਆਵਾਂ? ਪਾਣੀ ਤਾਂ ਪਾਣੀ ਹੋਈ ਆਣਾ। ਹੁਣ ਤੁਸੀਂ ਕਿੱਥੋਂ ਸ਼ੁਰੂ ਕਰੋਗੇ? ਸੋ ਇੱਥੇ ਜਿਹੜਾ ਹਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਜਿਹੜਾ ਹਨ, ਇਹ ਗੁਰੂ ਨਾਨਕ ਮਹਾਰਾਜ ਦਾ ਅੰਸਰ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 349 ਅੰਗ ਤੇ ਇਹ ਸ਼ਬਦ ਹੈ। ਗੁਰੂ ਨਾਨਕ ਮਹਾਰਾਜ ਕਹਿੰਦੇ ਆਖਣ ਵਾਲਾ ਕਿਆ ਵਿਚਾਰਾ, ਕਹਿੰਦੇ ਆਖਣ ਵਾਲਾ ਕੀ ਵਿਚਾਰਾ, ਕੀ ਵਿਚਾਰ ਕਰ ਸਕਦਾ ਹੈ? ਆਖਣ ਵਾਲਾ ਕੀ ਕਹਿ ਸਕਦਾ ਹੈ? ਕਹਿੰਦੇ ਸਿਫਤੀ ਭਰੇ ਤੇਰੇ ਭੰਡਾਰਾ, ਤੇਰੇ ਭੰਡਾਰ ਸਿਫਤੀ ਨਾਲ, ਪ੍ਰੇਸ ਨਾਲ ਭਰੇ ਪਏ ਨੇ। ਜਿਸ ਨੂੰ ਦੇ ਤਿਸੇ ਕਿਆ ਚਾਰਾ, ਜਿਸ ਨੂੰ ਤੂੰ ਆਪਣੀ ਪ੍ਰੇਸ ਦਿੰਦੇ ਹਾਂ ਉਹਦੇ ਨਾਲ ਆਪਾਂ ਕੀ ਚਾਰਾ ਕਰ ਸਕਦੇ ਹਾਂ, ਉਹਦੇ ਨਾਲ ਆਪਾਂ ਕੀ ਕਹੀਏ ਉਸ ਨੂੰ? ਕਿਉਂਕਿ ਉਹਨੂੰ ਤੁਸੀਂ ਆਪਣੀ ਪ੍ਰੇਸ ਨੂੰ ਜਿਹੜਾ ਹਨ ਐਕਸਪੋਜ਼ ਕਰ ਦਿੱਤਾ ਤੁਸੀਂ ਆਪਣੇ ਆਪ ਨੂੰ। ਨਾਓ ਯੂ ਸੀ ਦੈਟਸ ਅ ਵਨ ਬਿਗ ਥਿੰਗ ਜਦੋਂ ਗੁਰੂ ਕਿਰਪਾ ਕਰਦਾ ਹੈ ਨਾ, ਗੁਰੂ ਆਪਣਾ ਸਰੂਪ ਤੁਹਾਡੇ ਅੱਗੇ ਐਕਸਪੋਜ਼ ਕਰਦਾ, ਤੁਹਾਨੂੰ ਉਹ ਵੱਡਾ ਚੀਜ਼ ਦਿਖਾਉਂਦਾ ਹੈ। ਫਿਰ ਤੁਹਾਨੂੰ ਗੁਰੂ ਨਾਨਕ 'ਚ ਰੱਬ ਦਿਸੇਗਾ, ਤੁਹਾਨੂੰ ਲੱਗੇਗਾ ਵੀ ਰੱਬ ਹੀ ਹੈ ਪਰਮ ਗੁਰੂ ਨਾਨਕ ਜਿਹਨੂੰ ਤੁਹਾਡੇ ਉੱਤੇ ਕਿਰਪਾ ਕੀਤੀ। ਨਹੀਂ ਤਾਂ ਗੁਰੂ ਨਾਨਕ ਤੁਹਾਨੂੰ ਸਿਰਫ ਇੱਕ ਹਿਊਮਨ ਦਿਸੇਗਾ, ਹੋਰ ਕੁਛ ਨਹੀਂ ਦਿਸੇਗਾ। ਦੇਖੋ ਨਾ ਇਹ ਜਿਸ ਤੂੰ ਦੇਹ ਤਿਸੇ ਕਿਆ ਚਾਰਾ, ਕਹਿਣਗੇ ਉਹਦੇ ਨਾਲ ਕੀ ਚਾਰਾ ਕਰ ਸਕਦੇ ਹਾਂ? ਗੁਰੂ ਨਾਨਕ ਨੂੰ ਰੱਬ ਦੇਖਣ ਵਾਲਾ ਰੱਬ ਬਣ ਜਾਂਦਾ। ਕਿਉਂ? ਕਹਿਣਗੇ ਨਾਨਕ ਸੱਚ ਸਵਾਰਨ ਹਾਰਾ, ਉਹ ਸੱਚ ਜਿਹੜਾ ਹੈ ਸਵਾਰਨ ਵਾਲਾ ਹੈ। ਹੁਣ ਦੇਖੋ ਇੱਥੇ ਭਗਤ ਜਿਹੜਾ ਹਨ, ਇਸ ਭਗਤੀ, ਇਸ ਗੁਰਸਿੱਖੀ, ਗੁਰੂ ਦੀ ਵਡਿਆਈ ਨੂੰ ਭਾਈ ਗੁਰਦਾਸ ਜੀ ਕਿਵੇਂ ਦੱਸਦੇ ਨੇ? ਕਹਿੰਦੇ ਜੋ ਗਰਭੈ ਬਹੁ ਬੂੰਦ ਚਿਤੰਤਰ, ਕਹਿਣਗੇ ਦੇਖੋ ਨਾ ਇੱਕ ਡ੍ਰੌਪ ਆਫ ਵਾਟਰ ਜਿਹੜਾ ਹੁੰਦਾ ਹੈ, ਇੱਕ ਤੁਪਕਾ ਪਾਣੀ ਦਾ, ਕਹਿਣ ਲੱਗੇ ਉਹ ਆਪਣੇ ਆਪ ਨੂੰ ਬਹੁਤ ਵੱਡਾ ਮੰਨੇ ਵੀ ਮੈਂ ਬਹੁਤ ਵੱਡਾ ਇੱਕ ਤੁਪਕਾ ਪਾਣੀ ਦਾ। ਸਨਮੁਖ ਸਿੰਧ ਸੋਭ ਨਹੀਂ ਪਾਵੇ, ਉਹ ਡ੍ਰੌਪ ਆਫ ਵਾਟਰ ਜਦੋਂ ਸਮੁੰਦਰ ਓਸ਼ਨ ਨੂੰ ਦੇਖਦਾ ਨਾ, ਉਹ ਕਹਿੰਦਾ ਵਾਹ ਆਈ ਐਮ ਸੋ ਸਮਾਲ ਆ। ਉਹ ਆਪਣੇ ਆਪ ਨੂੰ ਬਿਗ ਕਿਦੋਂ ਮੰਨਦਾ ਹੈ? ਜਦੋਂ ਉਹ ਸਮੁੰਦਰ ਨੂੰ ਨਹੀਂ ਦੇਖਦਾ, ਤਾਂ ਉਦੋਂ ਤੱਕ ਉਹ ਕਹਿੰਦਾ ਮੈਂ ਬਹੁਤ ਵੱਡਾ ਹਾਂ। ਪਰ ਜੋ ਸਮੁੰਦਰ ਨੂੰ ਦੇਖ ਲੈਂਦਾ, ਉਹ ਕਹਿੰਦਾ ਮੈਂ ਤਾਂ ਬਹੁਤ ਛੋਟਾ ਹੀ ਹਾਂ। ਰਾਈਟ, ਓਕੇ। ਦੂਜਾ ਐਗਜ਼ਾਮਪਲ, ਜੋ ਬਹੁ ਉੱਡੈ ਖੱਗ ਧਾਰ ਮਹਾਬਲ, ਕਹਿਣਗੇ ਚਿੜੀ ਦੇ ਨਵੇਂ ਫੰਗ ਲੱਗੇ, ਵਿੰਗਸ ਆਏ, ਜ਼ੋਰ ਆਇਆ, ਵਿਚਾਰੀ ਉੱਡੀ, ਕਹਿੰਦੀ ਮੈਂ ਨਾ ਜਾਊਂਗੀ ਬਹੁਤ ਦੂਰ ਤੱਕ। ਉਹ ਜਦੋਂ ਜਾਂਦੀ ਆ, ਆਕਾਸ਼ ਦਾ ਕੋਈ ਅੰਤ ਹੀ ਨਹੀਂ ਆਉਂਦਾ। ਇਜ਼ there end to the sky? ਕਿੱਥੋਂ ਮਰਜੀ ਉੱਡੀ ਜਾ। ਕਹਿੰਦੇ ਜਿਹੜਾ ਹਨ ਪੇਕ ਆਕਾਸ਼ ਹਿਰਦੈ ਸੁਖ ਚਾਵੇ, ਉਹਨੂੰ ਸ਼ਰਮ ਆਉਂਦੀ ਹੈ, ਮੈਂ ਤਾਂ ਥੋੜਾ ਹੀ ਉੱਡੀ ਹਾਂ ਭਾਈ, ਆਕਾਸ਼ ਤਾਂ ਬਹੁਤ ਵੱਡਾ ਹੈ, ਮੈਂ ਕਿੱਥੋਂ ਤੱਕ ਜਾਵਾਂ। ਹੁਣ ਤੀਜਾ ਐਗਜ਼ਾਮਪਲ, ਜਿਉ ਬ੍ਰਹਿਮੰਡ ਪ੍ਰਚੰਡ ਵਿਲੋਕਤ। ਹੁਣ ਜਿਹੜਾ ਹੁੰਦਾ ਹੈ ਨਾ, ਇਹ ਜਿਹੜਾ ਆਪਣਾ ਜਿਹੜਾ ਫਿਗ ਟਰੀ ਹੁੰਦਾ ਨਾ, ਫਿਗ ਫਰੂਟ ਜਿਹੜਾ ਹੁੰਦਾ ਫਿਗ, ਉਹਦੇ ਵਿੱਚ ਕਹਿੰਦੇ ਇੱਕ ਬੀ ਜਾਂਦਾ ਹੈ, ਉਹ ਆਪਣਾ ਛੱਡ ਕੇ ਉਹਦੇ ਵਿੱਚ ਅੰਡੇ ਦੇ ਕੇ, ਫਿਰ ਉਹਦੇ ਵਿੱਚ ਉਹ ਬੀ ਜਿਹੜੇ ਨੇ ਉਹ ਵੱਡੇ ਹੁੰਦੇ ਨੇ, ਫਿਰ ਉਹ ਬਾਹਰ ਇੱਕ ਦਿਨ ਨਿਕਲਦੇ ਨੇ। ਉਹ ਸਾਰੀ ਉਮਰ ਉਹ ਫਿਗ ਦੇ ਵਿੱਚ ਰਹਿੰਦੇ ਨੇ, ਜਦੋਂ ਵੱਡੇ ਹੁੰਦੇ ਉਹ ਬਾਹਰ ਨਿਕਲਦੇ ਨੇ। ਉਹਨਾਂ ਨੇ ਸੋਚਿਆ ਉਹ ਫਿਗ ਜਿਹੜਾ ਫਰੂਟ ਹੈ ਨਾ, ਉਹਦੇ ਵਿੱਚ ਸਭ ਕੁਝ ਹੈ, ਇਹੀ ਉਹਨਾਂ ਦੀ ਦੁਨੀਆ ਹੈ। ਜਦੋਂ ਉਹ ਬਾਹਰ ਨਿਕਲ ਕੇ ਦੇਖਦੇ ਆ ਨਾ, ਤਾਂ ਕੀ ਹੁੰਦਾ ਹੈ? ਗੁੱਲਰ ਜੰਤ ਉਡੰਤ ਲਜਾਵੇ। ਫਿਰ ਉਹਨੂੰ ਸ਼ਰਮ ਆਉਂਦੀ ਆ, ਵਾਹ ਇਹ ਤਾਂ ਅੱਡਾ ਵੱਡਾ, ਮੈਂ ਤਾਂ ਛੋਟਾ ਜਾ। ਹੁਣ ਤੂੰ ਕਰਤਾ ਹਮ ਕੀਏ ਤਿਹਾਰੇ ਜੀ। ਭਾਈ ਗੁਰਦਾਸ ਜੀ ਕਹਿੰਦੇ ਹੇ ਗੁਰੂ ਮਹਾਰਾਜ, ਤੂੰ ਵੱਡਾ ਹੈ, ਤੂੰ ਕਰਤਾ ਹੈ, ਮੈਂ ਤੇਰਾ ਬਣਾਇਆ ਹੋਇਆ ਛੋਟਾ ਜਿਹਾ ਜੀਵ ਹਾਂ। ਤੋ ਪੈ ਬੋਲਣ ਕਿਉਂ ਬਣ ਆਵੇ, ਮੈਂ ਤੈਨੂੰ ਬੋਲ ਕੇ ਤੇਰੀ ਕੀ ਵਡਿਆਈ ਕਰਾਂ? ਤੇਰੇ ਅੱਗੇ ਬੋਲਣ ਦਾ, ਤੇਰੇ ਅੱਗੇ ਕੋਈ ਦਾਵਾ ਕਰਨਾ, ਕੋਈ ਕਲੇਮ ਕਰਨਾ, ਮਹਾਰਾਜ ਮੈਂ ਕਿਵੇਂ ਕਰ ਸਕਦਾ ਹਾਂ? ਤੂੰ ਤਾਂ ਬਹੁਤ ਵੱਡਾ ਹਾਂ, ਮੈਂ ਤਾਂ ਬਹੁਤ ਛੋਟਾ ਜਿਹਾ ਹਾਂ। ਇਹ ਤਿੰਨ ਐਗਜ਼ਾਮਪਲ ਦੇ ਕੇ ਭਾਈ ਗੁਰਦਾਸ ਨੇ ਦੱਸਿਆ ਕਿ ਆਪਾਂ ਕਿੰਨੇ ਛੋਟੇ ਹਾਂ। ਵੀ ਆਰ ਓਨਲੀ ਗ੍ਰੇਟ, ਵੀ ਆਰ ਓਨਲੀ ਬਿਗ, ਵੀ ਆਰ ਓਨਲੀ ਜਿਹੜਾ ਹਨ ਆਪਾਂ ਆਪ ਨੂੰ ਵੱਡਾ ਮਾਈਟੀ ਆਪਾਂ ਕਹਿੰਦੇ ਆ, ਜਦੋਂ ਤੱਕ ਯੂ ਹੈਵਨਟ ਸੀਨ ਦ ਰੀਅਲ ਮਾਈਟੀ, ਦ ਆਲ ਮਾਈਟੀ। ਯੂ ਹੈਵਨਟ ਸੀਨ ਇਟ, ਯੂ ਬਿਕਮ ਵੈਰੀ ਮਾਈਟੀ। ਜੋ ਕਹਿੰਦਾ ਮੈਂ ਬਹੁਤ ਵੱਡਾ, ਵੱਡੇ ਨੂੰ ਦੇਖ ਕੇ ਦੱਸੋ ਨਾ ਤੁਸੀਂ ਕਿੱਡੇ ਕੁ ਵੱਡੇ ਹੋ। ਫਿਰ ਦੇਖੋ ਇੱਥੇ ਦੇਖੋ ਮਹਾਰਾਜ ਦੀ ਜਿਹੜੀ ਉਪਮਾ ਹੈ ਨਾ, ਦੇਖੋ ਭਾਈ ਗੁਰਦਾਸ ਬਹੁਤ ਸੋਹਣੀ ਕਰਦੇ ਨੇ, ਕਿੰਨਾ ਸੋਹਣਾ ਇਹਦੇ ਵਿੱਚ ਉਹਨਾਂ ਨੇ ਦੱਸਿਆ। ਭਾਈ ਗੁਰਦਾਸ ਜੀ ਨੇ ਕਵਿਤ ਜਿਹੜਾ 270 ਵਾਲਾ ਕਵਿਤ ਹੈ, ਕਹਿੰਦੇ ਕੋਟ ਬ੍ਰਹਮੰਡ ਜਾ ਕੇ ਇੱਕ ਰੋਮ ਅਗਰ ਭਾਗ। ਗੁਰੂ ਨਾਨਕ ਦੇ ਇੱਕ ਇੱਕ ਰੋਮ ਦੇ ਵਿੱਚ ਕਹਿੰਦੇ ਕੋਟ, ਟੈਂਸ ਆਫ ਮਿਲੀਅਨ ਜਿਹੜੇ ਹਨ ਯੂਨੀਵਰਸ ਹਨ, ਉਹਦੇ ਇੱਕ ਰੋਮ ਦੇ ਵਿੱਚ ਅਗਰ ਭਾਗ ਉਹਦੇ ਸਾਹਮਣੇ ਨੇ ਗੁਰੂ ਨਾਨਕ ਦੇ। ਕਹਿੰਦੇ ਗੁਰੂ ਨਾਨਕ ਐਡਾ ਵੱਡਾ ਹੈ, ਪੂਰਨ ਪ੍ਰਕਾਸ਼ ਤਾਸ ਕਹਾ ਜਾਂ ਧੋ ਸਮਾਵਈ। ਕਹਿਣਗੇ ਦੇਖੋ ਨਾ, ਕਹਿੰਦੇ ਉਹਦੀ ਕੰਪਲੀਟ ਜਿਹੜੀ ਵੱਡਾਪਨ ਹੈ, ਉਹਦੀ ਰੇਡੀਅੰਸ ਹੈ, ਉਹਦਾ ਪ੍ਰਤਾਪ ਹੈ, ਆਪਾਂ ਕਿਵੇਂ ਦੇਖਾਂਗੇ? ਉਹਦੇ ਇੱਕ ਇੱਕ ਰੋਮ ਵਿੱਚ ਕਰੋੜਾਂ, ਟੈਂਸ ਆਫ ਮਿਲੀਅਨਸ ਬ੍ਰਹਿਮੰਡ ਨੇ।
ਤੇ ਉਹਦਾ ਸਾਰੇ ਦਾ ਸਾਰਾ ਜਿਹੜਾ ਹਨ ਪ੍ਰਤਾਪ ਆਪਾਂ ਕਿਵੇਂ ਦੇਖਾਂਗੇ। ਦੂਜੀ ਗੱਲ, ਜਾਂ ਕਿ ਏਕ ਤਿਲ ਕੋ ਮਹਾਤਮ ਅਗਾਧ ਬੋਧ, ਕਹਿਣਗੇ ਦੇਖੋ ਪਰਮਾਤਮਾ ਦੀ, ਗੁਰੂ ਨਾਨਕ ਦੀ ਉਪਮਾ ਤੁਸੀਂ ਜਿੰਨੀ ਮਰਜ਼ੀ ਵੀ ਕਰ ਲਓ, ਕਹਿੰਦੇ ਉਹ ਜਿਵੇਂ ਇੱਕ ਸੈਸਮੀ ਸੀਡ ਹੈ ਨਾ, ਕਹਿੰਦੇ ਉਨੀ ਜਿੰਨੀ ਵੀ ਜਿਹੜੀ ਹੈ ਕੋਈ ਕਰ ਨਹੀਂ ਸਕਦਾ, ਉਹ ਵੀ ਅਗਾਧ ਬੋਧ ਹੈ। ਗੁਰੂ ਨਾਨਕ ਦੀ ਇੱਕ ਸੈਸਮੀ ਸੀਡ ਜਿੰਨੀ ਵੀ ਕੋਈ ਉਪਮਾ ਨਹੀਂ ਕਰ ਸਕਦਾ। ਪੂਰਨ ਬ੍ਰਹਮ ਜੋਤ ਕੈਸੇ ਕਹਿ ਆਵਈ, ਉਹਦਾ ਪੂਰਨ ਜੋਤ ਉਹ ਜਿੱਥੇ ਜਿੱਥੇ ਹੈ, ਕਿੱਡਾ ਵੱਡਾ ਹੈ, ਕਿੱਥੇ ਉਹ ਸਮਾਇਆ ਹੋਇਆ ਹੈ, ਕੈਸੇ ਕਹਿ ਆਵਈ ਨਹੀਂ ਕਿਹਾ ਜਾਂਦਾ, ਕੈਨੋਟ ਸੇ। ਤੀਜੀ ਗੱਲ, ਜਾਂ ਕਿ ਓੰਕਾਰ ਕੇ ਵਿਥਾਰ ਕੀ ਅਪਾਰ ਗਤ। ਹੁਣ ਦੇਖੋ ਆਪਾਂ ਮੰਨਦੇ ਆ ਨਾ, ਓਮ ਸ਼ਬਦ ਦੇ ਨਾਲ ਸਾਰੀ ਦੁਨੀਆ ਬਣ ਗਈ, ਸਾਰਾ ਯੂਨੀਵਰਸ ਬਣ ਗਿਆ, ਸਾਰੀਆਂ ਗੈਲੈਕਸੀਜ਼ ਬਣ ਗਿਆ, ਸਭ ਕੁਝ ਬਣ ਗਿਆ ਇੱਕ ਵਰਡ ਦੇ ਨਾਲ, ਇੱਕ ਓਮ ਦੇ ਸ਼ਬਦ ਦੇ ਨਾਲ ਉਹਨੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰ ਦਿੱਤਾ। ਓਕੇ, ਇਸਲਾਮ ਮੰਨਦਾ ਹੈ ਨੂਰ, ਕਹਿੰਦਾ ਉਹ ਜਿਹੜਾ ਉਹਦਾ ਸ਼ਬਦ ਹੈ ਉਹਦੇ ਨਾਲ ਸਾਰੀ ਦੁਨੀਆ ਬਣੀ ਹੈ। ਓਕੇ, ਕਹਿੰਦੇ ਓਮ ਸ਼ਬਦ ਦੇ ਨਾਲ ਸਭ ਕੁਝ ਬਣ ਗਿਆ, ਜਸਟ ਵਨ ਵਰਡ ਕ੍ਰੀਏਟ ਐਵਰੀਥਿੰਗ। ਤੇ ਦੇਖੋ ਕਹਿੰਦੇ ਹੁਣ ਸ਼ਬਦ ਵਿਵੇਕ ਏਕ ਜੀ ਕੈਸੇ ਗਾਵਈ, ਉਹ ਤਾਂ ਇੱਕ ਓਮ ਹੈ, ਇੱਕ ਸ਼ਬਦ ਪੂਰਾ ਨਹੀਂ ਹਜੇ ਹੋਇਆ, ਉਹ ਤਾਂ ਓਮ ਹੀ ਹੈ ਹਜੇ। ਉਹ ਪੂਰਾ ਸ਼ਬਦ ਦਾ ਤੁਸੀਂ ਕੀ ਅੰਤ ਪਾਓਗੇ ਨਾ। ਜਸਟ ਇਮੈਜਿਨ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੰਨੇ ਸ਼ਬਦ ਮਹਾਰਾਜ ਨੇ ਲਿਖੇ, ਕਿੰਨੀ ਬਾਣੀ ਹੈ ਨਾ, ਉਹਦੀ ਇੱਕ ਵਰਡ ਨੇ ਸਾਰੀ ਦੁਨੀਆ ਨੂੰ ਬਣਾ ਦਿੱਤਾ। ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਕਿੰਨੇ ਸ਼ਬਦ ਨੇ, ਕਹਿੰਦੇ ਉਹਦਾ ਤੂੰ ਕੀ ਅੰਤ ਪਾਏਗਾ, ਉਹ ਤਾਂ ਹਜੇ ਇੱਕ ਵਰਡ ਪੂਰਾ ਵੀ ਨਹੀਂ ਹੋਇਆ, ਪੂਰਾ ਕਰਕੇ ਵੀ ਦੇਖ ਲਓ ਉਹਦਾ ਵੀ ਅੰਤ ਨਹੀਂ ਪੈਂਦਾ। ਭਾਈ ਗੁਰਦਾਸ ਕਹਿੰਦੇ ਪੂਰਨ ਬ੍ਰਹਮ ਗੁਰ ਮਹਿਮਾ ਅਕਥ ਕਥਾ ਹੈ, ਉਹਦੀ ਜਿਹੜੀ ਹਨ ਕਥੀ ਨਹੀਂ ਜਾਂਦੀ, ਦੱਸੀ ਨਹੀਂ ਜਾਂਦੀ। ਨੇਤ 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 ਨਮੋ ਨਮੋ ਕਰ ਆਵੇ, ਬਸ ਇੰਨਾ ਹੀ ਮੈਂ ਕਰ ਸਕਦਾ ਹਾਂ। ਹੇ ਪਰਮਾਤਮਾ ਤੂੰ ਬੇਅੰਤ ਹੈ, ਬੇਅੰਤ ਹੈ, ਬੇਅੰਤ ਹੈ, ਤੈਨੂੰ ਮੇਰੀ ਨਮਸਕਾਰ ਹੈ। ਆਈ ਕੈਨ ਓਨਲੀ ਡੂ ਦਿਸ, ਨਮੋ ਨਮੋ। ਕਹਿੰਦਾ ਨੇਤ 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 ਨਮੋ ਨਮੋ ਕਰ ਆਵੇ, ਮੈਂ ਬਸ ਇੰਨਾ ਹੀ ਕਰ ਸਕਦਾ ਹਾਂ, ਹੋਰ ਨਹੀਂ ਕੁਝ ਹੋ ਸਕਦਾ। ਇਸ ਕਰਕੇ ਹੁਣ ਇਹ ਮਹਿਮਾ ਜਿਹੜੀ ਹੈ ਕਿਵੇਂ ਕਿਹੜੇ ਪਰਸਪੈਕਟਿਵ ਤੋਂ ਗੁਰਸਿੱਖਾਂ ਨੇ ਕੀਤੀ ਆ, ਉਹ ਆਪਾਂ ਬਾਅਦ 'ਚ ਦੇਖਦੇ ਹਾਂ। ਪਹਿਲੀ ਗੱਲ ਹੈ ਗੁਰੂ ਸਭ ਤੋਂ ਵੱਡਾ। ਨੋ ਦਿਸ ਇਨ ਯੋਰ ਮਾਈਂਡ, ਨਥਿੰਗ ਇਜ਼ ਗ੍ਰੇਟਰ ਦੈਨ ਗੁਰੂ ਨਾਨਕ। ਰਿਮੈਂਬਰ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ। ਬਸ ਇੰਨੀ ਗੱਲ ਯਾਦ ਰੱਖ ਲੈਣੀ। ਤੇ ਫਿਰ ਗੁਰੂ ਸਭ ਤੋਂ ਦਇਆਵਾਨ ਹੈ। ਤੁਸੀਂ ਕਿੰਨੇ ਵੀ ਵੱਡੇ ਪਾਪ ਕਰ ਲਓ, ਜੋ ਮਰਜ਼ੀ ਕਰ ਲਓ, ਉਹ ਤੁਹਾਨੂੰ ਫਿਰ ਵੀ ਬਖਸ਼ ਦਿੰਦਾ, ਤੁਹਾਨੂੰ ਬਖਸ਼ਣ ਵਾਲਾ ਹੈ। ਫਿਰ ਕਹਿੰਦੇ ਉਹ ਜਿਹੜਾ ਹਨ ਬੜਾ ਪਰਉਪਕਾਰੀ ਹੈ, ਤੁਹਾਡੇ ਕਾਰਜ ਸਵਾਰਦਾ ਹੈ। ਉਹ ਤਾਂ ਇੱਕ ਸਮੁੰਦਰ ਹੈ ਆਨੰਦ ਦਾ। ਤੇ ਦੇਖੋ ਸਾਰੇ ਤੁਹਾਡੇ ਦੁਸ਼ਮਣਾਂ ਦੇ ਵੀ ਇਲੀਮੀਨੇਟ ਕਰ ਦਿੰਦਾ, ਤੁਹਾਡੇ ਦੁਸ਼ਮਣ ਹੀ ਖਤਮ ਕਰ ਦਿੰਦਾ ਹੈ, ਤੁਹਾਡੇ ਅੰਦਰ ਦੁਸ਼ਟਤਾ ਹੀ ਖਤਮ ਕਰ ਦਿੰਦਾ ਹੈ। ਤਾਂ ਫਿਰ ਉਹ ਪਰਮਾਤਮਾ ਜਿਹੜਾ ਗੁਰੂ ਹੈ ਨਾ, ਕਹਿੰਦੇ ਉਹ ਤਾਂ ਸਾਰੀ ਸਮਿਆਂ ਵਿੱਚ ਹੈ, ਪਿੱਛੇ ਵੀ ਸੀ, ਅੱਜ ਵੀ ਤੁਹਾਡੇ ਨਾਲ ਹੈ, ਮਰ ਕੇ ਵੀ ਤੁਹਾਡੇ ਨਾਲ ਰਹੇ। ਇਸ ਕਰਕੇ ਕਹਿੰਦੇ ਉਹ ਇੱਕ ਇਕੱਲਾ ਹੀ ਦਾਤਾ ਹੈ ਸਾਰੀ ਦੁਨੀਆ ਦਾ, ਉਹ ਸਾਰਿਆਂ ਨੂੰ ਪਾਲਣ ਵਾਲਾ ਹੈ, ਤੇ ਉਹੀ ਗੁਰੂ ਪਰਮਾਤਮਾ ਹੈ। ਨੋ ਡਿਫਰੈਂਸ, ਗੁਰੂ ਨਾਨਕ ਤੇ ਪਰਮਾਤਮਾ 'ਚ ਕੋਈ ਫਰਕ ਨਹੀਂ। ਹੁਣ ਦੇਖੋ ਕਵਿਤ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਦਰਸ਼ਨ ਜੋਤ ਕੋ ਉਦੋਤ ਅਸਤਰਜ ਮੈਂ, ਕਿੰਚਤ ਕਟਾਚ ਕੈ ਬਿਸਮ ਕੋਟ ਧਿਆਨ ਹੈ। ਕਹਿੰਦੇ ਕਿ ਦੇਖੋ ਗੁਰੂ ਮਹਾਰਾਜ ਗੁਰੂ ਪਾਤਸ਼ਾਹ ਜੀ ਐਸੇ ਨੇ, ਕਹਿੰਦੇ ਦਰਸ਼ਨ ਜੋਤ, ਉਹਨਾਂ ਦੇ ਦਰਸ਼ਨ ਦੀ ਜੋਤ ਜਿਹੜੀ ਹੈ ਉਹ ਦੋਧ ਅਸਤਰਜ ਮੈਂ, ਕਹਿੰਦੇ ਹੈਰਾਨ ਕਰਨ ਵਾਲੀ ਹੈ। ਕਿਉਂ? ਕਿੰਚਤ ਕਟਾਚ ਕੇ, ਕਹਿੰਦੇ ਉਹਨਾਂ ਦੀ ਇੱਕ ਨਿਗਾਹ ਕਿਤੇ ਕਿਸੇ ਤੇ ਪੈ ਜਾਵੇ ਨਾ, ਉਹ ਵੀ ਟੇਢੀ ਨੋ, ਮਤਲਬ ਸਿੱਧਾ ਵੀ ਨਹੀਂ ਦੇਖਿਆ, ਟੇਢਾ ਇੱਧਰ ਨੂੰ ਦੇਖ ਲਿਆ, ਮਾੜਾ ਜਿਹਾ ਇੱਧਰ ਨੂੰ ਦੇਖ ਵੀ ਲਿਆ, ਬਿਸਮ ਕੋਟ ਧਿਆਨ ਹੈ, ਉਹ ਤੁਹਾਨੂੰ ਉਹ ਫਲ ਦਿੰਦਾ ਹੈ ਜਿਹੜਾ ਕਿ ਵਿਸ਼ਨੂੰ ਵਰਗੇ ਕਿੰਨੇ ਕਰੋੜਾਂ ਯੁਗਾਂ ਵਾਸਤੇ ਬੈਠੇ ਰਹਿੰਦੇ ਉੱਤੇ ਤਪ ਕਰਦੇ, ਉਹ ਗੁਰੂ ਦੀ ਇੱਕ ਨਜ਼ਰ ਦੇ ਨਾਲ ਤੁਹਾਨੂੰ ਪ੍ਰਾਪਤ ਹੋ ਜਾਣ। ਫਿਰ ਕਹਿੰਦੇ ਮੰਦ ਮੁਸਕਾਨ ਬਨ ਪਰਮ ਪਰਮਦ ਭੂਤ, ਕਹਿੰਦੇ ਗਤ, ਕਹਿੰਦੇ ਉਹ ਕੈਸੀ ਉਹਦੀ ਗਤ ਹੈ, ਉਹਦੀ ਕੈਸੀ ਹਾਲਾਤ ਹੈ। ਕਹਿੰਦੇ ਜੇ ਗੁਰੂ ਕਿਤੇ ਥੋੜਾ ਜਿਹੀ ਵੀ ਸਮਾਈਲ ਕਰ ਦੇਵੇ ਤੁਹਾਡੇ ਵੱਲ, ਇੱਕ ਥੋੜੀ ਜਿਹੀ ਸਮਾਈਲ ਤੁਹਾਨੂੰ ਦੇ ਦੇਵੇ, ਤੇ ਕਹਿੰਦੇ ਉਹ ਤੁਹਾਡੇ ਸਾਰੇ ਦੁੱਖਾਂ ਨੂੰ ਨਾਸ ਕਰਕੇ ਲੈ ਜਾਂਦੀ ਹੈ। ਤੇ ਕਹਿੰਦੇ ਮਧੁਰ ਬਚਨ ਕੇ ਥਕਤ ਕੋਟ ਗਿਆਨ ਹੈ, ਗੁਰੂ ਦਾ ਬਚਨ, ਮਿੱਠੇ ਬਚਨ ਤੁਹਾਨੂੰ ਗਿਆਨ ਕਰਾ ਦਿੰਦਾ ਹੈ,
सारे ज्ञान थानू प्राप्त हो जाने ने। एक उपकार के बिथार को ना पारावार, गुरु महाराज दी एक किरपा कीती हुई, थोड़ी बहुती भी तुहाडे ते रहमत कीती हुई। कहंदे एक उपकार ना बिथार को ना पारावार, ओदी एक भी तुहाडे ते कीती हुई जिहड़ी मसीफुल होके तुहाडे ते उपकार कीता ना गुरु महाराज, थोड़ा जा भी ओदा भी कोई अंत पारावार नहीं गा, क्योंकि तुहाडे सारे दा सारा काम सैटल कर देना है। ਉਹ ਤੋਂ ਵੀ ਵੱਧ ਜਿਹੜਾ ਤੁਹਾਨੂੰ ਪਤਾ ਵੀ ਨਹੀਂ ਉਹ ਵੀ ਤੁਹਾਡੇ ਕਾਰਜ ਸਵਾਰ ਦੇਣੇ ਨੇ। ਕਹਿੰਦੇ ਕੋਟ ਉਪਕਾਰ ਸਿਮਰਨ ਉਨਮਾਨ ਹੈ, ਪਰ ਉਹਦੇ ਤਾਂ ਕਰੋੜਾਂ ਹੀ ਉਪਕਾਰ ਨੇ। ਉਹਦੇ ਇੱਕ ਉਪਕਾਰ ਕਰਕੇ ਹੀ ਸਾਰਾ ਕੰਮ ਠੀਕ ਹੋ ਸਕਦਾ ਹੈ, ਪਰ ਉਹਦੇ ਤਾਂ ਤੁਹਾਡੇ ਤੇ ਕਰੋੜਾਂ ਹੀ ਉਪਕਾਰ ਨੇ, ਕਿਉਂਕਿ ਉਹਨੇ ਤਾਂ ਤੁਹਾਨੂੰ ਹਰ ਸਵਾਸ ਦੇ ਵਿੱਚ ਰੱਖਿਆ ਹੈ, ਹਰ ਸਵਾਸ ਦੇ ਵਿੱਚ ਤੁਹਾਡੇ ਨਾਲ ਹੈ, ਤੁਹਾਡੀ ਸਹਾਇਤਾ ਕਰਦਾ ਹੈ। ਤੇ ਕਹਿੰਦੇ ਹੋਰ ਦਇਆ ਨਿਧ, ਦੇਖੋ ਕਹਿੰਦੇ ਉਹ ਦਇਆ ਦਾ ਖਜ਼ਾਨਾ ਹੈ, ਉਹ ਕਿਰਪਾ ਨਿਧ ਕਿਰਪਾ ਦਾ ਖਜ਼ਾਨਾ ਹੈ, ਸੁਖ ਨਿਧ ਉਹ ਸੁੱਖਾਂ ਦਾ ਖਜ਼ਾਨਾ ਹੈ, ਸੋਭਾ ਨਿਧ ਉਹ ਸੋਭਾ ਪ੍ਰੇਸ ਦਾ ਖਜ਼ਾਨਾ ਹੈ। ਲੇਕਿਨ ਮਹਿਮਾ ਨਿਦਾਨ ਗਮਤਾ ਨਾ ਕਾਹੂ ਆਨ ਹੈ। ਕਹਿੰਦੇ ਕਿਸੇ ਦੇ ਵਿੱਚ ਉਨੀ ਸ਼ਕਤੀ ਨਹੀਂ ਜਿੰਨੀ ਗੁਰੂ ਮਹਾਰਾਜ ਵਿੱਚ ਹੈ। ਦੇਖੋ ਭਾਈ ਗੁਰਦਾਸ ਵਾਸਤੇ ਗੁਰੂ ਕੀ ਹੈ, ਦੈਟਸ ਦ ਲੈਵਲ ਆਫ ਪ੍ਰੇਸ ਦੈਟ ਭਾਈ ਗੁਰਦਾਸ ਇਜ਼ ਡੂਇੰਗ। ਦੇਖੋ ਉਹਦੇ ਵਾਸਤੇ ਗੁਰੂ ਕੀ ਹੈ। ਹੁਣ ਦੇਖੋ ਆਪਾਂ ਭਾਈ ਨੰਦ ਲਾਲ ਜੀ ਦਾ ਜਿਹੜਾ ਜੋਤ ਵਿਕਾਸ ਹੈ, ਭਾਈ ਨੰਦ ਲਾਲ ਵਾਸਤੇ ਗੁਰੂ ਗੋਬਿੰਦ ਸਿੰਘ ਕੀ ਹੈ, ਕਹਿੰਦਾ ਵਾਹੋ ਵਾਹੋ ਗੁਰਪਤਤ ਉਦਾਹਰਣੰ, ਵਾਹੋ ਵਾਹੋ ਗੁਰ ਸੰਤ ਉਪਾਰਨੰ, ਵਾਹੋ ਵਾਹੋ ਗੁਰ ਪਾਰ ਉਤਾਰਨੰ, ਵਾਹੋ ਵਾਹੋ ਗੁਰ ਅਗਮ ਅਪਾਰਨੰ, ਵਾਹੋ ਵਾਹੋ ਗੁਰ ਹਰ ਆਰਾਧਨੰ, ਵਾਹੋ ਵਾਹੋ ਗੁਰ ਅਪਰ ਅਪਾਰੰ, ਵਾਹੋ ਵਾਹੋ ਗੁਰ ਸੁਰ ਸੰਘਾਰੰ, ਵਾਹੋ ਵਾਹੋ ਗੁਰ ਦੈਤ ਪ੍ਰਸ਼ਾਰਨੰ, ਤੇ ਫਿਰ ਵਾਹੋ ਵਾਹੋ ਗੁਰ ਦੁਸ਼ਟ ਵਿਦਾਰਨੰ, ਵਾਹੋ ਵਾਹੋ ਗੁਰ ਕਰਨਾ ਧਾਰਨੰ। ਦੇਖੋ ਇੱਥੇ ਤੱਕ ਨਹੀਂ ਮੁੱਕਿਆ, ਉਹਨਾਂ ਵਿੱਚ ਕਿੰਨੀ ਉਪਮਾ ਕਰਦੇ ਨੇ ਨਨ ਸਟਾਪ। ਦੇਖੋ ਵਾਹੋ ਵਾਹੋ ਗੁਰ ਆਦ ਜੁਗਾਦੰ, ਵਾਹੋ ਵਾਹੋ ਗੁਰ ਅਗਮ ਅਗਾਦੰ, ਵਾਹੋ ਵਾਹੋ ਗੁਰ ਸੱਚ ਅਰਾਧਨੰ, ਵਾਹੋ ਵਾਹੋ ਗੁਰ ਪੂਰਨ ਸਾਧਨੰ, ਵਾਹੋ ਵਾਹੋ ਗੁਰ ਤਖਤ ਨਿਵਾਸਨੰ, ਵਾਹੋ ਵਾਹੋ ਗੁਰ ਨਿਹਚਲ ਆਸਨੰ, ਵਾਹੋ ਵਾਹੋ ਗੁਰ ਭੈ ਵਿਨਾਸਨੰ, ਵਾਹੋ ਵਾਹੋ ਗੁਰ ਸੱਚੀ ਰਾਸਨੰ, ਸੋ ਵਾਹੋ ਵਾਹੋ ਗੁਰ ਮੁਕਤ ਸਾਧਾਰਨੰ, ਵਾਹੋ ਵਾਹੋ ਗੁਰ ਸੰਤ ਤਾਰਨੰ। ਭਾਈ ਨੰਦ ਲਾਲ ਜੀ। ਹੁਣ ਭਾਈ ਜੇਤਾ ਜੀ ਦੇਖੋ ਸ੍ਰੀ ਗੁਰੂ ਕਥਾ ਵਿੱਚ ਕੀ ਲਿਖਦੇ ਨੇ, ਉਹ ਗੁਰੂ ਹਰਗੋਬਿੰਦ ਸਾਹਿਬ ਬਾਰੇ ਲਿਖਦੇ ਨੇ। ਕਹਿੰਦੇ ਗੁਰੂ ਹਰਗੋਬਿੰਦ ਪ੍ਰਤੱਖ ਹਰੀ, ਕਹਿੰਦੇ ਕਿ ਮੇਰੇ ਵਾਸਤੇ ਮੈਂ ਇਹ ਕਹਿੰਦਾ ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਪ੍ਰਤੱਖ ਹਰੀ ਨੇ, ਪਰਮਾਤਮਾ ਨੇ। ਤੇ ਕਹਿੰਦੇ ਜਿਨ ਦੀਨ ਦੁਖੀ ਕੋ ਕਸ਼ਟ ਹਟਾਈ, ਉਹਨੇ ਦੀਨ ਗਰੀਬਾਂ ਦੀ ਦੁਖੀਆਂ ਦੇ ਦੁੱਖ ਦੂਰ ਕੀਤੇ। ਕਿਉਂਕਿ ਇਹ ਗੁਰੂ ਹਰਗੋਬਿੰਦ ਸਾਹਿਬ ਨੇ 52 ਜਿਹੜੇ ਹਨ ਰਾਜੇ ਛਡਾਏ ਗਵਾਲੀਅਰ ਚੋਂ, ਕਿੰਨੇ ਪਰ ਉਪਕਾਰ ਕੀਤੇ ਇਹ ਗੁਰੂ ਨੇ, ਕਿੰਨੇ ਦੁਖੀਆਂ ਦਾ ਦੁੱਖ ਦੂਰ ਕੀਤਾ। ਮਾਈ ਭਾਗ ਭਰੀ ਦੀ ਜੋ ਅੰਨੀ ਸੀਗੀ ਉਹਨੂੰ ਵੀ ਮਹਾਰਾਜ ਨੇ ਸੁਜਾਖਾ ਬਣਾਇਆ, ਅੱਖਾਂ ਦਿੱਤੀਆਂ, ਕੀ ਕੁਛ ਨਹੀਂ ਮਹਾਰਾਜ ਨੇ ਕੀਤਾ। ਕਹਿੰਦੇ ਉਹ ਮੈਂ ਕੀ ਕਵਾਂ, ਉਹਨਾਂ ਦੀ ਉਪਮਾ ਕੀ ਹੈ। ਨਹਿ ਅੰਤ ਸਮੇਂ ਯਮ ਦੀਨਤ ਕੀਆ, ਕਹਿਣਗੇ ਦੇਖੋ ਜਿਹਨੂੰ ਗੁਰੂ ਹਰਗੋਬਿੰਦ ਸਾਹਿਬ ਦੀ ਕਿਰਪਾ ਹੋ ਗਈ, ਜਿਨ੍ਹਾਂ ਨੇ ਦਰਸ਼ਨ ਹੋ ਗਏ, ਕਹਿੰਦੇ ਉਹਨਾਂ ਨੂੰ ਅੰਤ ਸਮੇਂ ਕੋਈ ਜਮਦੂਤ ਨਹੀਂ ਦਿਸਿਆ। ਕਹਿੰਦੇ ਜਪਿਓ ਹਰਗੋਬਿੰਦ ਜਿਨ ਰਗਰਾਈ, ਜਿਨੇ ਨੇ ਗੁਰੂ ਹਰਗੋਬਿੰਦ ਸਾਹਿਬ ਦਾ ਇੱਕ ਵਾਰੀ ਨਾਮ ਵੀ ਜਪ ਲਿਆ, ਕਹਿੰਦੇ ਉਹ ਵੀ ਉਹਨਾਂ ਨੂੰ ਕਿਤੇ ਜਮਦੂਤ ਨੇੜੇ ਨਹੀਂ ਆਉਂਦੇ। ਫਿਰ ਦੇਖੋ ਸ਼ੁਭ ਮਸਤ ਨਿਹਾਰ ਛਟਮ ਗੁਰੂ ਕਾ, ਕਹਿਣਗੇ ਜੇ ਕਿਤੇ ਕਿਸੇ ਨੇ ਗੁਰੂ ਹਰਗੋਬਿੰਦ ਸਾਹਿਬ ਦਾ ਮੱਥਾ ਦੇਖ ਲਿਆ ਨਾ, ਫੋਰਹੈਡ ਦੇਖ ਲਿਆ, ਇੱਥੇ ਮੱਥਾ ਦੇਖ ਲਿਆ, ਮਨ ਪਾਇਸ ਸ਼ਾਂਤ ਹਿਰਦੈ ਰੁਸਨਾਈ, ਕਹਿੰਦੇ ਉਹਨਾਂ ਦੇ ਮਨ ਨੂੰ ਸ਼ਾਂਤੀ ਮਿਲ ਜਾਂਦੀ ਹੈ, ਉਹਨਾਂ ਦਾ ਹਿਰਦਾ ਗਿਆਨ ਨਾਲ ਭਰ ਜਾਂਦਾ ਹੈ ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਦਾ ਮੱਥਾ ਹੀ ਦੇਖ ਲਿਆ। ਤੇ ਫਿਰ ਕਹਿੰਦੇ ਵੱਡ ਵੀਰ ਔ ਸੰਤ ਮਹੰਤ ਗੁਰੂ, ਕਹਿੰਦੇ ਸਭ ਤੋਂ ਵੱਡੇ ਵੀਰ ਸੂਰਮੇ ਨੇ, ਸਭ ਤੋਂ ਵੱਡੇ ਸੰਤ ਨੇ ਗੁਰੂ ਹਰਗੋਬਿੰਦ ਸਾਹਿਬ ਜੀ। ਧਰਮ ਕਰਮ ਕੀ ਪੈਜ ਰਖਾਈ, ਜਿਨ੍ਹਾਂ ਨੇ ਆਪਣਾ ਸਰੀਰ ਧਾਰ ਕੇ ਕੀ ਰੱਖਿਆ, ਧਰਮ ਰੱਖਿਆ, ਕਰਮ ਰੱਖੇ ਤੇ ਕਰਮ ਦੇ ਵਿੱਚ ਹੀ ਮੁਕਤੀ ਦੇ ਦਿੱਤੀ। ਦੇਖੋ ਗੁਰੂ ਹਰਗੋਬਿੰਦ ਸਾਹਿਬ ਦੀ ਐਸੀ ਉਪਮਾ ਹੈ। ਹੁਣ ਕਨਕਲੂਜਨ ਦੇ ਵਿੱਚ ਆਪਾਂ ਦੇਖਿਓ ਕੀ ਕਰੀਏ, ਕਿਵੇਂ ਪ੍ਰੇਸ ਕਰੀਏ ਗੁਰੂ ਦੀ। ਇੱਕੋ ਹੀ ਆਪਾਂ ਇੱਥੇ ਸਿੱਟਾ ਕੱਢ ਸਕਦੇ ਹਾਂ, ਜਿਹਦੇ ਭਾਗ ਚੰਗੇ ਉਹੀ ਉਪਮਾ ਕਰ ਸਕਦੇ ਨੇ ਗੁਰੂ ਦੀ। ਨਾ ਯੂ ਆਲਸੋ ਕੈਨ ਡੂ ਮਹਿਮਾ ਆਫ ਗੁਰੂ। ਇਹਦਾ ਮਤਲਬ ਇਹ ਨਹੀਂ ਤੁਹਾਨੂੰ ਯਾਦ ਕਰਨਾ ਪੈਣਾ, ਨਹੀਂ। ਅੱਜ ਤੁਸੀਂ ਕੋਈ ਚੰਗੀ ਚੀਜ਼ ਦੇਖੀ ਹੈ, ਉਹਨੂੰ ਦੇਖ ਕੇ ਜਾਂ ਤੁਸੀਂ ਕੋਈ ਭਲਾ ਕਰਮ ਦੇਖਿਆ ਔਰ ਸਮਵਨ ਹੈਜ਼ ਗਿਵਨ ਯੂ ਸਮਥਿੰਗ, ਤੁਸੀਂ ਉਹਦੇ ਵਿੱਚੋਂ ਵੀ ਗੁਰੂ ਦੀ ਉਪਮਾ ਕਰਦੇ। ਗੁਰੂ ਨਾਨਕ ਦੇਖੋ ਅੱਜ ਕਿੰਨਾ ਸੋਹਣਾ ਦਿਨ ਚੜ੍ਹਿਆ, ਮਹਾਰਾਜ ਇਹ ਤੁਹਾਡੇ ਕਰਕੇ ਪ੍ਰਾਪਤ ਹੋਇਆ, ਮਹਾਰਾਜ ਇਹ ਬੰਦੇ ਨੂੰ ਤੁਸੀਂ ਮੇਰੇ ਕੋਲ ਲੈ ਕੇ ਆਏ,
ਮੇਰੇ ਭਾਗ ਵਧਾਏ, ਮੈਨੂੰ ਖੁਸ਼ੀਆਂ ਦਿੱਤੀਆਂ, ਮੈਨੂੰ ਇਹ ਪਦਾਰਥ ਦਿੱਤੇ। ਜੋ ਹਰ ਵੇਲੇ ਤੁਸੀਂ ਉਪਮਾ ਜੋੜ ਸਕਦੇ ਹੋ, ਹਰ ਇੱਕ ਲਾਈਫ ਦੇ ਹਰ ਇੱਕ ਕਦਮ ਤੇ ਤੁਸੀਂ ਗੁਰੂ ਦੀ ਉਪਮਾ ਕਰ ਸਕਦੇ ਹੋ। ਇਹ ਬਹੁਤ ਇੰਪੋਰਟੈਂਟ ਹੈ, ਬਿਕੋਜ਼ ਯੂ ਆਰ ਕ੍ਰੀਏਟਿੰਗ ਅ ਰਿਲੇਸ਼ਨਸ਼ਿਪ ਡਾਇਰੈਕਟਲੀ ਵਿਦ ਦ ਗੁਰੂ। ਸੋ ਫਿਰ ਕਹਿੰਦੇ ਗੁਰੂ ਮਹਾਰਾਜ, ਗੁਰੂ ਤੇ ਉਹਨਾਂ ਦਾ ਸ਼ਬਦ ਇੱਕੋ ਹੀ ਜਿਹੜਾ ਰੂਪ ਹੈ। ਤੇ ਜਦੋਂ ਆਪਾਂ ਗੁਰੂ ਦੀ ਵਡਿਆਈ ਕਰਦੇ ਹਾਂ, ਆਪਣੇ ਅੰਦਰ ਉਹ ਅਗਿਆਨਤਾ ਖਤਮ ਹੋ ਜਾਂਦੀ। ਉਹਦੇ ਨਾਲ ਖਤਮ ਹੋਣ ਦੇ ਨਾਲ ਆਪਾਂ ਇੱਕ ਹੋ ਜਾਂਦੇ ਹਾਂ ਪਰਮਾਤਮਾ ਦੇ ਨਾਲ। ਜਦੋਂ ਤੁਸੀਂ ਇੱਕ ਹੋ ਗਏ, ਦੁੱਖ ਤਾਂ ਕੋਈ ਰਹਿ ਹੀ ਨਹੀਂ ਗਿਆ। ਨਾਓ ਇਫ ਯੂ ਆਰ ਕਲੋਜ਼ ਟੂ ਦ ਸਨ, ਕੈਨ ਯੂ ਇਮੇਜਿਨ ਦੈਟ ਯੂ ਵਿਲ ਸਟਿਲ ਹੈਵ ਡਾਰਕਨੈਸ? ਨੋ, ਡਾਰਕਨੈਸ ਮੁੱਕ ਗਿਆ। ਫਿਰ ਜਿਹਨੇ ਪ੍ਰੇਜ਼ ਗੁਰੂ ਜਿਹੜਾ ਹੈ, ਪ੍ਰੇਜ਼ਿੰਗ ਦ ਗੁਰੂ ਇਜ਼ ਦ ਮੋਸਟ ਇੰਪੋਰਟੈਂਟ ਪਾਰਟ ਆਫ ਸਿੱਖੀ। ਫਿਰ ਵਿਦਿਨ ਦ ਮਾਈਂਡ, ਜੇ ਆਪਾਂ ਆਪਣੇ ਮਨ ਵਿੱਚ ਸੋਚੀਏ, ਕਹਿੰਦੇ ਕਿ ਗੁਰੂ ਮਹਾਰਾਜ ਸਭ ਤੋਂ ਵੱਡੇ ਨੇ। ਬਸ ਇਹ ਗੱਲ ਆਪਣੇ ਮਨ 'ਚ ਰੱਖ ਲਓ, ਗੁਰੂ ਮਹਾਰਾਜ ਵੱਡੇ ਨੇ, ਅਸੀਂ ਛੋਟੇ ਹਾਂ। ਸਭ ਤੋਂ ਵੱਡੀ ਪਦਵੀ ਉਹਨਾਂ ਦੀ ਹੈ। ਫਿਰ ਗੁਰੂ ਮਹਾਰਾਜ ਜੀ ਦਇਆਵਾਨ ਹੈ। ਆਲਵੇਜ਼ ਰਿਸੋਰਟ ਟੂ ਹਿਮ। ਜਦੋਂ ਵੀ ਤੁਹਾਨੂੰ ਖੁਸ਼ੀ ਆ ਉਦੋਂ ਵੀ ਯਾਦ ਕਰੋ, ਦੁੱਖ ਵੀ ਆ ਉਦੋਂ ਵੀ ਯਾਦ ਕਰੋ। ਐਵਰੀ ਟਾਈਮ ਰਿਮੈਂਬਰ ਹਿਮ। ਤੇ ਕਹਿੰਦੇ ਉਹਦੀ ਜਿਹੜੀ ਹਨ, ਉਹਦੇ ਕੋਲ ਇੱਕ ਚੀਜ਼ ਜ਼ਰੂਰ ਮੰਗੋ, ਮਹਾਰਾਜ ਮੈਨੂੰ ਉਹ ਐਬਿਲਿਟੀ ਦੇ ਦਿਓ ਕਿ ਮੈਂ ਤੁਹਾਡੀ ਉਪਮਾ ਕਰਾਂ, ਤੁਹਾਡੀ ਵਡਿਆਈ ਕਰਾਂ ਦਿਨ ਰਾਤ। ਕਹਿਣਗੇ ਉਹ ਉਪਮਾ ਜਿਹੜੀ ਹੈ ਉਹਦਾ ਕੋਈ ਲਿਮਿਟ ਨਹੀਂ, ਉਹਦੀ ਕੋਈ ਹੱਦ ਨਹੀਂ। ਕਹਿਣਗੇ ਇਸ ਕਰਕੇ ਇਹ ਜਿਹੜੀ ਉਪਮਾ ਹੈ ਨਾ, ਕਹਿੰਦੇ ਜਿਵੇਂ ਗੁਰਸਿੱਖਾਂ ਨੇ ਕੀਤੀ, ਭਾਈ ਗੁਰਦਾਸ ਜੀ ਨੇ ਕੀਤੀ, ਭਾਈ ਨੰਦ ਲਾਲ ਜੀ ਨੇ ਕੀਤੀ, ਭਾਈ ਜੀਵਨ ਜੀ ਨੇ ਕੀਤੀ, ਕਿੰਨੇ ਗੁਰਸਿੱਖਾਂ ਨੇ ਕੀਤੀ ਹੈ। ਉਹ ਉਪਮਾ ਆਪਾਂ ਪੜ੍ਹ ਕੇ ਆਪਣੇ ਮਨ ਵਿੱਚ ਪਿਆਰ ਜਗਾਈਏ ਗੁਰੂ ਦਾ। ਦੈਟਸ ਦ ਮੋਸਟ ਇੰਪੋਰਟੈਂਟ। ਅਦਰਵਾਈਜ਼ your heart, your mind will be unrest for life. ਜੇ ਤੁਸੀਂ ਸ਼ਾਂਤੀ ਚਾਹੁੰਦੇ ਆ, ਖੁਸ਼ੀ ਚਾਹੁੰਦੇ ਆ, ਸੈਟਿਸਫੈਕਸ਼ਨ ਚਾਹੁੰਦੇ ਆ, this is the only way to do it. If you don't believe, ਕਰਕੇ ਦੇਖ ਲਓ, ਕਰਕੇ ਦੇਖ ਲਓ। ਤੁਹਾਨੂੰ ਕਿੰਨੇ ਐਗਜ਼ਾਮਪਲ ਐਸੇ ਦਿੱਤੇ ਨੇ, ਕਿੰਨੇ ਮਹਾਰਾਜ ਨੇ ਗੁਰਬਾਣੀ ਦੀਆਂ ਪੰਕਤੀਆਂ ਰਾਹੀਂ ਆਪਾਂ ਨੂੰ ਸਮਝਾਇਆ, ਕਿੰਨਾ ਹੀ ਕੁਛ ਕੀਤਾ। ਟਰਾਈ ਕਰਕੇ ਦੇਖੋ ਨਾ, ਕਿਤੇ ਤਾਂ ਮਹਾਰਾਜ ਨੂੰ ਆਪਣੇ ਨੇੜੇ ਮੰਨੋ ਨਾ। ਆਲਵੇਜ਼ ਟੇਕ ਗੁਰੂ ਮਹਾਰਾਜ ਐਸ ਕਲੋਜ਼ੈਸਟ ਟੂ ਯੂ। ਇਹੀ ਸਮਝੋ ਗੁਰੂ ਨਾਨਕ ਮੇਰੇ ਨਾਲ ਹੈ, ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਹਮੇਸ਼ਾ ਮੇਰੇ ਨਾਲ ਹੈ ਗੁਰੂ। ਗੁਰੂ ਮੇਰੇ ਤੋਂ ਦੂਰ ਨਹੀਂ ਹੋਇਆ ਕਿਤੇ। ਮੈਂ ਦੂਰ ਜ਼ਰੂਰ ਹੋ ਸਕਦਾ ਹੈ, ਗੁਰੂ ਮੇਰੇ ਤੋਂ ਦੂਰ ਨਹੀਂ ਹੋਇਆ। ਸੀ ਹਾਊ ਗ੍ਰੇਟ ਦ ਗੁਰੂ ਇਜ਼। ਸੋ ਜਿਸ ਨੂੰ ਬਖਸ਼ੇ ਸਿਫਤ ਸਾਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਦੇਖੋ ਮਹਾਰਾਜ ਕਹਿੰਦੇ ਜਿਸ ਨੂੰ ਬਖਸ਼ੇ, ਜਿਹਨੂੰ ਮਹਾਰਾਜ ਪਰਮਾਤਮਾ ਗੁਰੂ ਨਾਨਕ ਆਪਣੀ ਉਪਮਾ ਬਖਸ਼ ਦਿੰਦਾ ਹੈ। ਕਹਿੰਦੇ ਸਿਫਤ ਸਲਾਹ, ਆਪਣੀ ਸਿਫਤੀ, ਆਪਣੀ ਸਲਾਹ ਬਖਸ਼ ਦਿੰਦਾ ਹੈ। ਉਹਨਾਂ ਨੂੰ ਕੀ ਮਿਲਦਾ ਹੈ? ਕਹਿੰਦੇ ਨਾਨਕ ਪਾਤਸ਼ਾਹੀ ਪਾਤਸ਼ਾਹ। ਉਹ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਬਣ ਜਾਂਦੇ ਨੇ। ਈਵਨ ਦ ਕਿੰਗਸ ਹੈਵ ਟੂ ਬਾਉ ਟੂ ਦੈਮ। ਵੀ ਹੈਵ ਸੀਨ ਦਿਸ। ਦ ਕਿੰਗਸ ਹੈਜ਼ ਆਲਵੇਜ਼ ਬਾਉ ਟੂ ਦ ਪਰਮਾਤਮਾ ਦੇ ਪਿਆਰਿਆਂ। ਵੱਡੇ ਤੋਂ ਵੱਡੇ ਵੀ ਆ ਕੇ ਉਹਨੂੰ ਮੱਥਾ ਟੇਕਦੇ। ਪਾਤਸ਼ਾਹੋ ਜਿਹੜਾ ਹਾਂ ਪਾਤਸ਼ਾਹਾਂ ਦੀ ਵੀ ਪਾਤਸ਼ਾਹ ਬਣ ਸਕਦੇ ਹਾਂ ਆਪਾਂ, ਜੇ ਗੁਰੂ ਮਹਾਰਾਜ ਆਪਾਂ ਨੂੰ ਸਿਫਤੀ ਦੇ ਦੇਵੇ। ਇਸ ਕਰਕੇ ਅਰਦਾਸ ਵਿੱਚ ਆਪਾਂ ਕੀ ਮੰਗਣਾ ਹੈ? ਮਹਾਰਾਜ ਤੁਹਾਡੀ ਉਪਮਾ ਬਖਸ਼ ਦਿਓ। ਬਿਕੋਜ਼ ਵਿਦਿਨ ਦੈਟ ਯੂ ਵਿਲ ਗੈਟ ਐਵਰੀਥਿੰਗ। ਇਟਸ ਅ ਕੰਪਲੀਟ ਰਿਕੁਐਸਟ ਹੈ, ਸਭ ਕੁਝ ਮਿਲ ਜਾਂਦਾ ਹੈ। ਜੇ ਸਭ ਕੁਝ ਲੈ ਲਿਆ ਗੁਰੂ ਦੀ ਉਪਮਾ ਨਾਲ ਲਈ, ਦੈਨ ਐਵਰੀਥਿੰਗ ਵਿਲ ਬੀ ਲੋਸਟ। ਸੋ ਇਸ ਕਰਕੇ ਆਪਾਂ ਮਹਾਰਾਜ ਦੀ ਕਿਰਪਾ ਜਿਹੜੀ ਹੈ, ਮਹਾਰਾਜ ਨੇ ਆਪਾਂ ਨੂੰ ਬਖਸ਼ੀ, ਇਹਦੇ ਉੱਤੇ ਹੀ ਆਪਾਂ ਆਪਣਾ ਜ਼ਿੰਦਗੀ ਦਾ ਜੀਵਨ ਜਿਹੜੇ ਸਵਾਸ ਨੇ ਆਪਾਂ ਗੁਜ਼ਾਰੀਏ। ਤੇ ਇੰਨਾ ਕੁਝ ਕਹਿੰਦਿਆਂ ਹੋਇਆਂ ਭੁੱਲਾਂ ਚੁੱਕਣ ਦੀ ਮਾਫੀ। ਤੇ ਅਗਲਾ ਐਪੀਸੋਡ 29 ਭਾਈ ਨੰਦ ਲਾਲ ਜੀ ਦਾ ਹੋਵੇਗਾ। ਸੋ ਆਪਾਂ ਭਾਈ ਨੰਦ ਲਾਲ ਜੀ ਦਾ ਜੀਵਨ, ਉਹਨਾਂ ਦੀ ਰਚਨਾ ਤੇ ਉਹਨਾਂ ਨੂੰ, ਕਿਉਂਕਿ ਭਾਈ ਨੰਦ ਲਾਲ ਇਜ਼ ਦ ਓਨਲੀ ਵਨ ਹੂ ਹੈਜ਼ ਡਿਸਕ੍ਰਾਈਬ ਗੁਰੂ ਗੋਬਿੰਦ ਸਿੰਘ ਫਰੋਮ ਇਨਰ ਸੈਲਫ। ਇਹ ਆ ਭਾਈ ਨੰਦ ਲਾਲ। ਓਕੇ, ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।